ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਔਰ ਅੱਜ ਮੇਰੇ ਨਾਲ ਸਾਡੇ ਇਸ ਫੇਸਬੁੱਕ ਲਾਈਵ ਦੇ ਵਿੱਚ ਜੁੜੇ ਨੇ ਮਧੁਰਜੀਤ ਸਰਗੀ ਜੀ, ਜੋ ਕਿ ਬਹੁਤ ਵਧੀਆ ਐਕਟਰੈਸ ਨੇ ਔਰ ਇਹਨਾਂ ਨੇ ਬਹੁਤ ਸਾਰੀ ਤਾਂ ਨਹੀਂ ਬਟ ਕੁਝ ਫਿਲਮਾਂ ਐਜ਼ ਅ ਕਾਸਟਿੰਗ ਡਾਇਰੈਕਟਰ ਵੀ ਇਹਨਾਂ ਨੇ ਅੱਛੀ ਫਿਲਮ ਨੂੰ ਜੋ ਹੈ ਕਾਸਟ ਐਜ਼ ਅ ਕਾਸਟਿੰਗ ਡਾਇਰੈਕਟਰ ਵੀ ਇਹਨਾਂ ਨੇ ਉਸ ਦੇ ਵਿੱਚ ਕੰਮ ਕੀਤਾ ਔਰ ਥੀਏਟਰ ਆਰਟਿਸਟ ਰਹੇ ਨੇ ਬਹੁਤ ਵਧੀਆ ਔਰ ਉਹਦਾ ਕੰਮ ਹੁਣ ਤੱਕ ਕੀਤਾ। ਬਾਲੀਵੁੱਡ ਵਿੱਚ ਵੀ ਕਾਫੀ ਫਿਲਮਾਂ ਕੀਤੀਆਂ ਹੋਈਆਂ ਨੇ, ਅਗਨੀਪਥ ਜਿਨ੍ਹਾਂ ਵਿੱਚੋਂ ਹੈ, ਛਪਾਕ ਜਿਨ੍ਹਾਂ ਵਿੱਚੋਂ ਹੈ ਔਰ ਕਾਫੀ ਟੀਵੀ ਸੀਰੀਅਲਸ ਵੀ ਕੀਤੇ ਔਰ ਬਹੁਤ ਪਸੰਦ ਇਹਨਾਂ ਦੀ ਅਦਾਕਾਰੀ ਨੂੰ ਹਮੇਸ਼ਾ ਕੀਤਾ ਗਿਆ ਹੈ। ਸੋ ਅਸੀਂ ਸਵਾਗਤ ਕਰਦੇ ਹਾਂ ਮਧੁਰਜੀਤ ਸਰਗੀ ਜੀ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰਗੀ ਜੀ। ਥੈਂਕ ਯੂ ਨੇਹਾ, ਥੈਂਕ ਯੂ। ਆਈ ਹੋਪ ਯੂ ਡੂਇੰਗ ਵੈਲ ਔਰ ਇਹ ਲੋਕਡਾਊਨ ਦਾ ਸਮਾਂ ਠੀਕ ਠਾਕ ਰਿਹਾ ਹੋਊਗਾ। ਐਕਚੁਅਲੀ ਲੋਕਡਾਊਨ ਦਾ ਨਾ ਮੇਰੀ ਰੂਟੀਨ 'ਚ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪਿਆ ਕਿਉਂਕਿ ਮੈਂ ਪਹਿਲਾਂ ਤੋਂ ਹੀ ਸੋਸ਼ਲ ਡਿਸਟੈਂਸਿੰਗ ਕਾਫੀ ਕਰਦੀ ਸੀ। ਮੈਂ ਉਹ ਬਹੁਤ ਜ਼ਿਆਦਾ ਪਾਰਟੀ ਪਰਸਨ ਨਹੀਂ ਹੈਗੀ, ਮੈਂ ਵੀ ਨਹੀਂ, ਮੇਰੇ ਹਸਬੈਂਡ ਵੀ ਨਹੀਂ। ਸੋ ਅਸੀਂ ਆਪਣੇ ਆਪਣੇ ਕੰਮ 'ਚ ਰੁੱਝੇ ਰਹਿੰਦੇ ਸੀ। ਪਰ ਹਾਂ, ਲੋਕਡਾਊਨ ਦਾ ਸਭ ਤੋਂ ਜ਼ਿਆਦਾ ਅਸਰ ਮੇਰੇ ਸਟੇਜ ਸ਼ੋਜ਼ ਤੇ ਪਿਆ ਆ, ਉਹ ਮੈਂ ਮਿਸ ਕਰਦੀ ਹਾਂ। ਅਦਰ ਦੈਨ ਦੈਟ ਬਾਕੀ ਚੀਜ਼ਾਂ ਨਾਰਮਲ ਹੀ ਹੈ, ਕੋਈ ਇੰਨਾ ਖਾਸ ਫਰਕ ਨਹੀਂ ਪਿਆ ਜੀ। ਮਧੁਰਜੀਤ ਬਾਰੇ ਮੈਂ ਥੋੜਾ ਜਿਹਾ ਦੱਸਣਾ ਚਾਹੂੰਗੀ। ਇਹਨਾਂ ਨੇ ਚਾਈਲਡ ਆਰਟਿਸਟ ਬਤੌਰ ਚਾਈਲਡ ਆਰਟਿਸਟ ਜਿਹੜਾ ਆਪਣਾ ਕੰਮ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਉਸ ਤੋਂ ਬਾਅਦ ਥੀਏਟਰ ਵੀ ਨਾਲ ਕਰਦੇ ਰਹੇ ਔਰ ਫਿਰ ਸੁਖਵੰਤ ਢੱਡਾ ਹੋਣਾ ਜਿਹਦਾ ਜਿਹੜਾ ਲੋਰੀ ਸੀਗਾ, ਉਸ ਦੇ ਵਿੱਚ ਇਹਨਾਂ ਨੇ ਆਪਣੇ ਕਰੀਅਰ ਦੀ ਆਪਾਂ ਕਹਿ ਸਕਦੇ ਕਿ ਬਤੌਰ ਜਦੋਂ ਯੰਗ ਹੋ ਗਏ ਸੀ ਉੱਥੋਂ ਕਰੀਅਰ ਦੀ ਸ਼ੁਰੂਆਤ ਕੀਤੀ। ਫਿਰ ਉਸ ਤੋਂ ਬਾਅਦ ਕਾਫੀ ਨਾਟਕ ਕੀਤੇ, ਫਿਲਮਾਂ ਕੀਤੀਆਂ, ਥੀਏਟਰ ਨਾਲ ਕਰਦੇ ਰਹੇ ਔਰ ਕਰਦੇ ਵੀ ਨੇ ਔਰ ਬਹੁਤ ਅੱਛਾ। ਲਾਸਟ ਫਿਲਮ ਤੁਹਾਡੀ ਮੈਨੂੰ ਲੱਗਦਾ ਛਪਾਕ ਹੀ ਹੈ, ਜਿਹਦੇ ਵਿੱਚ ਤੁਸੀਂ ਇੱਕ ਲਾਇਰ ਦਾ ਜਿਹੜਾ ਕਿਰਦਾਰ ਨਿਭਾਇਆ। ਹਾਂਜੀ, ਐਕਚੁਅਲੀ ਛਪਾਕ ਦੀ ਰਿਲੀਜ਼ ਤੋਂ ਬਾਅਦ ਇੱਕ ਅੱਧੀ ਫਿਲਮ ਹੋ ਰਹੀ, ਉਸ ਤੋਂ ਬਾਅਦ ਤਾਂ ਲੋਕਡਾਊਨ ਸਟਾਰਟ ਹੋ ਗਿਆ, ਫਿਲਮ ਕੋਈ ਰਿਲੀਜ਼ ਹੀ ਨਹੀਂ ਹੋਈ ਜੀ। ਹਾਂਜੀ, ਛਪਾਕ ਮੇਰੀ ਰਿਲੀਜ਼ ਹੋਈ 10 ਜਨਵਰੀ ਨੂੰ, ਰਾਈਟ, ਐਸੇ ਸਾਲ ਹੀ। ਹਾਂ, ਤੇ ਉਸ ਤੋਂ ਬਾਅਦ ਤੇ ਫਿਰ ਚਲੋ ਇਹ ਕਿਸਮਤ ਹੀ ਸਾਰੇ ਇਦਾਂ ਦੀ ਸੀ ਕਿ ਲੋਕਡਾਊਨ ਸ਼ੁਰੂ ਹੋ ਗਿਆ, ਸਾਰੇ ਕਰੋਨਾ ਮਨਾ ਰਹੇ, ਸਾਰੇ ਕਰੋਨਾ ਮਨਾ ਰਹੇ। ਬਿਲਕੁਲ। ਸੋ ਮਤਲਬ ਜੀ ਕਾਫੀ ਵਧੀਆ ਮੈਂ ਕਹੂੰਗੀ ਕਿ ਤੁਹਾਡਾ ਇੱਕ ਤਾਂ ਤੁਸੀਂ ਚੂਜ਼ੀ ਬਹੁਤ ਹੋ, ਜਿੱਥੇ ਤੱਕ ਮੈਂ ਨੋਟਿਸ ਕੀਤਾ ਤੁਹਾਡੇ ਕੰਮ ਨੂੰ ਲੈ ਕੇ। ਰਾਈਟ, ਤੁਸੀਂ ਜ਼ਿਆਦਾ ਕੁਆਂਟੀਟੀ ਵਿੱਚ ਬਿਲੀਵ ਨਹੀਂ ਕਰਦੇ ਹੋ, ਕੁਆਲਿਟੀ ਵਿੱਚ ਬਿਲੀਵ ਕਰਦੇ ਹੋ। ਇਹ ਗੱਲ ਸਹੀ ਹੈ? ਬਿਲਕੁਲ ਪਾਰਟਲੀ ਸਹੀ ਹੈ, ਪਾਰਟਲੀ ਨਹੀਂ। ਉਹਦੇ ਦੋ ਰੀਜ਼ਨ ਨੇ। ਇਹ ਮੇਰੇ ਕੋਲ ਬਹੁਤ ਜ਼ਿਆਦਾ ਚੋਇਸਿਸ ਹੈ ਵੀ ਨਹੀਂ ਸੀ। ਅੱਛਾ, ਮੈਨੂੰ ਬਹੁਤ ਜ਼ਿਆਦਾ ਏਦਾਂ ਦੇ ਆਫਰ, ਆਈ ਵਾਸ ਨਾਟ ਫਲੱਡਡ ਵਿਦ ਆਫਰਸ ਕਿ ਮੈਨੂੰ ਲੱਗੇ ਕਿ ਮੈਂ ਪਿਕ ਐਂਡ ਚੂਜ਼ ਕਰਾਂ। ਪਰ ਜੇ ਮੰਨ ਲਓ ਮੇਰੇ ਕੋਲ 4 ਕਾਲਸ ਆਏ ਆ ਤੇ ਚਾਰਾਂ ਚੋਂ ਜਿਹੜਾ ਮੈਨੂੰ ਬਾਕੀਆਂ ਨਾਲੋਂ ਥੋੜਾ ਜਿਹਾ ਬੈਟਰ ਲੱਗ ਰਿਹਾ, ਸੋ ਉਹਨੂੰ ਮੈਂ ਹਾਂ ਕਰਤੀ। ਸੋ ਸਾਰੇ ਪ੍ਰੋਜੈਕਟ ਜਿਹੜੇ ਮੈਂ ਹੁਣ ਤੱਕ ਕੀਤੇ ਆ, ਮੈਂ ਨਹੀਂ ਕਹਿ ਸਕਦੀ ਕਿ ਮੈਨੂੰ ਸਾਰੇ ਬਹੁਤ ਜ਼ਿਆਦਾ ਪਸੰਦ ਹੈ ਤੇ ਮੈਂ ਸਾਰਿਆਂ ਨੂੰ ਲੈ ਕੇ ਬਹੁਤ ਏਦਾਂ ਆ। ਪਰ ਹਾਂ, ਹਰ ਪ੍ਰੋਜੈਕਟ ਕਰਨ ਤੋਂ ਬਾਅਦ ਤੁਹਾਨੂੰ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਦਾ, ਤੁਹਾਨੂੰ ਆਪਣੀਆਂ ਗਲਤੀਆਂ ਪਤਾ ਲੱਗਦੀਆਂ, ਤੁਹਾਨੂੰ ਆਪਣੇ ਪਲੱਸ ਪੁਆਇੰਟ ਪਤਾ ਲੱਗਦੇ ਆ, ਫਿਰ ਅਕੋਰਡਿੰਗਲੀ ਤੁਸੀਂ ਅਗਲੇ ਪ੍ਰੋਜੈਕਟ ਦੇ ਵਿੱਚ ਕੰਮ ਕਰਦੇ ਹੋ। ਸੋ ਪੂਰੀ ਤਰ੍ਹਾਂ ਚੂਜ਼ ਹੀ ਮੈਨੂੰ ਹਜੇ ਉਦਾਂ ਦੀ ਸਟੇਜ ਆਈ ਨਹੀਂ ਮੇਰੀ ਕਿ ਮੈਂ ਪਿਕ ਐਂਡ ਚੂਜ਼। ਬੈਗਰਸ ਕਾਂਟ ਬੀ ਚੂਜ਼ਰ ਵਾਲੀ ਵੀ ਨਹੀਂ ਹੈ, ਪਰ ਇਹ ਵੀ ਨਹੀਂ ਹੈ ਕਿ ਮੈਨੂੰ ਹਮੇਸ਼ਾ ਮਤਲਬ ਵੀ ਹਾਂ ਅੱਛਾ ਨਹੀਂ, ਆ ਨਹੀਂ ਮੈਂ ਕਰਨਾ, ਏਦਾਂ ਨਹੀਂ ਆਇਆ। ਲਿਮਿਟਡ ਆਫਰਸ ਸੀਗੀਆਂ, ਉਹਨਾਂ ਵਿੱਚ ਜੋ ਮੈਨੂੰ ਠੀਕ ਲੱਗਾ ਉਹ ਮੈਂ ਕਰ ਲਿਆ, ਉਹ ਤੁਸੀਂ ਕੀਤਾ। ਓਕੇ। ਸੋ ਵੈਸੇ ਮੈਂ ਇਹ ਵੀ ਨਾਲ ਦੱਸਣਾ ਚਾਹੂੰਗੀ ਆਪਣੀ ਆਡੀਅנס ਨੂੰ ਕਿ ਡਾਇਰੈਕਟਰ ਹਰਜੀਤ ਸਿੰਘ ਉਹਨਾਂ ਦਾ ਤੁਸੀਂ ਸਭ ਨੇ ਨਾਮ ਸੁਣਿਆ ਹੋਏਗਾ। ਉਹਨਾਂ ਦੀ ਬੇਟੀ ਹੈ ਸਰਗੀ ਜੀ ਔਰ ਉਹਨਾਂ ਨਾਲ ਵੀ ਥੋੜਾ ਬਹੁਤ ਕੰਮ ਕੀਤਾ ਹੋਇਆ। ਪਰ ਤੁਹਾਡੇ ਫਾਦਰ ਸਾਹਿਬ ਪਾਪਾ ਨਾਲ ਬਹੁਤ ਥੋੜਾ ਕੰਮ ਕੀਤਾ, ਜ਼ਿਆਦਾ ਨਹੀਂ ਕੀਤਾ, ਥੋੜਾ ਕੰਮ ਕੀਤਾ ਪਾਪਾ ਦੇ ਨਾਲ। ਪਰ ਇਹ ਹੈ ਕਿ ਮੇਰੇ ਪੇਰੈਂਟਸ ਨੇ ਬਚਪਨ ਤੋਂ ਨਾ ਸਾਨੂੰ, ਕਿਉਂਕਿ ਮੇਰੇ ਪੇਰੈਂਟਸ ਦਾ ਜਿਹੜਾ ਬੈਕਗਰਾਉਂਡ ਹੈ ਉਹ ਐਕੈਡੈਮਿਕ ਹੈ, ਦੋਨੋਂ PhD ਨੇ ਤੇ ਫਾਦਰ ਮੇਰੇ ਦੂਰਦਰਸ਼ਨ ਤੋਂ ਰਿਟਾਇਰਡ ਨੇ, ਹੁਣ ਉਹ ਆਪਣੀਆਂ ਇੰਡੀਪੈਂਡੈਂਟ ਫਿਲਮਸ ਬਣਾ ਰਹੇ ਆ, ਐਨੀਮੇਸ਼ਨ ਉਹਨਾਂ ਦਾ ਛੋਟਾ ਜਿਹਾ ਸਟੂਡੀਓ ਹੈ ਜਿਹਦੇ ਚ ਕੰਮ ਕਰਦੇ ਆ। ਮੰਮੀ ਮੇਰੇ ਬਤੌਰ ਰਾਈਟਰ ਬਹੁਤ ਕੰਮ ਕਰ ਚੁੱਕੇ ਆ ਫੀਲਡ ਚ, ਤੇ ਬਟ ਉਹ ਐਜ਼ ਪ੍ਰੋਫੈਸਰ ਰਿਟਾਇਰਡ ਨੇ। ਤੇ ਇਸ ਕਰਕੇ ਉਹਨਾਂ ਦਾ ਇਸ ਗੱਲ ਤੇ ਹਮੇਸ਼ਾ ਤੋਂ ਇਹ ਜ਼ੋਰ ਸੀਗਾ ਕਿ ਤੁਸੀਂ ਪਹਿਲਾਂ ਆਪਣੀ ਇੱਕ ਬੇਸਿਕ ਐਜੂਕੇਸ਼ਨ ਜ਼ਰੂਰ ਕੰਪਲੀਟ ਕਰੋ, ਉਸ ਤੋਂ ਬਾਅਦ ਤੁਸੀਂ ਜਿਹੜੇ ਵੀ ਫੀਲਡ 'ਚ ਜਾਣਾ, ਜਿੱਥੇ ਵੀ ਜਾਣਾ, ਜੋ ਵੀ ਕਰਨਾ, ਅਸੀਂ ਤੁਹਾਨੂੰ ਸਪੋਰਟ ਕਰਾਂਗੇ। ਸੋ ਮੰਮਾ ਪਾਪਾ ਦੇ ਨਾਲ ਕੰਮ ਕਰਨਾ ਜਿਹੜਾ ਬੜਾ ਵਧੀਆ ਸੀ, ਕਿਉਂਕਿ ਕਾਫੀ ਇਹੋ ਜਿਹੀਆਂ ਚੀਜ਼ਾਂ ਵੀ ਮੈਂ ਕੀਤੀਆਂ ਜਿਹੜੀਆਂ ਮੰਮੀ ਨੇ ਸਕ੍ਰਿਪਟ ਲਿਖੀ ਸੀ ਜਾਂ ਮੰਮੀ ਦਾ ਲਿਖਿਆ ਹੋਇਆ ਮੈਂ ਬੋਲਿਆ ਜਾਂ ਪਰਫਾਰਮ ਕੀਤਾ, ਤੇ ਪਾਪਾ ਦਾ ਡਾਇਰੈਕਟ ਕੀਤਾ ਹੋਇਆ, ਪਰ ਬਹੁਤ ਜ਼ਿਆਦਾ ਕੰਮ ਨਹੀਂ ਕੀਤਾ ਉਹਨਾਂ ਦੇ ਨਾਲ। ਅੱਛਾ, ਅਨੁਰਾਗ ਨਾਲ ਕਿਉਂ ਨਹੀਂ ਕੰਮ ਕੀਤਾ? ਫਿਰ ਅਨੁਰਾਗ ਨੂੰ ਪੁੱਛੋ, ਉਹਨੇ ਮੈਨੂੰ ਕਾਸਟ ਹੀ ਨਹੀਂ ਕੀਤਾ। ਮੈਂ ਡੈਫੀਨਿਟਲੀ ਪੁੱਛੂੰਗੀ ਜਦੋਂ ਇੰਟਰਵਿਊ ਹੋਈ। ਉਹਨਾਂ ਦਾ ਜਵਾਬ ਵੀ ਮੈਨੂੰ ਪਤਾ। ਉਹਨਾਂ ਨੇ ਮੈਨੂੰ ਕਹਿਣਾ ਇਹਨੂੰ ਇਹ ਮੇਰੀ ਕੋਈ ਫਿਲਮ ਇਹਦੇ ਨੱਕ ਹੇਠ ਨਹੀਂ ਆਉਂਦੀ, ਉਹ ਮੈਨੂੰ ਇਹ ਕਹਿੰਦਾ। ਅੱਛਾ, ਮੈਂ ਤੁਹਾਡੀ ਐਕਚੁਅਲੀ ਹਾਂਜੀ ਸੌਰੀ, ਜੋਕਸ ਅਪਾਰਟ, ਮੈਂ ਤੇ ਅਨੁਰਾਗ ਨੇ ਹਜੇ ਤੱਕ ਸਿਰਫ ਇਸ ਕਰਕੇ ਕੰਮ ਇਕੱਠੇ ਨਹੀਂ ਕੀਤਾ ਕਿਉਂਕਿ
ਕੋਈ ਇਦਾਂ ਦਾ ਰੋਲ ਲੱਗਾ ਨਹੀਂ ਮੈਨੂੰ ਕਿ ਮੈਂ ਉਹਦੇ 'ਚ ਫਿੱਟ ਹੁੰਨੀ ਆ। ਤੇ ਉਹ ਇਸ ਕਰਕੇ ਮਤਲਬ ਮੈਂ ਪਰਸਨਲੀ ਇਸ ਕਰਕੇ ਉਹਨਾਂ ਨਾਲ ਹਜੇ ਤੱਕ ਅਸੀਂ ਕੰਮ ਇਕੱਠੇ ਨਹੀਂ ਕਰ ਸਕੇ। ਉਹਨਾਂ ਨੂੰ ਮੇਰੇ ਨਾਲ ਕੰਮ ਕਰਨ 'ਚ ਕੋਈ ਗੁਰੇਜ਼ ਨਹੀਂ ਹੈ, ਮੈਨੂੰ ਕੋਈ ਗੁਰੇਜ਼ ਨਹੀਂ ਹੈ, ਕਿਉਂਕਿ ਅਸੀਂ ਦੋਵੇਂ ਇੱਕ ਦੂਜੇ ਨੂੰ ਬਹੁਤ ਵਧੀਆ ਤਰੀਕੇ ਨਾਲ ਐਜ਼ ਪ੍ਰੋਫੈਸ਼ਨਲਸ ਵੀ ਜਾਣਦੇ ਹਾਂ। ਅੱਛਾ, 2005 ਵਿੱਚ ਤੁਸੀਂ ਆਫਟਰ ਮੈਰਿਜ ਮੁੰਬਈ ਸ਼ਿਫਟ ਹੋਏ, ਰਾਈਟ? ਉਸ ਤੋਂ ਬਾਅਦ ਅਨੁਰਾਗ ਉਸ ਟਾਈਮ ਤੇ ਬਤੌਰ ਡਾਇਰੈਕਟਰ ਆਪਣਾ ਇੱਕ ਸਟਰਗਲ ਕਰ ਰਹੇ ਸੀ, ਹੈ ਨਾ? ਤੁਸੀਂ ਐਕਟਿੰਗ ਦੇ ਵਿੱਚ ਆਪਣਾ ਇੱਕ ਸਟਰਗਲ ਕਰ ਰਹੇ ਸੀ। ਸੋ ਉਹ ਟਾਈਮ ਜ਼ਰੂਰ ਮੈਂ ਜਾਣਨਾ ਚਾਹੂੰਗੀ ਸਰ ਕਿ ਕਿਵੇਂ ਦਾ ਸੀਗਾ, ਔਰ ਕਿੰਨਾ ਕੁ ਅਪਸ ਐਂਡ ਡਾਊਨਸ ਕਿੰਨੇ ਕੁ ਤੁਸੀਂ ਦੋਨਾਂ ਨੇ ਦੇਖੇ ਇੱਕ ਨਾਲ, ਔਰ ਕਿੰਨਾ ਕੁ ਹੋਰ ਜਿਹੜਾ ਤੁਹਾਡਾ ਰਿਲੇਸ਼ਨ ਹੈ ਹੋਰ ਸਟਰੋਂਗ ਹੁੰਦਾ ਗਿਆ? ਸੋ ਨੇਹਾ, ਏਦਾਂ ਹੈ ਕਿ 2005 ਦੇ ਵਿੱਚ ਜਦੋਂ ਵਿਆਹ ਕਰਾ ਕੇ ਮੈਂ ਇੱਥੇ ਆਈ, ਅਨੁਰਾਗ ਆਲਰੇਡੀ ਬੰਬੇ ਆ ਚੁੱਕੇ ਹੋਏ ਸੀ ਮੇਰੇ ਤੋਂ ਪਹਿਲਾਂ, ਤੇ ਉਹ ਆਲਰੇਡੀ ਆਪਣਾ ਡਾਇਰੈਕਸ਼ਨ 'ਚ ਟਰਾਈ ਕਰ ਰਹੇ ਸੀਗੇ, ਤੇ ਮੈਂ ਆ ਕੇ ਆਪਣੇ ਆਡੀਸ਼ਨਸ ਵਗੈਰਾ ਦੇਣੇ ਸ਼ੁਰੂ ਕੀਤੇ। ਔਰ ਸਾਡਾ ਉਦੋਂ ਵਿਆਹ ਜਸਟ ਹੋਇਆ ਹੀ ਸੀਗਾ, ਪਰ ਅਸੀਂ ਦੋਨੇ ਬਚਪਨ ਦੇ ਫਰੈਂਡਸ ਆ। ਮਤਲਬ ਤੁਸੀਂ ਇਹ ਹਿਸਾਬ ਲਾ ਲਓ ਕਿ ਮੇਰੇ ਜਿਹੜੇ ਮਦਰ ਇਨ ਲਾਅ ਹੈ ਤੇ ਮੇਰੇ ਮੰਮੀ, ਉਹ ਦੋਵੇਂ ਹੀ ਸੇਮ ਡਿਪਾਰਟਮੈਂਟ ਦੇ ਵਿੱਚ ਟੀਚ ਕਰਦੇ ਸੀ। ਮੇਰੇ ਮਦਰ ਇਨ ਲਾਅ ਵੀ PhD ਨੇ ਤੇ ਰਿਟਾਇਰਡ ਪ੍ਰੋਫੈਸਰ ਨੇ, ਤਾਂ ਇੱਕੋ ਡਿਪਾਰਟਮੈਂਟ 'ਚ ਸੀਗੇ ਦੋਵੇਂ ਜਾਣੇ। ਤੇ ਜਦੋਂ ਮੈਂ ਪੈਦਾ ਹੋਈ ਆ ਉਸ ਦਿਨ ਅਨੁਰਾਗ 3 ਸਾਲ ਦਾ ਸੀਗਾ, ਤੇ ਉਹ ਆਪਣੇ ਮੰਮੀ ਦੇ ਨਾਲ ਮੈਨੂੰ ਦੇਖਣ ਆਇਆ ਸੀ। ਅੱਛਾ। ਸੋ ਸਾਡੀ ਕਹਾਣੀ ਇੰਨੀ ਪੁਰਾਣੀ ਹੈ। ਸੋ ਵੀ ਵਰ ਚਾਈਲਡਹੁੱਡ ਫਰੈਂਡਸ। ਤੋ ਵੱਡੇ ਹੋ ਕੇ ਸਾਨੂੰ ਲੱਗਾ ਕਿ ਸਾਨੂੰ ਦੋਨਾਂ ਨੂੰ ਇੱਕ ਦੂਜੇ ਦੇ ਨਾਲ ਰਹਿਣਾ ਤੇ ਟਾਈਮ ਸਪੈਂਡ ਕਰਨਾ ਤੇ ਗੱਲਾਂ ਕਰਨੀਆਂ ਚੰਗੀਆਂ ਲੱਗਦੀਆਂ, ਸਾਡੇ ਟੇਸਟ ਇੱਕੋ ਜਿਹੇ ਆ, ਬਹੁਤ ਸਾਰੀਆਂ ਗੱਲਾਂ ਸਾਨੂੰ ਲੱਗੀਆਂ। ਤੇ ਅਸੀਂ ਆਪਣੇ ਪੇਰੈਂਟਸ ਨੂੰ ਕਿਹਾ ਕਿ ਵੀ ਵਾਂਟ ਟੂ ਗੈਟ ਮੈਰਿਡ, ਤੇ ਫਿਰ ਫਾਈਨਲੀ ਵੀ ਗॉट ਮੈਰਿਡ, ਤੇ ਫਿਰ ਅਸੀਂ ਆ ਗਏ। ਸੋ ਮੇਰਾ ਤੇ ਅਨੁਰਾਗ ਦਾ ਰਿਲੇਸ਼ਨਸ਼ਿਪ ਜਿਹੜਾ ਹੈ ਨਾ, ਉਹ ਵਿਆਹ ਤੋਂ ਸਟਾਰਟ ਨਹੀਂ ਹੁੰਦਾ, ਬਹੁਤ ਪਹਿਲਾਂ ਤੋਂ ਸਟਾਰਟ ਹੁੰਦਾ। ਸੋ ਉਹਦੇ ਇੰਟਰਸਟ, ਉਹਦੀਆਂ ਸਟਰਗਲਸ, ਉਹਦੀਆਂ ਪਰੇਸ਼ਾਨੀਆਂ ਮੈਨੂੰ ਆਲਰੇਡੀ ਪਤਾ ਸੀ, ਉਹਨੂੰ ਮੇਰੀਆਂ ਪਤਾ ਸੀ। ਸੋ ਅਸੀਂ ਜਦੋਂ ਬੰਬੇ ਆਏ ਆ, ਤੇ ਅਸੀਂ ਇੱਕ ਤਰੀਕੇ ਦੇ ਨਾਲ ਇੱਕ ਦੂਜੇ ਨੂੰ ਪਹਿਲਾਂ ਤੋਂ ਚੰਗੀ ਤਰ੍ਹਾਂ ਜਾਣਦੇ ਸੀ। ਸੋ ਸਾਡਾ ਸਟਰਗਲ ਵਾਲਾ ਪੀਰੀਅਡ ਜਿਹੜਾ ਆ, ਉਹ ਰਿਲੇਟਿਵਲੀ ਸ਼ਾਇਦ ਬਾਕੀਆਂ ਨਾਲੋਂ ਥੋੜਾ ਜਿਹਾ ਈਜ਼ੀ ਹੋ ਗਿਆ, ਕਿਉਂਕਿ ਉਦਾਂ ਦੀਆਂ ਕੋਈ ਐਕਸਪੈਕਟੇਸ਼ਨਸ ਨਹੀਂ ਸੀਗੀਆਂ। ਤੇ ਵੀ ਜਿਹੜੀਆਂ ਅਗਲੇ ਬੰਦੇ ਨੂੰ, ਜਿੱਦਾਂ ਤੁਸੀਂ ਨਵੇਂ ਕਿਸੇ ਨੂੰ ਮਿਲੋ ਤਾਂ ਤੁਹਾਨੂੰ ਲੱਗਦਾ ਕਿ ਪਤਾ ਨਹੀਂ ਇਹਨੂੰ ਕਿਹੜੀ ਗੱਲ ਚੰਗੀ ਲੱਗੂਗੀ, ਕਿਹੜੀ ਨਹੀਂ, ਉਦਾਂ ਦਾ ਕੁਝ ਨਹੀਂ ਸੀਗਾ। ਸੋ and coming from art family, ਜਿੱਦਾਂ ਮੇਰੇ ਫਾਦਰ ਡਾਇਰੈਕਟਰ ਨੇ, ਸੋ ਉਸ ਗੱਲ, ਉਹ ਹਾਂ ਬ੍ਰਦਰ ਵੀ, ਮੇਰੀ ਸਿਸਟਰ ਡਾਂਸਰ ਹੈ, ਕਥਕ ਡਾਂਸਰ, ਤੇ ਮੇਰਾ ਸਭ ਤੋਂ ਛੋਟਾ ਬ੍ਰਦਰ ਉਹ ਸਿੰਗਰ ਹੈ। ਤਾਂ ਅਸੀਂ ਵੱਡੇ ਹੁੰਦੇ ਹੋਏ ਉਹ ਮਾਹੌਲ ਦੇਖਿਆ ਸੀ, ਜਿਹਦੇ 'ਚ ਅਸੀਂ ਅਪਸ ਵੀ ਦੇਖਿਆ, ਲੋਜ਼ ਵੀ ਦੇਖਿਆ ਇਸ ਫੀਲਡ ਦੇ। ਸੋ ਮੈਂ ਐਜ਼ ਕੰਪੇਅਰਡ ਟੂ ਅਦਰਸ ਮੈਂ ਥੋੜੀ ਜਿਹੀ ਫੈਮਿਲੀਅਰ ਸੀਗੀ। ਸੋ ਅਨੁਰਾਗ ਆਲਰੇਡੀ ਬਹੁਤ ਸਟਰਗਲ ਕਰ ਰਿਹਾ ਸੀ, ਮੈਂ ਵੀ ਕਰ ਰਹੀ ਸੀ, ਉਹ ਮੈਨੂੰ ਸਪੋਰਟ ਕਰਦਾ ਸੀ, ਮੈਂ ਉਹਨੂੰ ਸਪੋਰਟ ਕਰਦੀ ਸੀ। ਔਰ ਬੜੇ ਦਿਨ ਏਦਾਂ ਦੇ ਵੀ ਸਾਡੇ ਹੁੰਦੇ ਸੀ ਕਿ ਸਾਨੂੰ ਦੋਨਾਂ ਨੂੰ ਲੱਗਦਾ ਕਿ ਕੀ ਹੋ ਰਿਹਾ ਹੈ, ਮਤਲਬ ਕਿਉਂ ਸਾਨੂੰ ਮੌਕਾ ਕਿਉਂ ਨਹੀਂ ਮਿਲ ਰਿਹਾ। ਪਰ ਉਸ ਟਾਈਮ ਦੇ ਉੱਤੇ ਸਾਡੇ ਦੋਨਾਂ ਦਾ ਆਪਣੇ ਆਰਟ ਪ੍ਰਤੀ ਜਿਹੜਾ ਪਿਆਰ ਸੀ ਨਾ, ਉਹ ਇੱਕ ਦੂਜੇ ਦਾ ਪਿਆਰ ਤੇ ਹੈ ਹੀ ਸੀ ਸਾਥ ਦੇਣ ਨੂੰ, ਪਰ ਆਪਣੇ ਆਰਟ ਦੇ ਪ੍ਰਤੀ ਸਾਡਾ ਜਿਹੜਾ ਪਿਆਰ ਸੀ ਨਾ, ਉਹਨੇ ਸਾਨੂੰ ਡੋਲਣ ਨਹੀਂ ਦਿੱਤਾ। ਨਾ ਅਨੁਰਾਗ ਨੂੰ ਤੇ ਨਾ ਮੈਨੂੰ ਕਦੇ ਲੱਗਾ ਕਿ ਰਿਜੈਕਸ਼ਨ ਜਿਹੜੀ ਆ ਉਹ ਸਾਨੂੰ ਸਾਡੇ ਗੋਲ ਤੋਂ ਹਟਾ ਸਕਦੀ ਹੈ। ਮੈਨੂੰ ਕਦੇ ਇਦਾਂ ਦੀ ਫੀਲਿੰਗ ਨਹੀਂ ਆਈ ਕਿ ਮੈਨੂੰ ਜੇ ਕੰਮ ਨਾ ਮਿਲਿਆ ਤੇ ਮੈਂ ਐਕਟਰੈਸ ਨਹੀਂ ਰਹੂੰਗੀ, ਏਦਾਂ ਮੈਨੂੰ ਕਦੇ ਨਹੀਂ ਲੱਗਾ। ਤੇ ਅਨੁਰਾਗ ਨੂੰ ਵੀ ਏਦਾਂ ਹੀ ਸੀਗਾ, ਉਹਨੂੰ ਵੀ ਕਦੇ ਏਦਾਂ ਨਹੀਂ ਲੱਗਿਆ ਕਿ ਜੇ ਉਹ ਐਜ਼ ਡਾਇਰੈਕਟਰ ਸਕਸੈਸਫੁਲ ਨਾ ਹੋ ਸਕਿਆ ਤੇ ਉਹ ਇਹ ਲਾਈਨ ਛੱਡ ਦੇਗਾ ਜਾਂ ਉਹ ਡਾਇਰੈਕਟਰ ਨਹੀਂ ਰਹੇਗਾ। ਅਸੀਂ ਦੋਵਾਂ ਨੇ ਵਿਦ ਟਾਈਮ, ਵਿਦ ਆਲ ਦ ਫਰਸਟ੍ਰੇਸ਼ਨਸ ਤੇ ਸਾਰੀਆਂ ਲੋਜ਼ ਵੀ ਦੇਖੇ, ਉਹ ਸਾਰੀਆਂ ਦੇ ਨਾਲ ਸਾਨੂੰ ਹਮੇਸ਼ਾ ਇਹ ਜ਼ਰੂਰ ਰਿਹਾ ਹੈ ਕਿ ਜਿਹੜੀ ਸਿਰਫ ਪੈਸੇ ਕਮਾਉਣੇ ਹੋਣ ਤਾਂ ਤੁਹਾਡੇ ਕੋਲ 1000 ਹੋਰ ਲਾਈਨ ਦਾ ਤੁਸੀਂ ਜਾ ਸਕਦੇ ਹੋ, ਪਰ ਅਸੀਂ ਚੂਜ਼ ਕੀਤਾ ਕਿ ਅਸੀਂ ਇਸ ਫੀਲਡ 'ਚ ਆਉਣਾ ਆ। ਸੋ ਅਸੀਂ ਆਲਰੇਡੀ ਅਵੇਅਰ ਸੀਗੇ ਕਿ ਇਹਦੇ ਉੱਪਰ ਥੱਲੇ ਕੀ ਹੋ ਸਕਦੀਆਂ ਚੀਜ਼ਾਂ, ਸਾਡੀਆਂ ਬਹੁਤ ਚੀਜ਼ਾਂ ਸਟੇਕ ਤੇ ਨੇ। ਬਟ ਐਂਡ ਆਫ ਦ ਡੇ ਜਦੋਂ ਤੁਹਾਨੂੰ ਇਸ ਗੱਲ ਦੀ ਸੈਟੀਸਫੈਕਸ਼ਨ ਹੁੰਦੀ ਹੈ ਕਿ ਜੋ ਤੁਸੀਂ ਕਰਨਾ ਚਾਹੁੰਦੇ ਸੀ ਉਹ ਤੁਸੀਂ ਕਰ ਰਹੇ ਹੋ, ਉਹ ਬਾਕੀ ਸਾਰੀਆਂ ਪਰੇਸ਼ਾਨੀਆਂ ਨਾਲੋਂ ਵੱਡੀ ਹੁੰਦੀ ਹੈ। ਮੈਨੂੰ ਬਹੁਤ ਦੇਰ ਕੰਮ ਨਹੀਂ ਮਿਲਿਆ। ਅਨੁਰਾਗ ਦਾ ਵੀ ਸ਼ੁਰੂ ਦੇ ਵਿੱਚ ਜਦੋਂ ਇੱਕ ਫਿਲਮ ਆਈ ਉਹਨਾਂ ਦੀ ਰਕੀਬ, ਉਹ ਨਹੀਂ ਚੱਲੀ ਬਾਕਸ ਆਫਿਸ ਤੇ। ਹਾਂ, ਸੋ ਉਸ ਤੋਂ ਬਾਅਦ ਹੌਲੀ ਹੌਲੀ ਉਹ 3 ਸਾਲ ਦਾ ਪੀਰੀਅਡ ਸੀਗਾ ਜਿਹੜਾ, ਜਦੋਂ ਉਹਨਾਂ ਨੇ ਦੂਸਰੀ ਫਿਲਮ ਉਹਨਾਂ ਦੀ ਕੋਈ ਨਹੀਂ ਆਈ। ਸੋ ਫਸਟ ਫਿਲਮ ਦੇ ਵਿੱਚ ਤੁਹਾਨੂੰ ਬ੍ਰੇਕ ਮਿਲਣਾ, ਉਸ ਤੋਂ ਬਾਅਦ ਉਹਦਾ ਨਾ ਚੱਲਣਾ, ਫਿਰ 3 ਸਾਲ ਦਾ ਉਹ ਪੀਰੀਅਡ ਸੀ। ਉਹਨਾਂ ਕੋਲ ਬਹੁਤ ਸਾਰੇ ਰੀਜ਼ਨ ਸੀਗੇ ਕਿ ਉਹ ਛੱਡ ਕੇ ਚਲੇ ਜਾਂਦੇ ਜਾਂ ਡਿਪਰੈਸ ਹੋ ਜਾਂਦੇ ਜਾਂ ਬਲੇਮ ਕਰਦੇ ਕਿਸੇ ਨੂੰ ਕਿ ਇਹਦੇ ਕਰਕੇ ਮੇਰਾ ਨਹੀਂ ਹੋਇਆ, ਆਹਦੇ ਕਰਕੇ ਮੇਰਾ ਨਹੀਂ ਹੋਇਆ। ਮੇਰੇ ਕੋਲ ਬਹੁਤ ਸਾਰੇ ਏਦਾਂ ਦੇ ਰੀਜ਼ਨ ਸੀਗੇ ਕਿ ਮੈਂ ਫਰਸਟ੍ਰੇਟ ਹੋ ਜਾਂਦੀ। ਬਟ ਸਾਡਾ ਜਿਹੜਾ ਆਪਣੇ ਕ੍ਰਾਫਟ ਦੇ ਨਾਲ ਪਿਆਰ ਹੈ ਔਰ ਉਹਦੇ 'ਚ ਜਿਹੜੀ ਸਾਡੀ ਗਰੋਥ ਹੈ, ਉਹ
ਉਹ ਬਹੁਤ ਸਾਨੂੰ ਉਹਨੇ ਕਾਇਮ ਰੱਖਿਆ ਇੱਥੇ। ਔਰ ਦੂਜਾ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦੀ ਹਾਂ ਕਿ ਸਟਰਗਲ ਜਿਹੜੀ ਹੈ ਨਾ, ਇਹ ਸਟਰਗਲ ਇਹ ਨਹੀਂ ਹੈ ਕਿ ਤੁਸੀਂ ਆਪਣੀ ਸਕ੍ਰਿਪਟ ਲੈ ਕੇ ਥਾਂ ਥਾਂ ਤੇ ਜਾ ਰਹੇ ਹੋ, ਤੁਸੀਂ ਕਹਿ ਰਹੇ ਹੋ ਕਿ ਪਲੀਜ਼ ਮੇਰੀ ਸਕ੍ਰਿਪਟ ਦੇ ਵਿੱਚ ਮੈਨੂੰ ਪੈਸੇ ਲਾਓ, ਮੈਂ ਡਾਇਰੈਕਟਰ ਬਣਨਾ ਚਾਹੁੰਦਾ, ਜਾਂ ਮੈਂ ਜਾ ਰਹੀ ਹਾਂ ਥਾਂ ਥਾਂ ਤੇ ਕਿ ਮੈਂ ਆਟੋ ਫੜ ਕੇ ਜਾ ਰਹੀ ਹਾਂ ਮੀਂਹ 'ਚ ਕਿ ਮੈਂ ਉੱਥੇ ਆਡੀਸ਼ਨ ਦੇ ਕੇ ਆਵਾਂ, ਮੈਨੂੰ ਰੋਲ ਮਿਲ ਜਾਏ। ਇਹ ਸਟਰਗਲ ਨਹੀਂ ਹੈ, ਇਹ ਬਲੇਸਿੰਗ ਹੈ ਕਿ ਤੁਸੀਂ ਜੋ ਕਰਨਾ ਚਾਹੁੰਦੇ ਹੋ ਉਹਦੇ ਵਾਸਤੇ ਤੁਸੀਂ ਹਿੰਮਤ ਕਰ ਰਹੇ ਹੋ, ਐਫਰਟ ਕਰ ਰਹੇ ਹੋ। ਸਟਰਗਲ, ਹਾਂ ਸਟਰਗਲ ਕੀ ਹੁੰਦੀ ਹੈ ਕਿ ਜਦੋਂ ਤੁਹਾਡੇ ਕੋਲ ਕੰਮ ਨਹੀਂ ਹੈ ਔਰ ਤੁਹਾਨੂੰ ਪਤਾ ਵੀ ਨਹੀਂ ਹੈ ਕਿ ਤੁਹਾਨੂੰ ਕਿੱਥੋਂ ਕੰਮ ਆਣਾ, ਉਸ ਟਾਈਮ ਤੇ ਤੁਸੀਂ ਆਪਣੇ ਆਪ ਨੂੰ ਮੋਟੀਵੇਟਿਡ ਕਿੱਦਾਂ ਰੱਖਦੇ ਹੋ ਕਿ ਮੈਂ ਰੋਜ਼ ਸਵੇਰੇ ਉੱਠਾਂ, ਮੈਂ ਇੱਕ ਮੋਨੋਲੋਗ ਚੱਕਾਂ ਤੇ ਮੈਂ ਉਹਦੀ ਰਿਹਰਸਲ ਕਰਾਂ। ਮੈਨੂੰ ਪਤਾ ਮੈਨੂੰ ਕੋਈ ਆਡੀਸ਼ਨ ਦਾ ਕਾਲ ਨਹੀਂ ਆਉਣਾ, ਜਾਂ ਮੈਨੂੰ ਕੱਲ ਹਜੇ ਆਡੀਸ਼ਨ ਤੋਂ ਮੈਂ ਦੇ ਕੇ ਆਈ ਸੀ, ਮੈਨੂੰ ਉਮੀਦ ਸੀ ਤੇ ਮੈਨੂੰ ਨਾ ਹੋਊਗੀ, ਜਾਂ ਮੈਨੂੰ ਅੰਦਰ ਆਉਣ ਹੀ ਨਹੀਂ ਦਿੱਤਾ, ਪਹਿਲਾਂ ਹੀ ਕਹਿਤਾ ਗਿਆ ਕਿ ਨਹੀਂ ਤੁਸੀਂ ਫਿੱਟ ਨਹੀਂ ਹੋ ਇਸ ਰੋਲ 'ਚ, ਤੁਸੀਂ ਆਡੀਸ਼ਨ ਹੀ ਨਹੀਂ ਦੇ ਸਕਦੇ, ਜਾਂ ਅਨੁਰਾਗ ਨੂੰ ਕਿਹਾ ਗਿਆ ਕਿ ਨਹੀਂ ਇਹ ਸਕ੍ਰਿਪਟ ਸੌਰੀ ਅਸੀਂ ਨਹੀਂ ਪ੍ਰੋਡਿਊਸ ਕਰ ਸਕਦੇ। ਇਹ ਸਟਰਗਲ ਨਹੀਂ ਹੈ, ਉਹ ਸਟਰਗਲ ਉਹ ਹੈ ਕਿ ਜਿੱਥੇ ਤੁਸੀਂ ਇਹ ਸਾਰਾ ਕੁਝ ਜਾਣਦੇ ਹੋਏ ਵੀ ਕਿ ਤੁਹਾਡੇ ਕੋਲ ਕੁਝ ਨਹੀਂ ਹੈ ਔਰ ਪਤਾ ਵੀ ਨਹੀਂ ਹੈ ਕਿ ਕਦੋਂ ਆਣਾ, ਬਟ ਸਟਿਲ ਯੂ ਵੇਕ ਅਪ ਇਨ ਦ ਮਾਰਨਿੰਗ, ਤੁਸੀਂ ਆਪਣੇ ਆਪ ਨੂੰ ਖਿੱਚ ਕੇ ਕਹਿੰਦੇ ਹੋ ਕਿ ਨਹੀਂ ਮੈਂ ਅੱਜ ਆਪਣਾ ਨਵੇਂ ਪਲੇ ਦੀ ਰਿਹਰਸਲ ਕਰਨੀ ਹੈ, ਮੈਂ ਇਸ ਕੈਰੈਕਟਰ ਜਾਂ ਇਦਾਂ ਦਾ ਕੈਰੈਕਟਰ ਮੈਨੂੰ ਮਿਲੇ ਤੇ ਇਹਦੇ ਤੇ ਮੈਂ ਕਿੱਦਾਂ ਕੰਮ ਕਰਨਾ, ਮੈਂ ਕਿੱਦਾਂ ਆਪਣੇ ਆਪ ਨੂੰ ਪ੍ਰੈਜ਼ੈਂਟ ਕਰੂੰਗੀ, ਕੀ ਮੇਰੀ ਬਾਡੀ ਲੈਂਗੁਏਜ ਤੇ ਮੈਂ ਕੰਮ ਕਰ ਸਕਦੀ ਹਾਂ। ਉਹ ਸਟਰਗਲ ਹੈ ਕਿ ਤੁਸੀਂ ਆਪਣੇ ਆਪ ਨੂੰ ਮੋਟੀਵੇਟ ਕਰਨਾ। ਆਹ ਚੀਜ਼ਾਂ ਜਿਹੜੀਆਂ ਆ ਇੱਕ ਵਾਰੀ ਤੁਸੀਂ ਆਪਣੇ ਆਪ ਨੂੰ ਕੁਛ ਨਾ ਹੁੰਦਾ ਆ ਜਦੋਂ ਧੱਕਾ ਮਾਰ ਕੇ ਉਠਾ ਲੈਂਦੇ ਹੋ ਨਾ, ਜਦੋਂ ਫਿਰ ਤੁਸੀਂ ਕਰਨ ਲੱਗ ਜਾਂਦੇ ਹੋ ਫਿਰ ਤੁਹਾਨੂੰ ਆਪੇ ਮਜ਼ਾ ਆਉਣ ਲੱਗ ਜਾਂਦਾ। ਸੋ ਸਾਡੇ ਦੋਨਾਂ ਲਈ ਇੱਕ ਦੂਜੇ ਦਾ ਸਾਥ ਬਹੁਤ ਵਧੀਆ ਸੀ, ਤੇ ਨਾਲ ਨਾਲ ਸਾਡਾ ਆਪਣੇ ਕਰਾਫਟ ਨਾਲ ਜਿਹੜਾ ਪਿਆਰ ਸੀਗਾ ਨਾ, ਉਹਨੇ ਸਾਨੂੰ ਮਤਲਬ ਜਿੱਦਾਂ ਘੋੜੇ ਦੇ ਏਦਾਂ ਲੱਗੇ ਹੁੰਦੇ ਨਾ, ਇੱਧਰ ਉੱਧਰ ਨਹੀਂ ਦੇਖਦਾ, ਸੋ ਉਹ ਸਾਡੀ ਫੋਕਸ ਸਾਡਾ ਉੱਥੇ ਰਿਹਾ। ਅੱਛਾ ਸਰ ਜੀ, ਫਾਦਰ ਸਾਹਿਬ ਇੰਨੇ ਵਧੀਆ ਡਾਇਰੈਕਟਰ ਨੇ, ਇੰਨੀਆਂ ਹਿੱਟ ਫਿਲਮਾਂ ਉਹਨਾਂ ਨੇ ਹਨਾ ਇੰਡਸਟਰੀ ਨੂੰ ਦਿੱਤੀਆਂ, ਸੋ ਮਤਲਬ ਉਹ ਚੀਜ਼ਾਂ ਵੀ ਕਦੀ ਨਹੀਂ ਆਈ? ਬਿਕਾਜ਼ ਅੱਜ ਕੱਲ ਜਿੱਦਾਂ ਤੁਸੀਂ ਬਲੇਮ ਗੇਮ ਦੀ ਹੈ ਨਾ ਗੱਲ ਕੀਤੀ, ਆਪਾਂ ਉੱਤੇ ਵੀ ਆਉਂਗੇ ਜ਼ਰੂਰ ਕਿ ਆਹ ਜਿਹੜੀ ਬਲੇਮ ਗੇਮ ਅੱਜ ਕੱਲ ਚੱਲ ਰਹੀ ਹੈ ਇੰਡਸਟਰੀ ਦੇ ਵਿੱਚ, ਉਹ ਵੀ ਬਹੁਤ ਜ਼ਿਆਦਾ ਚੱਲ ਰਹੀ ਹੈ। ਸਰ ਉਸ ਤੇ ਵੀ ਥੋੜਾ ਜਿਹਾ ਜ਼ਿਕਰ ਉਸਦਾ ਵੀ ਹੋਣਾ ਜ਼ਰੂਰੀ ਹੈ, ਬਟ ਮਤਲਬ ਇੰਨੇ ਸਕਸੈਸਫੁਲ ਡਾਇਰੈਕਟਰ ਤੁਹਾਡੇ ਫਾਦਰ ਸਾਹਿਬ ਰਹੇ, ਕਦੀ ਉਹਨਾਂ ਚੀਜ਼ਾਂ ਨੇ ਤੁਸੀਂ ਕਦੀ ਟਰਾਈ ਨਹੀਂ ਕੀਤਾ ਕਿ ਮਤਲਬ ਉਹਨਾਂ ਦੇ ਕੰਟੈਕਟਸ ਜਾਂ ਉਹਨਾਂ ਦੇ ਲਿੰਕਸ ਦੇ ਨਾਲ ਤੁਸੀਂ ਕੋਈ ਰੋਲ ਪਾ ਸਕੋ ਜਾਂ ਕੋਈ ਇਦਾਂ ਦੀ ਚੀਜ਼ ਹੋ ਸਕੇ? ਦੇਖੋ ਮੈਂ ਜਦੋਂ ਬਹੁਤ ਛੋਟੀ ਸੀਗੀ ਉਸ ਟਾਈਮ ਦੇ ਉੱਤੇ ਤੁਹਾਡੀ ਸਮਝ ਘੱਟ ਹੁੰਦੀ ਹੈ, ਮੈਨੂੰ ਏਦਾਂ ਲੱਗਦਾ ਸੀਗਾ ਕਿ ਮੈਨੂੰ ਪਾਪਾ ਕਾਸਟ ਕਿਉਂ ਨਹੀਂ ਕਰਦੇ, ਔਰ ਮੈਂ ਇਸ ਗੱਲ ਤੋਂ ਅਪਸੈਟ ਵੀ ਹੁੰਦੀ ਸੀ, ਮੈਂ ਝੂਠ ਨਹੀਂ ਕਹੂੰਗੀ। ਮੈਨੂੰ ਲੱਗਦਾ ਸੀ ਮੈਨੂੰ ਕਿਉਂ ਨਹੀਂ ਰੋਲ ਦਿੱਤਾ ਗਿਆ, ਮੈਂ ਪਾਪਾ ਦੇ ਪਲੇ ਦੇ ਵਿੱਚ ਮੈਂ ਵੀ ਤੇ ਮੇਨ ਰੋਲ ਕਰ ਸਕਦੀ ਸੀ, ਮੈਨੂੰ ਕਿਉਂ ਨਹੀਂ ਦਿੱਤਾ ਗਿਆ। ਬਟ ਹੌਲੀ ਹੌਲੀ ਮੈਨੂੰ ਇਹ ਰਿਅਲਾਈਜ਼ ਹੋਣਾ ਸ਼ੁਰੂ ਹੋਇਆ ਕਿ ਸ਼ਾਇਦ ਉਸ ਟਾਈਮ ਦੇ ਉੱਤੇ ਮੈਂ ਉਨੀ ਮੈਚਿਓਰਿਟੀ ਦੇ ਨਾਲ ਉਹ ਪਾਰਟ ਨਹੀਂ ਸੀ ਅਦਾ ਕਰ ਸਕਦੀ ਜਿੰਨਾ ਮੈਨੂੰ ਲੱਗਦਾ ਸੀ। ਜਸਟ ਬਿਕੋਜ਼ ਮੈਂ ਹਰਜੀਤ ਸਿੰਘ ਦੀ ਬੇਟੀ ਆ ਇਸ ਕਰਕੇ ਮੈਨੂੰ ਉਹ ਰੋਲ ਦੇ ਦੇਣ, ਇਹ ਮੇਰਾ ਉਹਨਾਂ ਤੋਂ ਐਕਸਪੈਕਟ ਕਰਨਾ ਗਲਤ ਹੈ, ਤੇ ਉਹਨਾਂ ਦਾ ਵੀ ਮੇਰੇ ਤੋਂ ਐਕਸਪੈਕਟ ਕਰਨਾ ਗਲਤ ਹੈ ਕਿ ਇਹ ਹੁਣ ਮੇਰੀ ਬੱਚੀ ਹੈ ਤੇ ਹੁਣ ਇਹ ਕਰੇ ਜਿੱਦਾਂ ਮਰਜ਼ੀ ਕਰੇ ਕਿਉਂਕਿ ਮੈਂ ਚਾਹੁੰਦਾ ਵੀ ਇਸ ਲਾਈਨ 'ਚ ਜਾਵੇ। ਉਹ ਸਾਡੇ ਦੋਨਾਂ ਦਾ ਹੀ। ਉਸ ਵੇਲੇ ਮੈਨੂੰ ਜਿਹੜੀਆਂ ਗੱਲਾਂ ਦੀਆਂ ਨਾਰਾਜ਼ਗੀਆਂ ਹੁੰਦੀਆਂ ਸੀ, ਅੱਜ ਮੈਂ ਉਹਨਾਂ ਲਈ ਪਾਪਾ ਦੀ ਥੈਂਕਫੁਲ ਹਾਂ। ਔਰ ਮੇਰੇ ਫਾਦਰ ਮੇਰੇ ਸਭ ਤੋਂ ਵੱਡੇ ਕ੍ਰਿਟਿਕ ਰਹੇ। ਅੱਛਾ। ਮੰਮੀ ਏਦਾਂ ਰਹੇ ਹੈ ਕਿ ਮੰਮੀ ਬਹੁਤ ਜ਼ਿਆਦਾ ਇਨਕਰੇਜ ਕਰਦੇ ਆ, ਪਾਪਾ ਵੀ ਇਨਕਰੇਜ ਕਰਦੇ ਆ, ਪਰ ਪਾਪਾ ਨੂੰ ਜੇ ਕੋਈ ਮੇਰੇ ਸੀਨ ਦੇ ਵਿੱਚ ਜਾਂ ਮੇਰੀ ਕਿਸੇ ਉਹਦੇ ਵਿੱਚ ਮੈਨੂੰ ਕੋਈ ਉਹਨਾਂ ਨੂੰ ਚੰਗੀ ਨਹੀਂ ਨਾ ਲੱਗੀ ਤਾਂ ਉਹਨਾਂ ਨੇ ਇਸ ਗੱਲ ਦਾ ਕਦੇ ਲਿਹਾਜ਼ ਨਹੀਂ ਕੀਤਾ ਕਿ ਇਹ ਬੱਚਾ ਡਿਸਕਰੇਜ ਹੋ ਜਾਏਗਾ। ਜੇ ਉਹਨਾਂ ਨੂੰ ਮੈਂ ਪੁੱਛਿਆ ਕਿ ਤੁਹਾਨੂੰ ਮੇਰਾ ਕੰਮ ਕਿੱਦਾਂ ਦਾ ਲੱਗਾ ਤਾਂ ਉਹਨਾਂ ਨੇ ਮੈਨੂੰ ਸਾਫ਼-ਸਾਫ਼ ਮੂੰਹ ਤੇ ਕਿਹਾ। ਉਹ ਇੱਕ ਬਰੂਟਲ ਓਨੈਸਟੀ ਹੈ। ਉਹ ਓਨੈਸਟੀ ਸਿਰਫ ਇਸ ਕਰਕੇ ਨਹੀਂ ਹੈ ਕਿ ਪਾਪਾ ਮੇਰੇ ਨਾਲ ਏਦਾਂ ਰਹੇ ਆ, ਅਸੀਂ ਬੱਚੇ ਵੀ ਆਪਣੇ ਫਾਦਰ ਦੇ ਕੰਮ ਨੂੰ ਲੈ ਕੇ ਉਨੇ ਹੀ ਬਰੂਟਲੀ ਓਨੈਸਟ ਰਹੇ ਹਾਂ, ਆਪਣੇ ਮੰਮੀ ਦੀਆਂ ਰਾਈਟਿੰਗਸ ਨੂੰ ਲੈ ਕੇ ਅਸੀਂ ਉਨੇ ਹੀ ਬਰੂਟਲੀ ਓਨੈਸਟ ਰਹੇ ਹਾਂ। ਔਰ ਅਸੀਂ ਲਿਟਰਲੀ ਇੱਕ ਛੱਤ ਦੇ ਹੇਠਾਂ 6 ਫਰੈਂਡਸ ਵਾਂਗੂ ਵੱਡੇ ਹੋਏ ਆ। ਮੈਂ ਨਹੀਂ ਕਹੂੰਗੀ ਕਿ ਉਹ ਮਾਂ ਪਿਓ ਸੀਗੇ ਤੇ ਅਸੀਂ ਬੱਚੇ ਸੀ ਉਹਨਾਂ ਦੇ, ਅਸੀਂ 6 ਫਰੈਂਡਸ ਸੀਗੇ ਜਿਹੜੇ ਆਪਣੇ ਆਪਣੇ ਕਰਾਫਟ ਨੂੰ ਲੈ ਕੇ ਕੁਛ ਨਾ ਕੁਛ ਕਰਦੇ ਰਹਿੰਦੇ ਸੀ, ਤੇ ਹਰ ਇੱਕ ਨੂੰ ਇੰਨੀ ਖੁੱਲ੍ਹ ਸੀਗੀ ਕਿ ਉਹ ਆਪਣੀ ਓਪੀਨੀਅਨ ਜਿਹੜੀ ਆ ਉਹ ਖੁੱਲ੍ਹ ਕੇ ਰੱਖ ਸਕੇ। ਐਂਡ ਲੱਕੀਲੀ ਅੱਗੋਂ ਮੈਨੂੰ ਜਿਹੜੇ ਮੇਰਾ ਲਾਈਫ ਪਾਰਟਨਰ ਮਿਲਿਆ ਉਹ ਵੀ ਏਦਾਂ ਹੀ ਹੈ। ਅਨੁਰਾਗ ਤੇ ਮੈਂ ਐਕਚੁਅਲੀ ਕੱਲ ਅਸੀਂ ਰਾਤੀ ਗੱਲ ਕਰ ਰਹੇ ਸੀਗੇ ਕਿ ਯਾਰ ਜਿੱਦਾਂ ਤੂੰ ਤੇ ਮੈਂ ਇੱਕ ਦੂਜੇ ਦੇ ਕੰਮ ਨੂੰ ਲੈ ਕੇ ਬਰੂਟਲੀ ਓਨੈਸਟ ਹੁੰਨੇ ਆ ਤੇ ਆਪਾਂ ਖੁੱਲ ਕੇ ਇੱਕ ਦੂਜੇ ਨੂੰ ਦੱਸ ਦਿੰਦਾ, ਲੋਕੀ ਨਹੀਂ ਹੁੰਦੇ। ਸੋ ਅਸੀਂ ਦੋਵੇਂ ਇੱਕ ਦੂਜੇ ਨੂੰ
ਆਪਣੇ ਆਪ ਨੂੰ ਤੇ ਇੱਕ ਦੂਜੇ ਨੂੰ ਇਹ ਗੱਲ ਦੀ ਰਿਮਾਈਂਡ ਕਰਾਉਂਦੇ ਰਹਿੰਦੇ ਆ ਕਿ ਜਦੋਂ ਕਿਸੇ ਹੋਰ ਦੇ ਕੰਮ ਨੂੰ ਕ੍ਰਿਟੀਕਲੀ ਜੇ ਕੋਈ ਤੁਹਾਡੇ ਕੋਲ ਰਾਏ ਪੁੱਛਦਾ ਆ ਤੇ ਥੋੜੇ ਸੌਫਟ ਸ਼ਬਦਾਂ ਦੇ ਵਿੱਚ ਕਹਿਣਾ ਜ਼ਰੂਰੀ ਆ, ਕਿਉਂਕਿ ਪਤਾ ਨਹੀਂ ਅਗਲੇ ਬੰਦੇ ਦਾ ਉਹਨਾਂ ਹਾਜ਼ਮਾ ਹੈ ਕਿ ਨਹੀਂ ਹੈ। ਬਿਲਕੁਲ ਐਗਜ਼ੈਕਟਲੀ। ਬਟ ਮੈਨੂੰ ਲੱਗਦਾ ਕਿ ਟਰੂ ਬਲੇਸਿੰਗ ਹੈ ਤੁਹਾਡੇ ਲਈ, ਲਾਈਕ ਜਿੱਦਾਂ ਤੁਸੀਂ ਕਿਹਾ ਕਿ ਆਪਾਂ 6 ਲੋਕ ਇੱਕ ਘਰ ਦੇ ਵਿੱਚ ਨਾਟ ਐਜ਼ ਨਾ ਕਿ ਉਹ ਮਦਰ ਫਾਦਰ ਹੈਗੇ ਜਾਂ ਆਪਾਂ ਉਹਨਾਂ ਦੇ ਬੱਚੇ ਆ, ਇੱਕ ਫਰੈਂਡ ਦੀ ਤਰ੍ਹਾਂ ਵੱਡੇ ਹੋਏ। ਮੈਨੂੰ ਲੱਗਦਾ ਕਿ ਏਦਾਂ ਦਾ ਮਾਹੌਲ ਹਰ ਫੈਮਿਲੀ ਦੇ ਵਿੱਚ ਹੋਣਾ ਚਾਹੀਦਾ ਹੈ, ਜਿੱਥੇ ਲਿਮਿਟਸ ਵੀ ਹੋਣ, ਬਿਲਕੁਲ ਲਿਮਿਟਸ ਵੀ ਹੋਣ, ਬਟ ਇੱਕ ਤੁਹਾਨੂੰ ਇੱਕ ਇੰਨਾ ਕੁ ਖੁੱਲਾ ਮਾਹੌਲ ਵੀ ਹੋਵੇ ਕਿ ਤੁਸੀਂ ਅੱਛੇ ਤਰੀਕੇ ਨਾਲ ਵੱਧ ਸਕੋ। ਸੋ ਇੰਡਸਟਰੀ ਦੀ ਜੇ ਗੱਲ ਕਰੀਏ, ਤੁਸੀਂ ਪੰਜਾਬੀ ਇੰਡਸਟਰੀ ਵੀ ਦੇਖੀ ਹੈ, ਤੁਸੀਂ ਬਾਲੀਵੁੱਡ ਵੀ ਦੇਖਿਆ ਹੋਇਆ, ਸੋ ਡਿਫਰੈਂਸਸ ਕਿੱਥੇ ਲੱਗਦੇ ਆ ਔਰ ਕੀ ਲੱਗਦਾ ਹੈ ਕਿ ਪੰਜਾਬੀ ਇੰਡਸਟਰੀ ਵਿੱਚ ਐਜ਼ ਕੰਪੈਰੀਟਿਵ ਟੂ ਬਾਲੀਵੁੱਡ ਈਜ਼ੀ ਹੈ ਕੰਮ ਮਿਲਣਾ ਔਰ ਕੰਮ ਕਰਨਾ? ਐਕਚੁਅਲੀ ਇਹ ਈਜ਼ੀ ਕੁਝ ਵੀ ਨਹੀਂ ਹੈ ਤੇ ਮੁਸ਼ਕਿਲ ਵੀ ਕੁਝ ਵੀ ਨਹੀਂ ਹੈ। ਦੋਨੋਂ ਪਾਸੇ ਤੁਹਾਡੀ ਅਲੱਗ-ਅਲੱਗ ਤਰੀਕੇ ਦੀ ਸਟਰਗਲ ਹੈ। ਪੰਜਾਬ ਦੇ ਵਿੱਚ ਵੀ ਇਦਾਂ ਆ ਕਿ ਇੱਕ ਸਰਟਨ ਤਰ੍ਹਾਂ ਦੀਆਂ ਹੀ ਫਿਲਮਾਂ ਬਣ ਰਹੀਆਂ ਹੁਣ, ਬਹੁਤ ਜ਼ਿਆਦਾ ਐਕਸਪੈਰੀਮੈਂਟ ਨਹੀਂ ਹੋ ਰਹੇ। ਮੇਜਰ ਡਿਫਰੈਂਸ ਜਿਹੜਾ ਮੈਨੂੰ ਲੱਗਦਾ ਉਹ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਜਿੱਦਾਂ ਦੀਆਂ ਫਿਲਮਾਂ ਬਣ ਰਹੀਆਂ ਉਹਦੇ ਵਿੱਚ ਐਕਟਰਸ ਜਿਹੜੇ ਆ ਜਾਂ ਈਵਨ ਡਾਇਰੈਕਟਰਸ ਵੀ, ਰਾਈਟਰਸ ਵੀ, ਉਹਨਾਂ ਨੂੰ ਐਕਸਪੈਰੀਮੈਂਟ ਕਰਨ ਤੋਂ ਥੋੜਾ ਜਿਹਾ ਗੁਰੇਜ਼ ਹੈ, ਕਰਦੇ ਨੇ। ਗੁਰੇਜ਼ ਮਜਬੂਰੀ ਆ ਉਹਨਾਂ ਦੀ, ਉਹ ਮਜਬੂਰੀ ਹੈ, ਕਿਉਂਕਿ ਜੇ ਕੋਈ ਤੁਸੀਂ ਡਿਫਰੈਂਟ ਚੀਜ਼ ਬਣਾਉਂਦੇ ਹੋ ਉਹ ਉਨੀ ਜ਼ਿਆਦਾ ਐਕਸੈਪਟੇਬਲ ਨਹੀਂ ਹੁੰਦੀ। ਐਂਡ ਐਂਡ ਆਫ ਦਾ ਡੇ ਦਿਸ ਇਜ਼ ਅ ਬਿਜ਼ਨਸ, ਹੈ ਨਾ। ਜੇ ਹੁਣ ਤੁਸੀਂ ਰੰਗਮੰਚ ਵਾਲੇ ਪਾਸੇ ਜਾ ਕੇ ਦੇਖੋ ਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਐਕਸਪੈਰੀਮੈਂਟਸ ਹੋ ਰਹੇ ਆ, ਹਰ ਤਰੀਕੇ ਦੇ ਨਾਟਕ ਹੋ ਰਹੇ ਆ, ਠੀਕ ਹੈ। ਉਹਦੇ ਵਿੱਚ ਕਿਉਂਕਿ ਪੈਸਾ ਉਸ ਹਿਸਾਬ ਦਾ ਇਨਵੋਲਵਡ ਨਹੀਂ ਹੈ। ਬਟ ਜੇ ਤੁਸੀਂ ਇਹ ਕਹੋ ਜਿੱਦਾਂ ਹੁਣ ਰਾਣਾ ਰਣਬੀਰ ਭਾਜੀ ਨੇ ਸੋਲੋ ਪਲੇ ਆਪਣਾ ਤਿਆਰ ਕੀਤਾ ਸੀਗਾ, ਤਾਂ ਉਹਨਾਂ ਨੇ ਬਹੁਤ ਸਾਰੇ ਸ਼ੋਜ਼ ਕੀਤੇ। ਹੁਣ ਉਹ ਜਿੱਦਾਂ ਦਾ ਉਹ ਪਲੇ ਹੈ ਜਾਂ ਜਿੱਦਾਂ ਦਾ ਉਹਦਾ ਸਬਜੈਕਟ ਹੈ, ਉਹਦੀ ਇੱਕ ਨੀਸ਼ ਆਡੀਅנס ਹੈ। ਉਹ ਨੀਸ਼ ਆਡੀਅנס ਜਿਹੜੀ ਉਹ ਆ ਕੇ ਦੇਖਦੀ ਹੈ ਕਿਉਂਕਿ ਉਹਨਾਂ ਨੂੰ ਉਸ ਆਡੀਅנס ਨੂੰ ਪਤਾ ਹੈ। ਪਰ ਜਿਹੜੇ ਪੰਜਾਬ ਦੇ ਵਿੱਚ ਜਿਹੜੀਆਂ ਫਿਲਮਾਂ ਬਣ ਰਹੀਆਂ, ਉਹ ਫਿਲਮਾਂ ਦੇ ਵਿੱਚ ਇੱਕ ਜਿਹੜੀ ਮੋٹے ਤੌਰ ਤੇ ਇੱਕ ਮੇਨ ਆਡੀਅנס ਨੂੰ ਜਿਹਨੂੰ ਟਾਰਗੇਟ ਕੀਤਾ ਜਾਂਦਾ ਆ, ਉਹ ਇੱਕ ਸਰਟਨ ਤਰ੍ਹਾਂ ਦਾ ਐਂਟਰਟੇਨਮੈਂਟ ਚਾਹੁੰਦੀ ਹੈ। ਸੋ ਕਿਤੇ ਨਾ ਕਿਤੇ ਮਜਬੂਰੀ ਵੀ ਹੈ ਤੇ ਕਿਤੇ ਨਾ ਕਿਤੇ ਕੁਛ ਇਦਾਂ ਦੇ ਲੋਕ ਵੀ ਹੈਗੇ ਜਿਹੜੇ ਪੈਸਾ ਬਣਾਉਣ ਦੀ ਹੋੜ 'ਚ ਵੀ ਉਦਾਂ ਦਾ ਕੰਮ ਕਰੀ ਜਾ ਰਹੇ। ਸੋ ਮੇਜਰ ਡਿਫਰੈਂਸ ਇਹ ਹੈ ਕਿ ਜਦੋਂ ਤੁਸੀਂ ਬਾਲੀਵੁੱਡ 'ਚ ਆ ਕੇ ਕੰਮ ਕਰਦੇ ਹੋ, ਬਾਲੀਵੁੱਡ ਆਈ ਡੋਨਟ ਨੋ ਇਹ ਵਰਡ ਸਹੀ ਹੈ ਕਿ ਨਹੀਂ ਹੈ, ਪਰ ਹਿੰਦੀ ਫਿਲਮ ਇੰਡਸਟਰੀ ਜਾਂ ਇੱਥੇ ਆ ਕੇ ਕਰਦੇ ਹੋ ਤੇ ਉਹਦਾ ਥੋੜਾ ਜਿਹਾ ਵਾਈਡ ਹੋ ਜਾਂਦਾ। ਜਿੱਦਾਂ ਹੁਣ ਜੇ ਤੁਸੀਂ ਰੀਜਨਲ ਸਿਨੇਮਾ ਮਰਾਠੀ ਦਾ ਦੇਖੋ, ਮਤਲਬ ਇਟ ਇਜ਼ ਵੇ ਮੋਰ ਸੁਪੀਰੀਅਰ ਦੈਨ ਆਰ ਸਿਨੇਮਾ, ਕਿਉਂਕਿ ਇੱਥੇ ਦੀ ਆਡੀਅנס ਜਿਹੜੀ ਆ ਉਹ ਸਿਨੇਮਾ ਦੇ ਤੌਰ ਤੇ ਐਜੂਕੇਟਿਡ ਜ਼ਿਆਦਾ ਹੈ। ਆਪਣੀ ਉੱਥੇ ਉਹਨੂੰ ਸਿਰਫ ਐਜੂਕੇਸ਼ਨ ਉਹਨੂੰ ਏਦਾਂ ਲੈਂਦੀ ਹੈ ਕਿ ਹਾਂ ਇਹ ਐਂਟਰਟੇਨਮੈਂਟ ਹੈ, ਵੀ ਅਸੀਂ ਇੰਜੋਏ ਕਰਨ ਜਾਣਾ। ਹੁਣ ਜਿਹੜੇ ਕਿਸਾਨ ਲੋਕ ਆ ਉਹ ਟਰਾਲੀਆਂ ਭਰ ਕੇ ਜਦੋਂ ਆਉਂਦੇ, ਉਹਨਾਂ ਨੂੰ ਉਹ ਐਕਸਪੈਕਟ ਕਰਦੇ ਕਿ ਸਾਨੂੰ ਇੰਜੋਏ ਕਰਾਇਆ ਜਾਵੇ, ਅਸੀਂ ਪਿੰਡਾਂ ਤੋਂ ਆਏ ਆ, ਇੰਨੇ ਔਖੇ ਹੋ ਕੇ ਅਸੀਂ ਟਿਕਟ ਖਰਚ ਰਹੇ ਹਾਂ, ਅਸੀਂ ਇੰਜੋਏ ਕਰਨਾ। ਪਰ ਇੱਥੇ ਤੇ ਜਿਹੜੀ ਆਡੀਅנס ਹੈ ਮਰਾਠੀ ਦੀ, ਕਿਉਂਕਿ ਇਹ ਮਹਾਰਾਸ਼ਟਰ ਦੇ ਵਿੱਚ ਜਿਹੜਾ ਕਲਚਰ ਹੈ ਥੀਏਟਰ ਦਾ ਜਾਂ ਆਰਟਸ ਦਾ, ਉਹ ਹੋਰ ਤਰੀਕੇ ਦਾ ਹੈ। ਇੱਥੇ ਲੋਕ ਜਿਹੜੇ ਥੋੜੇ ਜਿਹੇ ਜ਼ਿਆਦਾ ਰਿਸੈਪਟਿਵ ਨੇ ਐਜ਼ ਕੰਪੇਅਰ ਟੂ ਪੰਜਾਬੀ ਆਡੀਅנס। ਸੋ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਪੰਜਾਬ ਤੋਂ ਉੱਠ ਕੇ ਇੱਥੇ ਆਉਂਦੇ ਹੋ, ਕਿਉਂ ਜਿਹੜਾ ਬੰਬੇ ਆ ਉਹ ਕਿਉਂ ਇੱਕ ਮੱਕਾ ਮਦੀਨਾ ਬਣ ਜਾਂਦਾ ਕਿਸੇ ਵੀ ਐਕਟਰ ਜਾਂ ਡਾਇਰੈਕਟਰ ਜਾਂ ਕਿਸੇ ਵੀ ਟੈਕਨੀਸ਼ੀਅਨ ਵਾਸਤੇ, ਉਹਦਾ ਰੀਜ਼ਨ ਮੇਨ ਇਹੀ ਹੈ ਕਿ ਇੱਥੇ ਆ ਕੇ ਤੁਹਾਨੂੰ ਉਦਾਂ ਦਾ ਐਕਸਪੈਰੀਮੈਂਟ ਕਰਨ ਦਾ ਮੌਕਾ ਮਿਲਦਾ ਜਿੱਦਾਂ ਦਾ ਤੁਸੀਂ ਕੰਮ ਕਰਨਾ ਚਾਹੁੰਦੇ। ਮੈਨੂੰ ਲੱਗਦਾ ਪੰਜਾਬ ਤੋਂ ਉੱਠ ਹਾਂਜੀ ਸੌਰੀ ਜੀ ਪਲੀਜ਼ ਤੁਸੀਂ ਖਤਮ ਕਰੋ ਪਲੀਜ਼। ਮਤਲਬ ਜੇ ਪੰਜਾਬ ਤੋਂ ਉੱਠ ਕੇ ਤੁਸੀਂ ਇੱਥੇ ਆਉਂਦੇ ਹੋ ਤੇ ਮੇਜਰ ਫਰਕ ਇਹੀ ਹੈ, ਟੂ ਆਨਸਰ ਯੂਰ ਕੁਐਸਚਨ, ਕਿ ਉੱਥੇ ਤੁਹਾਨੂੰ ਐਕਸਪੈਰੀਮੈਂਟ ਘੱਟ ਕਰਨ ਨੂੰ ਮਿਲਦਾ। ਜਿੱਦਾਂ ਗੁਰਵਿੰਦਰ ਸਿੰਘ ਜੀ ਦੀਆਂ ਫਿਲਮਾਂ ਨੇ, ਉਹ ਹੈ ਇੱਕਾ ਦੁੱਕਾ ਫਿਲਮਾਂ ਇਦਾਂ ਦੀਆਂ ਬਣਦੀਆਂ ਜਿਹਦੇ ਚ ਤੁਹਾਨੂੰ ਸ਼ਾਇਦ, ਪਰ ਉਹਨਾਂ ਦੀ ਆਡੀਅנס ਪੰਜਾਬ ਚ ਕਿੰਨੀ ਹੈ। ਬਿਲਕੁਲ ਉਹੀ ਐਗਜ਼ੈਕਟਲੀ ਗੱਲ, ਕਿੰਨੇ ਵਰਲਡ ਲੈਵਲ ਤੇ, ਹਾਂ ਵਰਲਡ ਲੈਵਲ ਤੇ ਉਸ ਫਿਲਮ ਨੂੰ ਅਪਰੀਸ਼ੀਏਟ ਕੀਤਾ ਗਿਆ, ਉਹਨੂੰ ਬਹੁਤ ਇੰਜੋਏ ਕੀਤਾ ਗਿਆ। ਹੁਣ ਅਨੁਰਾਗ ਦੀਆਂ ਫਿਲਮਾਂ ਜਿਹੜੀਆਂ ਆਈਆਂ, ਅਨੁਰਾਗ ਪਹਿਲੇ ਦਿਨ ਤੋਂ 1984 ਬਣਾਉਣਾ ਚਾਹੁੰਦਾ ਸੀ, ਉਹਦਾ ਮਨਪਸੰਦ ਸਬਜੈਕਟ ਸੀ, ਉਹ ਡੈਸਪਰੇਟਲੀ ਫੀਲ ਕਰਦਾ ਸੀ ਇਹਦੇ ਬਾਰੇ, ਔਰ ਉਹ ਉਹਨਾਂ ਲੋਕਾਂ, ਉਹਨਾਂ ਮਾਵਾਂ ਤੇ ਬੱਚਿਆਂ ਦੀ ਗੱਲ ਕਰਨਾ ਚਾਹੁੰਦਾ ਸੀ ਜਿਨ੍ਹਾਂ ਦੇ ਉੱਤੇ ਰਾਈਟਸ ਦਾ ਸਭ ਤੋਂ ਜ਼ਿਆਦਾ ਅਸਰ ਹੁੰਦਾ। ਸੋ ਉਹ ਉਦਾਂ ਦੇ ਸਬਜੈਕਟ ਤੇ ਫਿਲਮ ਸ਼ੁਰੂ ਤੋਂ ਬਣਾਉਣਾ ਚਾਹੁੰਦਾ ਸੀ, ਪਰ ਉਹਨੂੰ ਉਹ ਫਿਲਮ ਬਣਾਉਣ ਵਾਸਤੇ ਪਹਿਲਾਂ ਉਹਨੂੰ ਯਾਰਨ ਮੁੱਲੇ ਵੀ ਬਣਾਉਣੀ ਪਈ, ਫਿਰ ਜੱਟ ਐਂਡ ਜੂਲੀਅਟ 1 ਬਣਾਉਣੀ ਪਈ, 2 ਬਣਾਉਣੀ ਪਈ, ਡਿਸਕੋ ਸਿੰਘ ਬਣਾਉਣੀ ਪਈ, ਫਿਰ ਜਾ ਕੇ ਪ੍ਰੋਡਿਊਸਰਸ ਦਾ ਉਹਦੇ ਤੇ ਇੰਨਾ ਯਕੀਨ ਆਇਆ ਕਿ ਸ਼ਾਇਦ ਇਹਦੀਆਂ ਬਣਾਈਆਂ ਹੋਈਆਂ ਫਿਲਮਾਂ 'ਚ ਪੈਸੇ ਮੁੜ ਆਉਣਗੇ। ਔਰ 84 ਜਦੋਂ ਬਣੀ ਆ, ਉਹਨੂੰ ਉਸ ਫਿਲਮ ਨੇ ਬਹੁਤ ਇੱਜ਼ਤ ਵੀ ਦਿੱਤੀ ਔਰ ਉਹਨੂੰ ਆਪ ਨੂੰ ਵੀ ਸੈਟਿਸਫੈਕਸ਼ਨ ਹੋਈ। ਇਹ ਨਹੀਂ ਮੈਂ ਕਹਿੰਦੀ ਕਿ ਬਾਕੀ ਫਿਲਮਾਂ ਨਾਲ ਨਹੀਂ ਹੋਈ, ਉਹਨਾਂ ਨਾਲ ਵੀ ਹੋਈ,
ਪਰ ਇਹ ਹੈ ਕਿ ਜਿਹੜੀ ਵਾਈਡਲੀ ਐਕਸੈਪਟਡ ਉਹਦੀ ਫਿਲਮ ਸੀਗੀ, ਜਿਹਦਾ ਸਭ ਤੋਂ ਜ਼ਿਆਦਾ ਨੰਬਰਸ ਜਿਹਨੇ ਕੀਤੇ, ਉਹ ਸੀਗੀ ਜੱਟ ਐਂਡ ਜੂਲੀਅਟ 2। ਸੋ ਇਹ ਦੱਸਦਾ ਸਾਡੀ ਪੰਜਾਬ ਦੀ ਆਡੀਅנס ਤੇ ਇੱਥੇ ਦੀ ਆਡੀਅנס 'ਚ ਫਰਕ। ਜੀ ਜੀ, ਆਰਟਿਸਟ ਨੂੰ ਲੈ ਕੇ ਗੱਲ ਕਰਾਂ, ਲਾਈਕ ਕੀ ਲੱਗਦਾ ਹੈ ਕਿ ਜਿੱਦਾਂ ਤੁਸੀਂ ਕਿਹਾ ਕਿ ਨਾ ਮੱਕਾ ਮਦੀਨਾ ਬਣ ਜਾਂਦਾ ਜਦੋਂ ਮੁੰਬਈ ਕਹੂੰਗੀ ਜਾਂ ਮਾਇਆ ਨਗਰੀ ਕਹੂੰਗੀ, ਕਿ ਮੱਕਾ ਮਦੀਨਾ ਬਣ ਜਾਂਦਾ ਜਦੋਂ ਕੋਈ ਪੰਜਾਬ ਤੋਂ ਜਾਂ ਕੋਈ ਵੀ ਰੀਜਨਲ ਸਿਨੇਮਾ ਕਰਨ ਵਾਲਾ ਇੱਕ ਸ਼ਖਸ ਜਾਂ ਇੱਕ ਆਰਟਿਸਟ ਜਦੋਂ ਮੁੰਬਈ ਆਉਂਦਾ ਹੈ, ਤਾਂ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਐਟੀਟਿਊਡ 'ਚ ਵੀ ਚੇਂਜ ਆ ਜਾਂਦਾ ਹੈ? ਕਿਉਂਕਿ ਜਦੋਂ ਉਹ ਇੱਥੇ ਕੰਮ ਕਰਦੇ ਆ ਬਿਲਕੁਲ ਕੰਫਰਟ ਜ਼ੋਨ ਵਿੱਚ ਹੋ ਕੇ ਕੰਮ ਕਰਦੇ ਆ, ਹੈ ਨਾ, ਉਹਨਾਂ ਨੂੰ ਹੁੰਦਾ ਹੈ ਕਿ ਆਪਾਂ ਤਾਂ ਆਡੀਸ਼ਨਸ ਵੀ ਨਹੀਂ ਕਈ ਵਾਰ ਦੇਣੇ, ਔਰ ਕਈ ਵਾਰ ਆਡੀਸ਼ਨਸ ਹੁੰਦੇ ਵੀ ਨਹੀਂ ਹੈ, ਕਈ ਵਾਰ ਤਾਂ ਐਕਟਰ ਨੂੰ ਰੱਖ ਕੇ ਜਿਹੜੀ ਹੈ ਫਿਲਮ ਸੋਚੀ ਜਾਂਦੀ ਹੈ, ਬਣਾਈ ਜਾਂਦੀ ਹੈ ਕਿ ਆਪਾਂ ਇਸ ਐਕਟਰ ਨੂੰ ਸਟਾਰ ਨੂੰ ਲੈਣਾ, ਫਿਰ ਫਿਲਮ ਬਣਦੀ ਹੈ। ਸੋ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਐਟੀਟਿਊਡ 'ਚ ਵੀ ਚੇਂਜ ਆ ਜਾਂਦਾ ਥੋੜਾ? ਐਟੀਟਿਊਡ 'ਚ ਪਹਿਲਾਂ ਤਾਂ ਨਹੀਂ ਸੀਗਾ ਯਾਰ ਚੇਂਜ, ਪਰ ਹੁਣ ਮੈਂ ਰੀਸੈਂਟ ਟਾਈਮ 'ਚ ਮੈਂ ਪਰਸਨਲ ਐਕਸਪੀਰੀਅੰਸ ਤੋਂ ਦੱਸ ਰਹੀ ਹਾਂ, ਕਿਉਂਕਿ ਜਦੋਂ ਸੁਪਰ ਸਿੰਘ ਬਣ ਰਹੀ ਸੀ ਤੇ ਸੁਪਰ ਸਿੰਘ ਦੇ ਟਾਈਮ ਦੇ ਉੱਤੇ ਮੈਂ ਆਈ ਵਾਸ ਕੈਰਿੰਗ ਅ ਬੇਬੀ, ਆਈ ਵਾਸ 7 months ਪ੍ਰੈਗਨੈਂਟ, ਜਦੋਂ 6-7 months ਪ੍ਰੈਗਨੈਂਟ, ਤੇ ਮੈਂ ਟਰੈਵਲਿੰਗ ਅਵੋਇਡ ਕਰ ਰਹੀ ਸੀ, ਇਸ ਕਰਕੇ ਮੈਂ ਪੰਜਾਬ ਨਹੀਂ ਸੀ ਜਾ ਸਕਦੀ। ਤੇ ਉਸ ਫਿਲਮ ਦੀ ਕਾਸਟਿੰਗ ਜਿਹੜੀ ਹੈ ਉਹ ਮੈਂ ਕੀਤੀ ਸੀ, ਮੈਂ ਤੇ ਇੱਕ ਹੋਰ ਬਾਹਰ ਦੀ ਕਾਸਟਿੰਗ ਕਿਸੇ ਹੋਰ ਨੇ ਕੀਤੀ ਸੀ, ਇੱਥੇ ਦੀ ਕਾਸਟਿੰਗ ਮੈਂ ਕੀਤੀ ਸੀ। ਸੋ ਉਸ ਟਾਈਮ ਦੇ ਉੱਤੇ ਜਿਹੜਾ ਉਦੋਂ ਤੱਕ ਕੀ ਹੋ ਗਿਆ ਸੀਗਾ ਕਿ ਬਹੁਤ ਸਾਰੀਆਂ ਇਦਾਂ ਦੀਆਂ ਫਿਲਮਾਂ ਜਿਹੜੀਆਂ ਪੰਜਾਬੀ ਬੈਕਡ੍ਰੌਪ ਤੇ ਨੇ, ਉਹ ਪੰਜਾਬ ਦੇ ਵਿੱਚ ਬਣ ਗਈਆਂ ਸੀ। ਉੜਤਾ ਪੰਜਾਬ ਆ ਚੁੱਕੀ ਸੀ, ਇਦਾਂ ਦੀਆਂ ਹੋਰ ਕਾਫੀ ਸਾਰੀਆਂ ਫਿਲਮਾਂ ਆ ਚੁੱਕੀਆਂ ਸੀ, ਜਿਹੜੇ ਬਹੁਤ ਸਾਰੇ ਆਰਟਿਸਟ ਛੋਟੇ ਵਾਲੇ ਰੋਲਸ ਕਰਦੇ ਸੀਗੇ, ਜਾਂ ਜਿਹੜੇ ਕੈਰੈਕਟਰ ਆਰਟਿਸਟ ਜਿਨ੍ਹਾਂ ਨੂੰ ਕਹਿੰਦੇ ਆ ਉਹ ਕਰਦੇ ਸੀਗੇ, ਉਹ ਸਾਰੇ ਦੇ ਸਾਰੇ ਐਕਟਰਸ ਨੂੰ ਭਰਪੂਰ ਕੰਮ ਮਿਲ ਰਿਹਾ ਸੀ। ਔਰ ਮੈਂ ਆਈ ਵਾਸ ਅੰਡਰ ਦਿਸ ਇੰਪ੍ਰੈਸ਼ਨ ਕਿ ਜੇ ਤੁਹਾਨੂੰ ਕੰਮ ਮਿਲ ਰਿਹਾ ਤੇ ਤੁਹਾਡੇ ਵਿੱਚ ਇੱਕ ਚਿਣਗ ਹੋਰ ਹੁੰਦੀ ਹੈ ਕਿ ਅਸੀਂ ਨਵੇਂ-ਨਵੇਂ ਐਕਸਪੈਰੀਮੈਂਟ ਕਰੀਏ। ਪਰ ਬਿਲਕੁਲ ਉਹ ਤੋਂ ਉਲਟ ਹੁਣ ਮੇਰੀ ਇਹ ਪ੍ਰੋਬਲਮ ਸੀਗੀ ਕਿ ਮੈਂ ਟਰੈਵਲ ਨਹੀਂ ਸੀ ਕਰ ਸਕਦੀ। ਸੋ ਮੈਂ ਜਿਹੜੇ ਵੀ ਐਕਟਰ ਦੇ ਨਾਲ ਗੱਲ ਕਰ ਰਹੀ ਸੀ, ਮੈਂ ਉਹਨਾਂ ਨੂੰ ਕਹਿ ਰਹੀ ਸੀ ਕਿ ਤੁਸੀਂ ਮੈਨੂੰ ਇੱਕ ਆਪਣਾ ਆਡੀਸ਼ਨ ਜਿਹੜਾ ਆ ਪਲੀਜ਼ ਮੈਨੂੰ ਰਿਕਾਰਡ ਕਰਕੇ ਭੇਜ ਦਿਓ। ਤਾਂ ਮੈਨੂੰ ਇੰਨਾ ਕੁਛ ਉਦੋਂ ਸੁਣਨਾ ਪਿਆ, ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਮਤਲਬ ਪ੍ਰੈਗਨੈਂਸੀ 'ਚ ਜਿਹੜਾ ਸਟ੍ਰੈਸ ਮੈਨੂੰ ਉਸ ਚੀਜ਼ ਨੇ ਦਿੱਤਾ ਨਾ, ਉਹ ਕਿਸੇ ਨੇ ਨਹੀਂ ਦਿੱਤਾ। ਬਾਕੀ ਮੇਰੀ ਸਾਰੀ ਪ੍ਰੈਗਨੈਂਸੀ ਬਹੁਤ ਸਮੂਥ ਗਈ। ਮੈਂ ਹੁਣ ਅਨੁਰਾਗ ਨਾਲ ਵੀ ਇਹ ਗੱਲ ਨਹੀਂ, ਹਾਂ ਮੈਂ ਅਨੁਰਾਗ ਨਾਲ ਵੀ ਇਹ ਗੱਲ ਨਹੀਂ ਸ਼ੇਅਰ ਕਰ ਸਕਦੀ, ਬਿਕੋਜ਼ ਹੀ ਆਲਰੇਡੀ ਹੈਜ਼ ਸੋ ਮਚ ਔਨ ਹਿਜ਼ ਮਾਈਂਡ, ਕਿਉਂਕਿ ਉਹ ਬੀਇੰਗ ਡਾਇਰੈਕਟਰ ਨੇ ਬਹੁਤ ਕੁਛ ਕਰਨਾ। ਸੋ ਉਹਨੇ ਉਸ ਟਾਈਮ ਦੇ ਉੱਤੇ ਜਿਹੜਾ ਮੈਂ ਐਕਟਰਸ ਨੂੰ ਫੋਨ ਕਰਦੀ ਸੀ ਨਾ, ਮਤਲਬ ਉਹ ਅਫੈਂਡ ਹੋ ਜਾਂਦੇ ਸੀ ਕਿ ਤੁਸੀਂ ਮੈਨੂੰ ਆਡੀਸ਼ਨ ਲਈ ਕਹਿ ਰਹੇ ਹੋ। ਮਤਲਬ ਮੈਡਮ ਮੈਂ 20 ਸਾਲ ਹੋ ਗਏ ਮੈਨੂੰ ਕੰਮ ਕਰਦੇ ਨੂੰ। ਮੈਂ ਕਿਹਾ ਸਰ ਮੈਂ ਇਹ ਬਿਲਕੁਲ ਨਹੀਂ ਕਹਿ ਰਹੀ ਕਿ ਤੁਹਾਨੂੰ ਤੁਹਾਡੇ ਕੰਮ ਤੇ ਮੈਂ ਉਹ ਨਹੀਂ ਕਰ ਰਹੀ, ਇਹ ਡਾਇਰੈਕਟਰ ਦੀ ਰਿਕੁਆਇਰਮੈਂਟ ਹੈ ਕਿ ਤੁਹਾਨੂੰ ਉਸ ਰੋਲ ਦੇ ਵਿੱਚ ਉਸ ਡਾਇਲੌਗ ਨੂੰ ਬੋਲਦਿਆਂ ਹੋਇਆ ਵੇਖਣਾ ਚਾਹੁੰਦਾ। ਸਾਨੂੰ ਤੁਹਾਡੀ ਜੇ ਤੁਹਾਨੂੰ ਇਸ ਰੋਲ 'ਚ ਨਾ ਲਿਆ ਜਾਏਗਾ, ਉਹਦਾ ਰੀਜ਼ਨ ਇਹ ਬਿਲਕੁਲ ਨਹੀਂ ਹੈ ਕਿ ਤੁਸੀਂ ਐਕਟਿੰਗ ਨਹੀਂ ਕਰ ਸਕਦੇ। ਤੇ ਉਹ ਪਰ ਉਹ ਬਿਯੋਂਡ ਸੀ, ਮਤਲਬ ਉਹ ਗੱਲਾਂ ਪਹੁੰਚਦੀਆਂ ਨਹੀਂ ਸੀ। ਪੰਜਾਬ ਦੇ ਐਕਟਰਸ ਨੂੰ ਆਡੀਸ਼ਨ ਦੇਣਾ ਮਤਲਬ ਕਿ ਉਹਨਾਂ ਨੂੰ ਇਨਸਲਟ ਲੱਗਦੀ ਹੈ ਕਿ ਮਤਲਬ ਆਡੀਸ਼ਨ ਕਹਿ ਰਹੇ ਮੈਨੂੰ, ਇਹ ਕਿੱਦਾਂ ਕਹਿਤਾ ਮੈਨੂੰ। ਮਤਲਬ ਤੁਸੀਂ ਐਕਟਰ ਹੋ, ਜੇ ਤੁਹਾਨੂੰ ਆਡੀਸ਼ਨਸ ਲਈ ਨਹੀਂ ਕਿਹਾ ਜਾਏਗਾ ਤੇ ਹੋਰ ਕਿਹਨੂੰ ਕਿਹਾ ਜਾਏਗਾ। ਤੇ ਮਤਲਬ ਆਡੀਸ਼ਨ ਦੇਣਾ ਕੋਈ ਇਦਾਂ ਥੋੜੀ ਹੈ ਵੀ ਮੈਂ ਤੁਹਾਨੂੰ ਸੱਚੀ ਦੱਸਾਂ, ਮੇਰਾ ਪਰਸਨਲ ਐਕਸਪੀਰੀਅੰਸ, ਮੈਂ ਅੱਜ ਤੱਕ ਜਿੰਨੇ ਵੀ ਆਡੀਸ਼ਨਸ, ਮੈਨੂੰ ਕਾਊਂਟ ਭੁੱਲ ਚੁੱਕਾ ਮੈਂ ਕਿੰਨੇ ਆਡੀਸ਼ਨਸ ਦਿੱਤੇ, ਬਹੁਤ ਸਾਰੇ ਦਿੱਤੇ ਆ। ਔਰ ਮੈਂ ਉਹਨਾਂ ਆਡੀਸ਼ਨਸ ਤੇ ਵੀ ਗਈ ਹਾਂ ਜਿਨ੍ਹਾਂ ਦਾ ਮੈਨੂੰ ਪਤਾ ਹੈ ਕਿ ਮੈਂ ਨਹੀਂ ਕਰਨਾ। ਓਕੇ, ਉਹਦਾ ਰੀਜ਼ਨ ਕੀ ਹੈ ਕਿ ਜਿੱਦਾਂ ਆਪਾਂ ਕਲਾਸ ਦੇ ਵਿੱਚ ਆਪਾਂ ਕਲਾਸ ਟੈਸਟ ਹੁੰਦਾ ਸੀ, ਸਰਪ੍ਰਾਈਜ਼ ਟੈਸਟ, ਛੋਟੇ ਹੁੰਦੇ ਸੀ ਆਪਾਂ ਸਕੂਲ 'ਚ ਕਲਾਸ ਟੈਸਟ ਹੁੰਦੇ ਸੀ। ਸਾਨੂੰ ਏਦਾਂ ਲੱਗਦਾ ਹੁੰਦਾ ਸੀਗਾ ਕਿ ਯਾਰ ਟੀਚਰ ਇੱਕਦਮ ਏਦਾਂ ਟੈਸਟ ਪਾ ਦਿੰਦੀ ਸੀ ਦੇਖਣ ਵਾਸਤੇ ਕਿ ਕਿਹੜਾ ਬੱਚਾ ਕਿੱਥੇ ਹੈ। ਹੁਣ ਮੈਂ ਹਮੇਸ਼ਾ ਤੋਂ ਆਡੀਸ਼ਨ ਨੂੰ ਕਲਾਸ ਟੈਸਟ ਵਾਂਗੂ ਲਿਆ ਕਿ ਸਡਨਲੀ ਮੈਨੂੰ ਆਊਟ ਆਫ ਦ ਬਲੂ ਇੱਕ ਸਕ੍ਰਿਪਟ ਆਈ ਹੈ ਤੇ ਮੈਂ ਉਹਦੇ ਨਾਲ ਕੀ ਕਰ ਸਕਦੀ ਹਾਂ। ਮੈਂ ਆਡੀਸ਼ਨ ਤੇ ਦਵਾਂ, ਫਿਰ ਉਸ ਤੋਂ ਬਾਅਦ ਮੈਂ ਦੇਖੂੰਗੀ ਮੈਂ ਕਰਨਾ ਕਿ ਨਹੀਂ ਕਰਨਾ। ਬਿਲਕੁਲ। ਔਰ ਮੇਰਾ ਆਪਣਾ, ਮੈਂ ਆਪਣੀਆਂ ਨਜ਼ਰਾਂ 'ਚ ਮੈਂ ਟੈਸਟ ਕਰਦੀ ਸੀ। ਔਰ 1000 ਵਾਰ ਮੇਰੇ ਨਾਲ ਏਦਾਂ ਹੋਇਆ ਕਿ ਮੈਂ ਆਡੀਸ਼ਨ ਦੇ ਕੇ ਵਾਪਸ ਆਈ ਆ ਔਰ ਸ਼ਾਇਦ ਉਹ ਮੈਨੂੰ ਰੋਲ ਮਿਲ ਵੀ ਜਾਵੇ, ਮੈਨੂੰ ਓਕੇ ਵੀ ਕਰ ਦੇਣ, ਸਾਰਾ ਵੀ ਕਰ ਦੇਣ, ਪਰ ਮੈਨੂੰ ਲੱਗੇ ਨਹੀਂ ਯਾਰ ਮੈਂ ਆਡੀਸ਼ਨ 'ਚ ਸਹੀ ਨਹੀਂ ਸੀ ਕੀਤਾ। ਮੈਨੂੰ ਲੱਗਦਾ ਮੈਂ ਏਦਾਂ ਅਪਰੋਚ ਕਰਦੀ ਤਾਂ ਬੈਟਰ ਹੁੰਦਾ। ਸੋ ਮੇਰਾ ਉਹ ਰਿਆਜ਼ ਹੈ। ਤੇ ਆਡੀਸ਼ਨ ਦੇਣ ਤੋਂ ਐਕਟਰਸ ਨੂੰ ਇਨਸਲਟ ਫੀਲ ਹੋਣਾ ਤਾਂ ਮਤਲਬ ਇਟਸ ਬਿਯੋਂਡ ਮੀ, ਮੈਨੂੰ ਸਮਝ ਹੀ ਨਹੀਂ ਆਉਂਦਾ ਇਹ ਕਿਉਂ। ਸੋ ਇਹ ਐਟੀਟਿਊਡ ਦਾ ਫਰਕ ਆਇਆ ਇੱਥੇ। ਬੰਬੇ ਦੇ ਐਕਟਰਸ ਇਹ ਮੰਨ ਕੇ ਚੱਲਦੇ ਆ ਕਿ ਜੇ ਅਸੀਂ ਐਕਟਰਸ ਆ ਤੇ ਸਾਨੂੰ ਆਡੀਸ਼ਨ ਦੇਣਾ ਪੈਣਾ, ਭਾਵੇਂ ਖੁਸ਼ ਹੋ ਕੇ ਦੇਣ, ਭਾਵੇਂ ਉਹ ਨਾ ਖੁਸ਼ ਹੋ ਕੇ ਦੇਣ। ਓਕੇ, ਮਤਲਬ ਕਲੈਰਿਟੀ ਕਿਤੇ ਨਾ ਕਿਤੇ ਹਜੇ ਵੀ ਨਹੀਂ ਬਣ ਪਾਈ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਕਿ ਐਕਟਿੰਗ, ਅਗਰ ਤੁਸੀਂ ਕੋਈ ਆਡੀਸ਼ਨ ਦੇਣਾ ਤਾਂ ਮਤਲਬ ਇਹ ਨਹੀਂ ਕਿ ਤੁਹਾਡੀ ਐਕਟਿੰਗ ਤੇ ਸ਼ੱਕ ਕੀਤਾ ਜਾ ਰਿਹਾ, ਇਹਦਾ ਮਤਲਬ ਕਿ ਤੁਸੀਂ ਜੋ ਕਰੈਕਟਰ ਹੈ ਤੁਹਾਡੇ ਲਈ ਬਣਿਆ ਹੈ ਕਿ ਨਹੀਂ ਬਣਿਆ ਹੈ ਨਾ। ਸੋ ਇਹ ਕਲੈਰਿਟੀ ਐਗਜ਼ੈਕਟਲੀ ਬਿਲਕੁਲ ਹੋਣੀ ਜ਼ਰੂਰੀ ਹੈ। ਸੋ ਹੁਣ ਆਪਾਂ ਜਿੱਦਾਂ ਅੱਜ ਕੱਲ ਦੇ ਮਾਹੌਲ ਤੇ ਚੱਲਦਾ, ਤੁਹਾਨੂੰ ਪਤਾ ਬੀਤਦੇ ਨਹੀਂ ਹੈ ਨਾ, ਪਿਛਲੇ ਮੈਨੂੰ ਲੱਗਦਾ 14 ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਹੈ ਨਾ 14 ਜੂਨ ਨੂੰ ਜਿਹੜੀ ਹੈ
ਉਹਨਾਂ ਦੀ ਡੈਥ ਹੋਈ ਹੈ। ਸੋ ਉਸ ਤੋਂ ਬਾਅਦ ਓਬਵੀਅਸਲੀ ਤੁਸੀਂ ਵੀ ਦੇਖ ਰਹੇ ਹੋ ਲਗਾਤਾਰ ਸੋਸ਼ਲ ਮੀਡੀਆ ਤੇ ਕੀ ਹੋ ਰਿਹਾ ਹੈ ਨਾ, ਕਿੰਨੀਆਂ ਚੀਜ਼ਾਂ ਨਿਕਲ ਕੇ ਆ ਰਹੀਆਂ, ਨੈਪੋਟਿਜ਼ਮ ਔਰ ਜਿਹੜੀ ਲੌਬੀਜ਼ ਹੈ ਉਹਨਾਂ ਦੀ ਗੱਲ ਕਿੰਨੀ ਉੱਠ ਕੇ ਆ ਰਹੀ ਹੈ। ਬਟ ਆਪਾਂ ਜਦੋਂ, ਮੈਂ ਥੋੜਾ ਜਿਹਾ ਸ਼ਾਇਦ ਮੇਰਾ ਸਵਾਲ ਥੋੜਾ ਲੰਬਾ ਖਿਚੋ ਜਾਵੇ, ਬਟ ਮੈਂ ਜ਼ਰੂਰ ਥੋੜੇ ਐਗਜ਼ਾਮਪਲਸ ਨਾਲ ਬੋਲਣਾ ਚਾਹੂੰਗੀ ਕਿ ਜਦੋਂ ਆਪਾਂ ਸ਼ੁਰੂਆਤ ਤੋਂ ਦੇਖਦੇ ਹਾਂ, ਜਦੋਂ ਹਿੰਦੀ ਸਿਨੇਮਾ ਸ਼ੁਰੂ ਹੋਇਆ ਹੈ ਨਾ, ਬੰਬੇ ਟਾਕੀਜ਼ ਤੋਂ ਜੇ ਆਪਾਂ ਗੱਲ ਕਰੀਏ, ਸੋ ਉਦੋਂ ਤੋਂ ਹੀ ਲੈ ਕੇ ਜਿਹੜੀਆਂ ਹੈ ਬਾਲੀਵੁੱਡ ਦੇ ਨਾਲ ਜਾਂ ਹਿੰਦੀ ਸਿਨੇਮਾ ਦੇ ਨਾਲ ਕੰਟਰੋਵਰਸੀ ਜੁੜਦੀਆਂ ਆਈਆਂ ਹੈ ਨਾ। ਮੁਹੰਮਦ ਯੂਸਫ ਖਾਨ ਨੂੰ ਕਿਹਾ ਗਿਆ ਕਿ ਤੁਸੀਂ ਜੇਕਰ ਇਸ ਇੰਡਸਟਰੀ ਵਿੱਚ ਸਰਵਾਈਵ ਕਰਨਾ ਹੈ ਤਾਂ ਤੁਹਾਨੂੰ ਆਪਣਾ ਮੁਸਲਿਮ ਨਾਮ ਛੱਡ ਕੇ ਜਿਹੜਾ ਹੈ ਹਿੰਦੀ ਨਾਮ ਰੱਖਣਾ ਚਾਹੀਦਾ ਹੈ ਨਾ, ਹਿੰਦੂ ਨਾਮ ਰੱਖਣਾ ਚਾਹੀਦਾ, ਤੇ ਉਹਨਾਂ ਨੇ ਦਿਲੀਪ ਕੁਮਾਰ ਰੱਖਿਆ ਹੈ ਨਾ। ਉਸ ਤੋਂ ਬਾਅਦ ਮੰਟੋ ਇੰਨੀ ਵਧੀਆ ਉਹਨਾਂ ਦੀ ਲਿਖਤਾਂ ਸੀਗੀਆਂ, ਇੰਨੇ ਵਧੀਆ ਰਾਈਟਰ ਸੀਗੇ, ਫਿਰ ਵੀ ਉਹਨਾਂ ਨੂੰ ਐਂਡ ਵਿੱਚ ਕਿਹਾ ਜਾਂਦਾ ਕਿ ਉਹ ਸਫਲ ਹੀ ਨਹੀਂ ਸੀਗੇ ਕਦੀ, ਹੈ ਨਾ। ਤੇ ਇਹ ਅਜਿਹੀਆਂ ਚੀਜ਼ਾਂ ਤੋਂ ਬਾਅਦ ਕੁਝ ਅਜਿਹੇ ਆਪਾਂ ਆਰਟਿਸਟ ਦੇਖੇ ਜਿਨ੍ਹਾਂ ਨੂੰ ਆਪਣੇ ਅੰਤ ਸਮੇਂ ਦੇ ਵਿੱਚ ਚੌਕੀਦਾਰ ਦਾ ਕਿਤੇ ਕੰਮ ਕਰਨਾ ਪੈ ਰਿਹਾ ਹੈ ਨਾ, ਇੰਨੀ ਮਜਬੂਰੀ ਹੋ ਗਈ ਹੈ। ਇੱਕ ਸਮੇਂ ਤੇ ਜਿੰਨੇ ਬਹੁਤ ਵੱਡੇ ਸੁਪਰਸਟਾਰ ਸੀਗੇ, ਸੋ ਕਦੀ ਇਸ ਇੰਡਸਟਰੀ ਵਿੱਚ ਆ ਜਾਂਦਾ ਹੈ ਕਿ ਇੱਥੇ ਕਾਸਟਿੰਗ ਕਾਊਚ ਹੈ, ਕਦੀ ਇਸ ਇੰਡਸਟਰੀ ਵਿੱਚ ਸਕੈਮ ਦੇਖਣ ਨੂੰ ਮਿਲਦੇ, ਸਕੈਂਡਲ ਦੇਖਣ ਨੂੰ ਮਿਲਦੇ, ਕਦੀ ਕਿਹਾ ਜਾਂਦਾ ਹੈ ਕਿ ਅੰਡਰਵਰਲਡ ਦਾ ਜਿਹੜਾ ਹੈ ਪੈਸਾ ਇੱਥੇ ਲੱਗਿਆ ਹੋਇਆ ਹੈ, ਕਦੀ ਫਿਰ ਆਪਾਂ ਦੇਖਦੇ ਹਾਂ ਕਿ ਇੱਥੇ ਮੀ ਟੂ ਹੈ, ਕਦੀ ਅਸੀਂ ਦੇਖਦੇ ਹਾਂ ਕਿ ਇੱਥੇ ਨੈਪੋਟਿਜ਼ਮ ਹੈ। ਸੋ ਤੁਸੀਂ ਕੀ ਸਮਝਦੇ ਹੋ ਬੀਇੰਗ ਅ ਪਾਰਟ ਆਫ ਦਿਸ ਇੰਡਸਟਰੀ, ਕਿ ਵਾਕਈ ਜਿਸ ਇੰਡਸਟਰੀ ਨੇ ਸਾਨੂੰ ਰਹਿਣ ਦੇ ਤੌਰ ਤਰੀਕੇ ਸਿਖਾਏ, ਲਾਈਫ ਸਟਾਈਲ ਦਿਖਾਇਆ, ਐਂਟਰਟੇਨ ਕੀਤਾ, ਕਿ ਵਾਕਈ ਉਹ ਇੰਡਸਟਰੀ ਇੰਨੀ ਕਰੂਰ ਹੈ, ਇੰਨੀ ਜ਼ਾਲਮ ਹੈ ਅੰਦਰੋਂ? ਦੇਖੋ, ਜਿਹੜੀ ਤੁਸੀਂ ਗੱਲਾਂ ਕਹਿ ਰਹੇ ਹੋ ਅੰਡਰਵਰਲਡ ਦਾ ਪੈਸਾ ਜਾਂ ਜਾਤੀਵਾਦ ਕਰਨਾ ਜਾਂ ਤੁਸੀਂ ਆਪਣਾ ਨਾਮ ਚੇਂਜ ਕਰ ਲਓ, ਇਹ ਗੱਲਾਂ ਜਿਹੜੀਆਂ ਆ ਇਹ ਇੰਡਸਟਰੀ ਦੇ ਵਿੱਚ ਹੋਣਗੀਆਂ, ਹੈਗੀਆਂ ਆ, ਆਪਾਂ ਉਹਨਾਂ ਦੇ ਬਹੁਤ ਸਾਰੀਆਂ ਚੀਜ਼ਾਂ ਵਿਟਨੈਸ ਵੀ ਕੀਤੀਆਂ। ਪਰ ਮੇਰਾ ਇਹ ਕਹਿਣਾ ਆ ਕਿ ਇਹ ਸਿਰਫ ਇੰਡਸਟਰੀ 'ਚ ਨਹੀਂ ਹੈ, ਹਰ ਫੀਲਡ 'ਚ, ਹਰ ਫੀਲਡ 'ਚ ਇਹ ਗੱਲਾਂ ਤੁਸੀਂ ਹਰ ਫੀਲਡ 'ਚ ਦੇਖੋਗੇ। ਤੁਸੀਂ ਮੀ ਟੂ ਵਾਲਾ ਮੂਵਮੈਂਟ ਜਦੋਂ ਤੁਸੀਂ ਇਹ ਸਟਾਰਟ ਹੋਇਆ ਆ, ਉਹ ਤੁਸੀਂ ਹਰ ਫੀਲਡ ਦੀ ਔਰਤ ਨੇ ਆ ਕੇ ਦੱਸਿਆ ਕਿ ਮੇਰੇ ਨਾਲ ਕੀ ਹੋਇਆ ਜਾਂ ਮੈਂ ਆ ਚੀਜ਼ ਭੁਗਤੀ। ਇੰਡਸਟਰੀ ਦੇ ਵਿੱਚ ਜੇ ਤੁਸੀਂ ਥੋੜਾ ਜਿਹਾ ਚੰਗਾ ਕਰਦੇ ਹੋ ਤੇ ਉਹ ਬਹੁਤ ਜ਼ਿਆਦਾ ਬਾਹਰ ਆਉਂਦਾ, ਜੇ ਤੁਸੀਂ ਥੋੜਾ ਜਿਹਾ ਮਾੜਾ ਕਰਦੇ ਹੋ ਤਾਂ ਉਹ ਵੀ ਬਹੁਤ ਜ਼ਿਆਦਾ ਆਉਂਦਾ। ਸੋ ਜਿਹੜਾ ਇੰਡਸਟਰੀ ਦੇ ਵਿੱਚ ਬਾਹਰ ਨਿਕਲੀ ਚੀਜ਼, ਜਿਹੜੀ ਮਤਲਬ ਜਿਹੜਾ ਉਹਦਾ ਨਸ਼ਰ ਹੁੰਦੀ ਹੈ ਨਾ, ਉਹ ਐਜ਼ ਕੰਪੇਅਰ ਟੂ ਅਦਰ ਪ੍ਰੋਫੈਸ਼ਨਸ ਉਹ ਘੱਟ ਹੁੰਦੀ, ਸੌਰੀ ਜ਼ਿਆਦਾ ਹੁੰਦੀ ਹੈ। ਇਸ ਕਰਕੇ ਸਾਨੂੰ ਲੱਗਦਾ ਵੀ ਇੰਡਸਟਰੀ ਪਤਾ ਨਹੀਂ ਕਿੰਨੀ ਕੁ ਹੈ। ਮੈਨੂੰ ਵੀ ਫਿਲਮਾਂ ਦੇਖ ਦੇਖ ਕੇ ਜਾਂ ਜੋ ਮੈਨੂੰ ਆਈ ਵਾਜ਼ ਐਕਚੁਅਲੀ ਸਕੈਰਡ ਆਫ ਬੰਬੇ। ਇੱਥੇ ਆਉਣ ਤੋਂ ਪਹਿਲਾਂ ਮੈਨੂੰ ਏਦਾਂ ਲੱਗਦਾ ਹੁੰਦਾ ਸੀਗਾ ਕਿ ਮੈਂ ਇੱਕ ਸਮਾਲ ਟਾਊਨ ਗਰਲ ਆ ਤੇ ਮੈਂ ਉੱਥੇ ਜਾ ਕੇ ਕੀ ਕਰੂੰਗੀ। ਮਤਲਬ ਮੈਨੂੰ ਜਿੱਦਾਂ ਹੁਣ ਤੁਸੀਂ ਵਰਡ ਯੂਜ਼ ਕੀਤਾ ਮਹਾਨਗਰੀ, ਜਾਂ ਨਹੀਂ ਸੌਰੀ ਕੀ ਬੋਲੇ ਤੁਸੀਂ, ਮਾਇਆ ਨਗਰੀ ਹੈ ਨਾ। ਬੰਬੇ ਤੁਹਾਨੂੰ ਏਦਾਂ ਲੱਗਦਾ ਕਿ ਪਤਾ ਨਹੀਂ ਕੀ ਹੈ, ਬਟ ਮੈਂ ਇੱਥੇ ਰਹਿ ਕੇ ਰਿਅਲਾਈਜ਼ ਕੀਤਾ ਕਿ ਬੰਬੇ ਤੁਹਾਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਐਕਸੈਪਟ ਕਰ ਲੈਂਦਾ। ਤੁਸੀਂ ਬੰਬੇ ਨੂੰ ਐਕਸੈਪਟ ਕਰਦੇ ਹੋ ਜਾਂ ਟਾਈਮ ਲਾਉਂਦੇ ਹੋ। ਮਤਲਬ ਬੰਬੇ ਮਲਟੀਕਲਚਰਲ ਹੈ। ਮੇਰੇ ਗੁਆਂਢੀ ਜਿਹੜੇ ਆ ਉਹ ਬੰਗਾਲੀ ਨੇ, ਤੇ ਸਾਹਮਣੇ ਜਿਹੜੇ ਰਹਿੰਦੇ ਆ ਉਹ ਮੇਰੇ ਖਿਆਲ ਸਿੰਧੀ ਨੇ, ਜਿਹੜੇ ਥੱਲੇ ਰਹਿੰਦੇ ਨੇ ਉਹ ਪੰਜਾਬੀ ਨੇ। ਮਤਲਬ ਹਰ ਤਰੀਕੇ ਦੇ ਲੋਕ, ਨਾਲ ਦੇ ਵਿੰਗ 'ਚ ਜਿਹੜੇ ਰਹਿੰਦੇ ਆ ਉਹ ਮਰਾਠੀ ਨੇ। ਮਤਲਬ ਹਰ ਤਰੀਕੇ ਦੇ ਲੋਕ ਹੈ ਇੱਥੇ। ਔਰ ਮੇਰੇ ਬਹੁਤ ਸਾਰੇ ਇਦਾਂ ਦੇ ਫਰੈਂਡਸ ਜਿਹੜੇ ਮੁਸਲਿਮ ਫਰੈਂਡਸ ਨੇ, ਜਿਹੜੇ ਬਿਲਕੁਲ ਬਹੁਤ ਥੋੜੇ ਡਿਸਟੈਂਸ ਤੇ ਰਹਿੰਦੇ ਆ। 2 ਫੈਮਿਲੀਜ਼ ਇੱਥੇ ਰਹਿੰਦੀਆਂ, ਕ੍ਰਿਸਚੀਅਨਸ ਵੀ ਰਹਿੰਦੇ। ਮਤਲਬ ਮਲਟੀਕਲਚਰਲ ਹੈ ਇਦਾਂ ਦਾ। ਇਹ ਜਿਹੜੀ ਪ੍ਰੋਬਲਮ ਤੁਸੀਂ ਕਹਿ ਰਹੇ ਹੋ, ਇਹ ਪ੍ਰੋਬਲਮ ਹਰ ਫੀਲਡ 'ਚ ਹੈ। ਕਹਿਣ ਤੋਂ ਭਾਵ ਮੇਰਾ ਇਹ ਹੈ, ਇਹ ਤੁਸੀਂ ਸਿਰਫ ਬੰਬੇ ਦੀ ਗੱਲ ਨਹੀਂ ਕਹਿ ਸਕਦੇ। ਪਰ ਜੇ ਤੁਸੀਂ ਇਹ ਕਹੋ ਕਿ ਇਹਦੇ ਚੰਗੇ ਪੁਆਇੰਟਸ ਗਿਣਾਏ ਜਾਣ, ਕਿਉਂ ਲੋਕੀ ਸਾਰਾ ਕੁਝ ਛੱਡ ਛੜਾ ਕੇ ਇੱਥੇ ਆਉਂਦੇ ਆ, ਕਿਉਂਕਿ ਏਦਾਂ ਦੇ ਲੋਕ ਵੀ ਨੇ ਜਿਨ੍ਹਾਂ ਨੇ ਚੌਕੀਦਾਰ ਸੀਗੇ ਤੇ ਉਹਨਾਂ ਨੇ ਕਿੱਥੇ ਪਹੁੰਚ ਕੇ ਹੁਣ ਉਹਨਾਂ ਨੇ ਕਰੋੜਾਂ ਦੇ ਆਫਿਸ ਖਰੀਦੇ ਹੋਏ ਆ, ਐਂਡ ਦੇ ਆਰ ਪ੍ਰੋਡਿਊਸਿੰਗ देयर ओन ਫਿਲਮਸ ਐਂਡ ਦੈਨ ਡੂਇੰਗ ਸਟਫ ਜਿਹੜਾ ਉਹਨਾਂ ਨੇ ਕਦੇ ਲਾਈਫ 'ਚ ਨਹੀਂ ਸੀ ਸੋਚਿਆ। ਕੋਈ ਹਜੇ ਆਪਾਂ ਨੂੰ ਮੇਨ ਜਿਹੜੇ ਐਕਟਰਸ ਹੁੰਦੇ ਉਹਨਾਂ ਦਾ ਬੈਕਗ੍ਰਾਉਂਡ ਪਤਾ ਹੁੰਦਾ, ਜਿਹੜੇ ਟੈਕਨੀਸ਼ੀਅਨਸ ਆ ਉਹਨਾਂ ਦਾ ਵੀ ਬੈਕਗ੍ਰਾਉਂਡ ਜੇ ਤੁਸੀਂ ਕਈ ਸੁਣੋ ਤੇ ਤੁਹਾਨੂੰ ਹੈਰਾਨ ਕਰ ਦੇਣ ਵਾਲਾ ਕਿ ਉਹਨਾਂ ਨੇ ਕਿੱਥੋਂ ਸਟਾਰਟ ਕੀਤਾ ਤੇ ਕਿੱਥੇ ਦੇ ਕਿੱਥੇ ਪਹੁੰਚ ਗਏ। ਇੱਕ ਬੰਦਾ ਸਪੌਟ ਬॉय ਸੀ ਤੇ ਹੁਣ ਪ੍ਰੋਡਿਊਸਰ ਹੈ। ਸੋ ਜੇ ਫੇਲਿਅਰ ਦੀਆਂ ਸਟੋਰੀਜ਼ ਹੈਗੀਆਂ ਤੇ ਸਕਸੈਸ ਸਟੋਰੀਜ਼ ਵੀ ਬਹੁਤ ਜ਼ਿਆਦਾ, ਐਂਡ ਆਈ ਥਿੰਕ ਉਹ ਆਊਟ ਨੰਬਰ ਕਰਦੀਆਂ। ਇਸ ਕਰਕੇ ਵੀ ਲੋਕਾਂ ਵਾਸਤੇ ਇਹ ਇੱਕ ਅਟਰੈਕਸ਼ਨ ਬਣਿਆ ਰਹਿੰਦਾ ਆ ਇਹ ਵਰਲਡ ਜਿਹੜਾ ਆ। ਬਾਕੀ ਇਹ ਜਿਹੜੀਆਂ ਪ੍ਰੋਬਲਮਸ ਇਹ ਸਾਰੇ ਥਾਵਾਂ ਤੇ ਹੈ। ਕਿਤੇ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਐਜ਼ ਅ ਵਿਊਅਰ ਜਦੋਂ ਆਪਾਂ ਇਸ ਇੰਡਸਟਰੀ ਨੂੰ ਦੇਖਦੇ ਆ ਨਾ, ਮਤਲਬ ਇਹਨੂੰ ਆਪਣਾ ਆਈਡਲ ਮੰਨ ਜਾਂਦੇ ਆ, ਹੈ ਨਾ, ਕਿ ਮਤਲਬ ਜਦੋਂ ਆਪਾਂ ਛੋਟੇ ਆ ਬਹੁਤ ਸਾਰੇ ਐਕਟਰਸ ਨੂੰ ਦੇਖਦੇ ਆ, ਐਕਟ੍ਰੈਸਸ ਨੂੰ ਦੇਖਦੇ ਆ, ਤੇ ਸਾਡੀ ਇੱਕ ਖੁਆਇਸ਼ ਹੁੰਦੀ ਹੈ, ਸਾਡੀ ਇੱਕ ਵਿਸ਼ ਹੁੰਦੀ ਹੈ ਕਿ ਆਪਾਂ ਵੱਡੇ ਹੋ ਕੇ ਨਾ ਇਹਨਾਂ ਵਰਗੇ ਬਣਨਾ ਹੈ ਨਾ। ਸੋ ਆਪਾਂ ਆਈਡਲ ਬਣਾ ਕੇ ਕਿਤੇ ਨਾ ਕਿਤੇ ਬੈਠ ਜਾਂਦੇ ਆ,
ਖਾਸ ਕਰ ਹਿੰਦੀ ਸਿਨੇਮਾ ਨੂੰ ਕਿ ਸਾਡੀ ਲਾਈਫ ਇਦਾਂ ਦੀ ਹੋਣੀ ਚਾਹੀਦੀ ਹੈ, ਜਾਂ ਫਿਰ ਜੋ ਆਪਾਂ ਲਾਈਫ ਸਟਾਈਲ ਇੱਕ ਫਿਲਮ ਦੇ ਵਿੱਚ ਦੇਖ ਰਹੇ ਹਾਂ, ਜੋ ਦਿਖ ਰਿਹਾ ਹੈ ਆਪਾਂ ਉਦਾਂ ਦਾ ਕਰਨਾ ਹੈ। ਸੋ ਇਸ ਚੱਕਰ ਦੇ ਵਿੱਚ ਵੀ ਕਿਤੇ ਨਾ ਕਿਤੇ ਜਦੋਂ ਇਦਾਂ ਦੀ ਚੀਜ਼ਾਂ, ਇੱਕ ਚੀਜ਼ ਵੀ ਜਦੋਂ ਬਾਹਰ ਆਉਂਦੀ ਹੈ ਤੇ ਆਪਾਂ ਬਹੁਤ ਜ਼ਿਆਦਾ ਉਸ ਤੋਂ ਉਮੀਦ ਲਗਾ ਕੇ ਬੈਠੇ ਹੁੰਦੇ ਆ, ਤੇ ਤਾਂ ਕਰਕੇ ਆਪਾਂ ਜਿਹੜਾ ਹੈ ਉਹਨੂੰ ਨੈਗੇਟਿਵ ਕਹਿਣਾ ਜ਼ਿਆਦਾ ਸ਼ੁਰੂ ਕਰ ਦਿੰਦੇ ਕਿ ਭਈ ਸਾਡੀ ਤਾਂ ਆਪਾਂ ਤਾਂ ਕੁਝ ਹੋਰ ਐਕਸਪੈਕਟ ਕਰ ਰਹੇ ਸੀ, ਐਕਸਪੈਕਟੇਸ਼ਨ ਕੁਝ ਹੋਰ ਸੀ ਬਟ ਨਿਕਲਿਆ ਕੁਝ ਹੋਰ। ਹਾਂ, ਜਿੱਦਾਂ ਮੈਂ ਪਹਿਲਾਂ ਵੀ ਇਹ ਗੱਲ ਕਹੀ ਕਿ ਜਿਹੜਾ ਬਲੇਮ ਕਰਨਾ ਕਿਸੇ ਨੂੰ, ਜਿੱਦਾਂ ਮੇਰੇ ਕੋਲ ਬਹੁਤ ਸਾਰੇ ਰੀਜ਼ਨ ਸੀਗੇ ਕਿ ਮੈਂ ਬਲੇਮ ਕਰਦੀ, ਅਨੁਰਾਗ ਕੋ ਬਹੁਤ ਸਾਰੇ ਰੀਜ਼ਨ। ਬਲੇਮ ਕਰਨਾ ਸਿਰਫ ਇੱਥੇ ਨਹੀਂ ਸਟਾਰਟ ਹੁੰਦਾ ਨੇਹਾ ਕਿ ਤੁਸੀਂ ਇੰਡਸਟਰੀ ਚ ਆ ਕੇ ਕਰਦੇ ਹੋ, ਇਹ ਤੁਹਾਡੀ ਨੇਚਰ ਚ ਆਉਂਦਾ। ਔਰ ਇਸ ਵੇਲੇ ਜਿਹੜੇ ਲੋਕ ਕਹਿ ਰਹੇ ਕਿਤੇ ਨਾ ਕਿਤੇ, ਐਕਚੁਅਲੀ ਮੈਂ ਜੇ ਉਹਨਾਂ ਦੇ ਸ਼ੂਜ਼ ਚੋਂ ਕੇ ਦੇਖਾਂ, ਜਿਹੜਾ ਕਿ ਮੈਂ ਇੱਕ ਟਾਈਮ ਤੇ ਉਹ ਫੇਜ਼ ਮੈਂ ਵੀ ਕੀਤਾ ਆ, ਔਰ ਏਦਾਂ ਨਹੀਂ ਹੈ ਕਿ ਮੈਂ ਸਕਸੈਸਫੁਲ ਹੋ ਗਈ ਆ ਲੋਕਾਂ ਦੀਆਂ ਨਜ਼ਰਾਂ 'ਚ ਤੇ ਮੈਂ ਪਤਾ ਨਹੀਂ ਕਿੱਥੇ ਪਹੁੰਚ ਗਈ ਆ, ਮੈਂ ਕਿਤੇ ਨਹੀਂ ਪਹੁੰਚੀ, ਉੱਥੇ ਹੀ ਆ। ਇਟਸ ਜਸਟ ਦੈਟ ਆਈ ਐਮ ਇੰਜੋਇੰਗ ਮਾਈ ਜਰਨੀ ਨਾਓ। ਤਾਂ ਮੇਰਾ ਐਟੀਟਿਊਡ ਜਿਹੜਾ ਆ ਆਪਣੇ ਕੰਮ ਨੂੰ ਲੈ ਕੇ ਉਹ ਚੇਂਜ ਹੋਇਆ। ਸੋ ਜਿਹੜੀ ਬਲੇਮ ਗੇਮ ਹੈ ਨਾ, ਉਹ ਸਾਨੂੰ ਬਚਪਨ ਤੋਂ, ਸਾਡੀ ਇਹ ਸੁਸਾਇਟੀ ਦਾ ਕਸੂਰ ਹੈ। ਮੈਂ ਇਹ ਨਹੀਂ ਕਹੂੰਗੀ ਇਹ ਫਿਲਮ ਇੰਡਸਟਰੀ ਦਾ ਕਸੂਰ ਹੈ, ਇਹ ਸੁਸਾਇਟੀ ਦਾ ਕਸੂਰ ਹੈ। ਹੁਣ ਆਪਣੇ ਉੱਥੇ ਪੰਜਾਬ 'ਚ ਤੁਸੀਂ ਵੀ ਅਕਸਰ ਇਹ ਦੇਖਿਆ ਹੋਣਾ ਕਿ ਜੇ ਨਿਆਣਾ ਡਿੱਗ ਪਵੇ ਨਾ, ਜਾਂ ਉਹ ਭੱਜਦਾ ਸੋਫੇ 'ਚ ਵੱਜ ਜੇ, ਛੋਟਾ ਜਿਹਾ ਬੱਚਾ, ਤੇ ਮਾਵਾਂ ਜਾਂ ਕੋਈ ਵੀ ਜਿਹੜਾ, ਓਹੋ ਸੋਫੇ ਨੂੰ ਮਾਰਾਂਗੇ ਆਪਾਂ, ਇਹ ਹੈ ਸੋਫੇ ਨੂੰ ਮਾਰਾਂਗੇ, ਆਹ ਤਰੀਕਾ ਹੁੰਦਾ। ਇਹਦਾ ਮਤਲਬ ਕਿ ਤੁਸੀਂ ਬੱਚੇ ਦੇ ਮਾਈਂਡ ਦੇ ਵਿੱਚ ਉਹਨੂੰ ਇਹ ਸਮਝਾ ਰਹੇ ਹੋ ਕਿ ਜੇ ਤੂੰ ਭੱਜਦਾ ਆ ਕੇ ਇਹਦੇ ਵਿੱਚ ਵੱਜਾਂ ਤੇ ਤੇਰੇ ਸੱਟ ਲੱਗੀ ਆ, ਤੇ ਤੈਨੂੰ ਰੋਂਦੇ ਨੂੰ ਚੁੱਪ ਕਰਾਉਣ ਲਈ ਮੈਂ ਤੈਨੂੰ ਇਹ ਦੱਸਣਾ ਵੀ ਤੇਰੀ ਗਲਤੀ ਨਹੀਂ ਸੀ, ਗਲਤੀ ਇਹ ਸੋਫੇ ਦੀ ਗਲਤੀ ਸੀ, ਕਿਉਂ ਵਿੱਚ ਕਿਉਂ। ਸੋ ਇੱਥੋਂ ਸਟਾਰਟ ਹੋ ਜਾਂਦਾ ਬਲੇਮ ਗੇਮ। ਹੁਣ ਮੇਰਾ ਬੇਟਾ ਆ 3.5 ਸਾਲ ਦਾ, I made it a point ਕਿ ਜੇ ਉਹ ਕਿਤੇ ਡਿੱਗਦਾ ਹੈ ਨਾ ਤੇ ਮੈਂ ਉਹਨੂੰ ਦੱਸਾਂ, ਉਹਨੂੰ ਹੁਣ ਜੇ ਤੁਸੀਂ ਪੁੱਛੋਗੇ ਕਿ ਤੂੰ ਕਿਉਂ ਡਿੱਗਿਆ ਤੇ ਕਿਉਂ ਸੱਟ ਲੱਗੀ, ਤੂੰ ਕਹੇਗਾ ਕਿ ਬਿਕੋਜ਼ I was not careful। ਉਹ ਕਦੇ ਨਹੀਂ ਕਹੇਗਾ ਕਿ ਇਹ ਵਿੱਚ ਕਿਉਂ ਪਿਆ ਸੀ, ਸੋਫਾ ਕਿਉਂ ਪਿਆ ਸੀ ਵਿੱਚ, ਜੋ ਮੈਂ ਡਿੱਗ ਗਿਆ। ਉਹ ਤਾਂ ਐਗਜ਼ੈਕਟਲੀ। ਉਹ ਤੋਂ ਬਾਅਦ ਕੀ ਹੁੰਦਾ, ਪੇਰੈਂਟਸ ਜਿਹੜੇ ਆ ਉਹਨਾਂ ਦੇ ਆਪਣੇ ਜਿਹੜੇ ਸੁਪਨੇ ਪੂਰੇ ਨਹੀਂ ਹੋਏ। ਮੰਨ ਲਓ ਕੋਈ ਫਾਦਰ ਜਾਂ ਕੋਈ ਮਦਰ, ਉਹ ਬਣਨਾ ਚਾਹੁੰਦਾ ਸੀ ਡਾਕਟਰ, ਉਹ ਨਹੀਂ ਬਣ ਸਕਿਆ, ਉਹ ਆਪਣੇ ਬੱਚਿਆਂ ਦਾ ਇੰਟਰਸਟ ਨਹੀਂ ਦੇਖਦੇ, ਉਹ ਫੋਰਸ ਕਰਦੇ ਉਹਨਾਂ ਨੂੰ ਕਿ ਤੂੰ ਫਲਾਣੇ ਫੀਲਡ 'ਚ ਜਾ, ਹਨਾ। ਉੱਥੇ ਤੁਹਾਨੂੰ ਹੋ ਜਾਂਦਾ। ਫਿਰ ਉਹ ਬੱਚਾ ਜਿਹੜਾ ਆ ਉਹ ਬਲੇਮ ਗੇਮ ਉਦੋਂ ਹੀ ਸਿੱਖ ਗਿਆ ਹੋਇਆ। ਤੁਸੀਂ ਜਿਹੜੇ ਲੋਕ ਇਸ ਵੇਲੇ ਬਲੇਮ ਕਰ ਰਹੇ ਕਿ ਫਲਾਣੇ ਬੰਦੇ ਕਰਕੇ ਮੈਨੂੰ ਰੋਲ ਨਹੀਂ ਮਿਲਿਆ ਜਾਂ ਫਲਾਣੇ ਬੰਦੇ ਕਰਕੇ ਮੈਨੂੰ ਮੌਕਾ ਨਹੀਂ ਮਿਲਿਆ, ਇਹ ਕਿੱਦਾਂ ਦੀਆਂ ਗੱਲਾਂ ਨੇ ਕਿ ਜਿੰਨਾ ਤੁਸੀਂ ਕਿਸੇ ਨੂੰ ਆਪਣੇ ਕੰਮ ਦਾ ਕ੍ਰੈਡਿਟ ਦੇ ਰਹੇ ਹੋ ਇਹ ਕਹਿ ਕੇ ਕਿ ਫਲਾਣੇ ਬੰਦੇ ਨੇ ਮੈਨੂੰ ਚਾਂਸ ਦਿੱਤਾ। ਕੋਈ ਨੇਹਾ ਇਸ ਇੰਡਸਟਰੀ ਦੇ ਵਿੱਚ ਕੋਈ ਵੀ ਕਿਸੇ ਨੂੰ ਚਾਂਸ ਨਹੀਂ ਦਿੰਦਾ। ਹਰ ਬੰਦਾ ਜਿਹੜਾ ਆ ਉਹ ਆਪਣਾ ਫਾਇਦਾ ਦੇਖਦਾ ਹੈ। ਇਹ ਉਹ ਲੋਕ ਵੀ ਨੇ ਜਿਹੜੇ ਕਹਿ ਰਹੇ ਆ ਜਿਨ੍ਹਾਂ ਨੂੰ ਤੈਮੂਰ ਦੀਆਂ ਫੋਟੋਆਂ ਦੇ ਪਿੱਛੇ ਪਾਗਲ ਹੋਏ ਆ। ਮਤਲਬ ਆਈ ਐਕਚੁਅਲੀ ਨੋ ਪੀਪਲ ਜਿਨ੍ਹਾਂ ਨੇ ਸਕਰੀਨ ਸੇਵਰ ਜਿਹੜਾ ਤੈਮੂਰ ਦੀ ਫੋਟੋ ਰੱਖੀ ਹੋਈ। ਹੁਣ ਕੱਲ ਨੂੰ ਤੈਮੂਰ ਵੱਡਾ ਹੋ ਕੇ ਜੇ ਉਹ ਚਾਹਵੇ ਕਿ ਮੈਂ ਐਕਟਿੰਗ ਲਾਈਨ 'ਚ ਜਾਣਾ ਆ, ਔਰ ਉਹਨੇ ਆਪਣੇ ਮਾਂ-ਪਿਓ ਨੂੰ ਦੇਖਿਆ, ਉਹਨਾਂ ਤੋਂ ਸਿੱਖਿਆ, ਉਹਦੀ ਦਾਦੀ ਰਹੀ ਆ ਐਕਟਰੈਸ, ਉਹਨੇ ਹਰ ਤਰੀਕੇ ਦੀ ਫਿਲਮ ਦੇਖੀ ਹੋਈ ਆ ਸਭ, ਜੇ ਉਹ ਕੱਲ ਵੱਡਾ ਹੋ ਕੇ ਕਵੇ ਕਿ ਮੈਂ ਐਕਟਰ ਬਣਨਾ ਹੈ, ਤੇ ਜੇ ਉਹਦਾ ਫਾਦਰ ਉਹਨੂੰ ਲਾਂਚ ਕਰੇ ਤਾਂ ਵਾਟ ਇਜ਼ ਰੋਂਗ ਇਨ ਦੈਟ? ਕਿ ਉਹਨੂੰ ਹੱਕ ਨਹੀਂ ਹੈ ਵੀ ਉਹ ਕਰੇ। ਲੋਕਾਂ ਨੂੰ ਇਸ ਗੱਲ ਤੋਂ ਕਿਉਂ ਪ੍ਰੋਬਲਮ ਹੈ ਕਿ ਕਿਸੇ ਨੂੰ ਕਿਉਂ ਮੌਕਾ ਮਿਲ ਰਿਹਾ? ਔਰ ਮੈਂ ਤੁਹਾਨੂੰ ਦੱਸਾਂ, ਮੈਂ ਇਹ ਗੱਲ ਤਾਂ ਕਹਿ ਰਹੀ ਹਾਂ ਕਿਉਂਕਿ ਮੈਂ ਇਸ ਵੇਲੇ ਉਸ ਤਰੀਕੇ ਦੀ ਸਕਸੈਸਫੁਲ ਨਹੀਂ ਆ ਜਿਸ ਸਕਸੈਸ ਨੂੰ ਲੋਕੀ ਸਕਸੈਸ ਮੰਨਦੇ ਆ। ਠੀਕ ਹੈ, ਮੈਂ ਉੱਥੇ ਨਹੀਂ ਪਹੁੰਚੀ, ਤੇ ਇਸ ਕਰਕੇ ਮੈਂ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਮੈਂ ਇਸ ਚੀਜ਼ ਨੂੰ ਏਦਾਂ ਨਹੀਂ ਦੇਖ ਰਹੀ। ਮੈਂ ਸਿਰਫ ਇਹ ਦੇਖ ਰਹੀ ਹਾਂ ਕਿ ਜਦੋਂ ਤੁਸੀਂ ਨੈਗੇਟਿਵ ਸੋਚਣਾ ਸ਼ੁਰੂ ਕਰਦੇ ਹੋ, ਜੇ ਤੁਹਾਨੂੰ ਇਹ ਲੱਗਦਾ ਆ ਕਿ ਤੁਸੀਂ ਆਪਣੇ ਘਰੋਂ ਨਿਕਲੇ ਹੋ, ਔਰ ਆਈ ਥਿੰਕ ਨੇਹਾ ਇਹ ਸਿਰਫ ਆਈ ਥਿੰਕ ਫਿਲਮ ਇੰਡਸਟਰੀ ਸ਼ਾਇਦ, ਮਤਲਬ ਮੇਰੀ ਨੌਲੇਜ ਦੇ ਮੁਤਾਬਿਕ ਏਦਾਂ ਦੀ ਫੀਲਡ ਹੈ ਜਿਹਦੇ ਵਿੱਚ 99% ਲੋਕ ਆਪਣੀ ਮਰਜ਼ੀ ਨਾਲ ਆਉਂਦੇ। ਡਾਕਟਰੀ ਦੇ ਵਿੱਚ ਤੁਹਾਨੂੰ ਡਾਕਟਰ ਏਦਾਂ ਦੇ ਮਿਲ ਜਾਣਗੇ ਜਿਹੜੇ ਆਪਣੇ ਪੇਰੈਂਟਸ ਕਰਕੇ ਆਏ ਆ, ਜਾਂ ਜਿਨ੍ਹਾਂ ਨੇ ਕਿਹਾ, ਜਿਨ੍ਹਾਂ ਨੂੰ ਲੱਗਾ ਕਿ ਨਹੀਂ ਮੈਨੂੰ ਕਰਨੀ ਹੀ ਪੈਣੀ ਹੈ, ਇਹ ਮੇਰੇ ਕੋਲ ਕੋਈ ਚੋਇਸ ਨਹੀਂ ਸੀ। ਫਿਲਮ ਇੰਡਸਟਰੀ ਦੇ ਵਿੱਚ ਜਿੰਨੇ ਵੀ ਐਕਟਰ, ਡਾਇਰੈਕਟਰ, ਟੈਕਨੀਸ਼ੀਅਨਸ ਜਿੰਨੇ ਵੀ ਆਉਂਦੇ ਆ, ਉਹ ਆਪਣੀ ਮਰਜ਼ੀ ਨਾਲ ਆਉਂਦੇ ਕਿਉਂਕਿ ਉਹ ਕੰਮ ਕਰਨਾ ਚਾਹੁੰਦੇ ਜੋ ਉਹਨਾਂ ਨੂੰ ਲੱਗਦਾ ਕਿ ਉਹ ਬਹੁਤ ਇੰਜੋਏ ਕਰਨ, ਹੈਨਾ। ਸੋ ਜਿਹੜਾ ਇੰਜੋਏ ਤੁਸੀਂ ਕਰਦੇ ਹੋ ਕੰਮ, ਜੇ ਉਹ ਕੰਮ ਕਰਦਿਆਂ ਹੋਇਆਂ ਤੁਹਾਨੂੰ ਸਵਾਦ ਆ ਰਿਹਾ, ਤੁਸੀਂ ਸਿਰਫ ਪੈਸੇ ਕਮਾਉਣੇ, ਤੁਸੀਂ 1000 ਚੀਜ਼ਾਂ ਹੋਰ ਕਰ ਸਕਦੇ ਹੋ। ਤੁਸੀਂ ਉਹ ਕੰਮ ਇਸ ਕਰਕੇ ਚੂਜ਼ ਕੀਤਾ ਕਿਉਂਕਿ ਤੁਹਾਨੂੰ ਲੱਗਦਾ ਕਿ ਤੁਹਾਡੀ ਟਰੂ ਕਾਲਿੰਗ ਹੈ ਅੰਦਰੋਂ। ਬਿਲਕੁਲ। ਤੇ ਜੇ ਤੁਹਾਡੀ ਟਰੂ ਕਾਲਿੰਗ ਤੁਹਾਨੂੰ ਸਿਰਫ ਨੈਗੇਟਿਵ ਉਹੀ ਦੇ ਰਹੇ, ਮੇਬੀ ਦੈਟ ਇਜ਼ ਨਾਟ ਯੋਰ ਟਰੂ ਕਾਲਿੰਗ। ਜੇ ਤੁਸੀਂ ਸਿਰਫ ਇਹੀ ਸੋਚ ਰਹੇ ਹੋ ਕਿ ਇਹਦੇ ਕਰਕੇ ਮੈਂ ਆ ਨਹੀਂ ਕਰ ਸਕਿਆ, ਉਹਦੇ ਕਰਕੇ ਮੈਂ ਆ ਨਹੀਂ ਕਰ ਸਕਿਆ, ਫਿਰ ਮੇਬੀ ਸ਼ਾਇਦ ਇਹ ਫੀਲਡ ਤੁਹਾਡੇ ਲਈ ਹੈ ਹੀ ਨਹੀਂ ਸੀ।
ਤੁਹਾਨੂੰ ਜਦੋਂ ਤੁਸੀਂ ਆਪਣਾ ਘਰ ਨਿਕਲ ਕੇ ਆਉਂਦੇ ਹੋ, ਕਈ ਮੇਰੇ ਬਹੁਤ ਸਾਰੇ ਇਦਾਂ ਦੇ ਦੋਸਤ ਨੇ ਜਿਹੜੇ ਆਪਣੇ ਪੇਰੈਂਟਸ ਦੀ ਮਰਜ਼ੀ ਦੇ ਖਿਲਾਫ ਇੱਥੇ ਆਏ ਨੇ। ਉਹਨਾਂ ਦੀ ਸਿਚੁਏਸ਼ਨ ਇਦਾਂ ਦੀ ਹੈ ਕਿ ਜੇ ਉਹਨਾਂ ਨੂੰ ਕੋਈ ਰੋਲ ਨਹੀਂ ਮਿਲ ਰਿਹਾ ਜਾਂ ਜੇ ਉਹ ਟੈਕਨੀਸ਼ੀਅਨ ਨੇ ਤੇ ਉਹ ਕੰਮ ਨਹੀਂ ਮਿਲ ਰਿਹਾ, ਉਹ ਆਪਣੇ ਪੇਰੈਂਟਸ ਨਾਲ ਵੀ ਸ਼ੇਅਰ ਨਹੀਂ ਕਰ ਸਕਦੇ ਕਿ ਸਾਨੂੰ ਦੇਖੋ ਕੰਮ ਨਹੀਂ ਮਿਲ ਰਿਹਾ, ਮੈਨੂੰ ਆਹ ਪ੍ਰੋਬਲਮ ਆ ਰਹੀ ਹੈ, ਤੈਨੂੰ ਤਾਂ ਅਸੀਂ ਪਹਿਲਾਂ ਹੀ ਕਿਹਾ ਸੀਗਾ। ਉਹ ਜੇ ਤੁਸੀਂ ਉਸ ਟਾਈਮ ਤੇ ਤੁਸੀਂ ਆਪਣੇ ਪੇਰੈਂਟਸ ਨੂੰ ਕਹਿ ਕੇ ਇੱਥੇ ਆਏ ਹੋ ਤਾਂ ਤੁਸੀਂ ਕੁਝ ਸੋਚ ਕੇ ਆਏ ਹੋ ਨਾ। ਤੇ ਹੁਣ ਜੇ ਤੁਹਾਡਾ ਡ੍ਰੀਮ ਜਿਹੜਾ ਆ ਉਹਨੂੰ ਪ੍ਰੋਟੈਕਟ ਕਰਨਾ, ਉਹਨੂੰ ਪਿਆਰ ਨਾਲ ਨਰਚਰ ਕਰਨਾ, ਉਹ ਤੁਹਾਡੀ ਜ਼ਿੰਮੇਵਾਰੀ ਹੈ। ਇਹ ਕਿਹੜਾ ਫੀਲਡ ਹੈ ਜਿਹਦੇ ਵਿੱਚ ਨੈਪੋਟਿਜ਼ਮ, ਵੈਸੇ ਮੈਨੂੰ ਤੇ ਵਰਡ ਹੀ ਨਹੀਂ ਸਹੀ ਲੱਗਦਾ, ਪਰ ਕਿਹੜਾ ਫੀਲਡ ਹੈ ਜਿਹਦੇ ਵਿੱਚ ਨੈਪੋਟਿਜ਼ਮ ਨਹੀਂ ਹੈ, ਜਾਂ ਕਿਹੜਾ ਫੀਲਡ ਹੈ ਜਿਹਦੇ ਚ ਤੁਹਾਨੂੰ ਡਿਸਕਰੇਜ ਨਹੀਂ ਕੀਤਾ ਜਾਂਦਾ, ਜਾਂ ਕਿਹੜਾ ਫੀਲਡ ਹੈ ਜਿਹਦੇ ਚ ਤੁਹਾਨੂੰ ਇਹ ਕਿਹਾ ਜਾਂਦਾ ਕਿ ਨਹੀਂ ਤੁਸੀਂ ਨਹੀਂ ਕਰ ਸਕਦੇ? ਕਿਹੜਾ ਫੀਲਡ ਹੈ ਇਦਾਂ ਦਾ? ਕੋਈ ਫੀਲਡ ਨਹੀਂ ਹੈ। ਬਿਲਕੁਲ ਇਹੀ ਇੱਕ ਇਦਾਂ ਦਾ ਇੱਕ ਮੋਟੀਵੇਸ਼ਨ ਤੁਹਾਡਾ ਕੀ ਹੈ? ਤੁਸੀਂ ਹਮੇਸ਼ਾ ਯਾਦ ਰੱਖਣਾ ਹੈ ਵਾਈ ਯੂ ਸਟਾਰਟਡ, ਰਿਮੈਂਬਰ ਵਾਈ ਯੂ ਸਟਾਰਟਡ। ਬਿਲਕੁਲ ਜਿਮ ਦੇ ਬਾਹਰ ਵੀ ਲਿਖਿਆ ਹੁੰਦਾ ਰਿਮੈਂਬਰ ਵਾਈ ਯੂ ਸਟਾਰਟਡ। ਬਿਲਕੁਲ ਉਹ ਪੀੜਾਂ ਤੇ ਹੋਣੀਆਂ ਹੀ ਆ। ਮੇਰਾ ਬੇਟਾ ਉਹ ਕੰਧ ਤੇ ਚੜਨ ਦੀ ਕੋਸ਼ਿਸ਼ ਕਰ ਰਿਹਾ, ਮੈਂ ਉਹਨੂੰ ਡਿਸਕਰੇਜ ਕਰ ਰਹੀ, ਤੂੰ ਡਿੱਗ ਪਏਗਾ, ਪਰ ਉਹਨੂੰ ਲੱਗਦਾ ਸੀ ਵੀ ਉਹ ਚੜ ਜਾਏਗਾ, ਐਂਡ ਅਲਟੀਮੇਟਲੀ ਉਹ ਚੜ ਗਿਆ। ਤੇ ਹੁਣ ਮੈਨੂੰ ਡਰ ਨਹੀਂ ਲੱਗਦਾ ਕਿਉਂਕਿ ਮੈਨੂੰ ਪਤਾ ਹੈ ਕਿ ਉਹ ਬੈਲੈਂਸ ਕਰਕੇ ਚੜ ਜਾਏਗਾ। ਇਹ ਤੁਹਾਡਾ ਆਪਣਾ ਕੌਨਫੀਡੈਂਸ ਤੁਹਾਡੇ ਚ ਕੀ ਹੈ ਨਾ, ਉਹ ਗੱਲ ਹੈ। ਇਸ ਕਰਕੇ ਮੈਨੂੰ ਏਦਾਂ ਲੱਗਦਾ ਕਿ ਜੇ ਤੁਹਾਡਾ ਸੁਪਨਾ ਸੀਗਾ ਤੁਸੀਂ ਫਲਾਨੀ ਥਾਂ ਤੇ ਪਹੁੰਚਣਾ ਸੀ, ਤੇ ਉਹ ਕਿਸੇ ਹੋਰ ਦੀ ਜ਼ਿੰਮੇਵਾਰੀ ਨਹੀਂ ਹੈ, ਉਹ ਤੁਹਾਡੀ ਜ਼ਿੰਮੇਵਾਰੀ ਹੈ। ਤੁਹਾਨੂੰ ਇੱਕ ਥਾਂ ਤੋਂ ਰਿਜੈਕਸ਼ਨ ਮਿਲੀ ਹੈ, 50 ਥਾਵਾਂ ਤੋਂ ਮਿਲੀ ਹੈ, ਅਲਟੀਮੇਟਲੀ ਜੇ ਤੁਸੀਂ 4 ਐਗਜ਼ਾਮਪਲ ਇਦਾਂ ਦੇ ਲੈ ਰਹੇ ਹੋ ਜਿਨ੍ਹਾਂ ਨੇ ਛੱਡਤਾ ਫੀਲਡ, ਤੇ ਤੁਹਾਡੇ ਕੋਲ 400 ਐਗਜ਼ਾਮਪਲ ਇਦਾਂ ਦੇ ਵੀ ਹੈਗੇ ਜਿਨ੍ਹਾਂ ਨੇ ਨਹੀਂ ਫੀਲ ਕੀਤਾ। ਐਂਡ ਡੋਂਟ ਫੋਰਗੇਟ ਕਿ ਜਿਹੜੇ ਲੋਕ ਅੱਜ ਕਿਸੇ ਮੁਕਾਮ ਤੇ ਪਹੁੰਚੇ ਆ, ਉਹ ਵੀ ਕਦੇ ਨਾ ਕਦੇ ਪਹਿਲੀ ਵਾਰੀ ਆਏ ਸੀ। ਸੋ ਜਿੱਦਾਂ ਉਹਨਾਂ ਨੇ ਵੀ ਸਟਰਗਲ ਕੀਤੀ ਹੈ। ਬਿਲਕੁਲ ਵੱਡੇ ਹੁਣ ਇਸ ਹਾਦਸੇ ਤੋਂ ਬਾਅਦ ਹੈ ਨਾ, ਬਹੁਤ ਸਾਰੇ ਵੱਡੇ ਪ੍ਰੋਡਕਸ਼ਨ ਹਾਊਸਸ ਤੇ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਕਿ ਇਹ ਤਾਂ ਕਰਦੇ ਹੀ ਏਦਾਂ, ਕੋਈ ਇਹ ਤਾਂ ਸਾਡੇ ਨਾਲ ਹਮੇਸ਼ਾ ਭੇਦਭਾਵ ਕਰਦੇ ਰਹੇ ਆ। ਅਗਰ ਦੇਖਿਆ ਜਾਵੇ ਫੈਂਟਮ ਪ੍ਰੋਡਕਸ਼ਨ ਜੇ ਆਪਾਂ ਦੇਖੀਏ ਜਾਂ ਯੈਲੋ ਪ੍ਰੋਡਕਸ਼ਨ ਵਰਗੀ ਚੀਜ਼ਾਂ ਦੇਖੀਏ, ਤਾਂ ਉਹ ਆਮ ਇਨਸਾਨ ਮਤਲਬ ਆਮ ਲੋਕਾਂ ਨੇ ਜਾਂ ਫਿਰ ਆਮ ਮੁੰਡਿਆਂ ਨੇ ਸ਼ੁਰੂ ਕੀਤੀ ਹੈ, ਤੇ ਅੱਜ ਉਹ ਵਧੀਆ ਫਿਲਮਾਂ ਦੇ ਰਹੇ ਆ। ਅਗਰ ਯਸ਼ ਰਾਜ ਦੀ ਜੇ ਆਪਾਂ ਗੱਲ ਕਰੀਏ, ਸੋ ਅਗਰ ਵਾਕਈ ਇਹ ਚੀਜ਼ ਹੈਗੀ ਹੈ ਕਿ ਹਾਂ ਭਾਈ ਇਹ ਤੇ ਜਿਹੜੇ ਸੈਲੀਬ੍ਰਿਟੀਜ਼ ਦੇ ਬੱਚੇ ਜਾਂ ਸਟਾਰ ਕਿਡਸ ਨੇ, ਉਹਨਾਂ ਨੂੰ ਹੀ ਮੌਕਾ ਦਿੰਦੇ ਆ, ਫਿਰ ਸਲਮਾਨ ਖਾਨ ਵਰਗੇ ਸਟਾਰ ਨੂੰ ਇੱਕ ਤਾਂ ਟਾਈਗਰ ਇੰਨੇ ਸਾਲਾਂ ਬਾਅਦ ਕਿਉਂ ਦਿੱਤੀ, ਜਾਂ ਫਿਰ ਆਮਿਰ ਖਾਨ ਨੂੰ ਫਨਾ ਇੰਨੇ ਸਾਲਾਂ ਬਾਅਦ ਕਿਉਂ ਉਹਨਾਂ ਨੇ ਦਿੱਤੀ? ਫਿਰ ਕਿਉਂ ਇਹ ਕਿਹਾ ਜਾ ਰਿਹਾ ਹੈ, ਇਦਾਂ ਦੀ ਐਗਜ਼ਾਮਪਲਸ ਹੋਣ ਤੋਂ ਬਾਵਜੂਦ ਜਾਂ ਆਪਾਂ ਦੇਖੀਏ, ਤਾਂ ਫਿਰ ਕਿਉਂ ਕਿਹਾ ਜਾ ਰਿਹਾ ਕਿ ਇਹ ਵੱਡੇ ਪ੍ਰੋਡਕਸ਼ਨ ਹਾਊਸ ਜਿਹੜੇ ਹੈ ਸਿਰਫ ਸਟਾਰ ਕਿਡ ਨੂੰ ਹੀ ਅੱਗੇ ਲੈ ਕੇ ਆਉਂਦੇ ਆ? ਤੁਸੀਂ ਸਮਝਦੇ ਹੋ ਕਿ ਇਹ ਚੀਜ਼ਾਂ ਉਹ ਲੋਕੀ ਕਹਿ ਰਹੇ ਨੇ ਜੋ ਕੁਝ ਕਰਨਾ ਚਾਹੁੰਦੇ ਸੀ ਜਾਂ ਹਾਸਲ ਨਹੀਂ ਕਰ ਪਾਏ ਜਾਂ ਉਨੀ ਕੁ ਮਿਹਨਤ ਨਹੀਂ ਕਰ ਪਾਏ, ਤੇ ਹੁਣ ਇਹ ਚੀਜ਼ਾਂ ਬਲੇਮ ਛੱਡ ਰਹੇ? ਦੇਖੋ, ਮੈਨੂੰ ਏਦਾਂ ਲੱਗ ਰਿਹਾ ਕਿ ਜਦੋਂ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੁਸ਼ਾਂਤ ਸਿੰਘ ਦੀ ਡੈਥ ਦਾ, ਉਸ ਟਾਈਮ ਤੇ ਪਹਿਲੀ ਵਾਰ ਡੈਥ ਤੋਂ ਇਮੀਡੀਏਟਲੀ ਬਾਅਦ ਮੈਂਟਲ ਹੈਲਥ ਦੀ ਗੱਲ ਕੀਤੀ ਲੋਕਾਂ ਨੇ ਕਿ ਤੁਹਾਡਾ ਮੈਂਟਲ ਹੈਲਥ ਕਿੱਦਾਂ। ਬਹੁਤ ਸਾਰੇ ਸਡਨਲੀ ਮੈਂ ਆਪਣੀ 2-3 ਫਰੈਂਡਸ ਨੂੰ ਫੋਨ ਕਰਕੇ ਪੁੱਛਿਆ ਕਿ ਆਰ ਯੂ ਫੀਲਿੰਗ ਓਕੇ, ਜਿਹਦੇ ਨਾਲ ਮੈਂ ਰੈਗੂਲਰ ਇਨ ਟੱਚ ਨਹੀਂ ਸੀ। ਸੋ ਉਹ ਤੁਹਾਨੂੰ ਅੰਦਰੋਂ ਥੋੜਾ ਜਿਹਾ ਤੁਹਾਨੂੰ ਉਸ ਗੱਲ ਨੇ ਝੰਜੋੜਿਆ, ਬਟ ਉਹ ਕਿੱਦਾਂ ਉਹ ਚੀਜ਼ ਨੈਪੋਟਿਜ਼ਮ ਵੱਲ ਚਲੀ ਗਈ ਔਰ ਕਿੱਦਾਂ ਉਹ ਮਾਸ ਹਿਸਟੀਰੀਆ ਜਿਹੜਾ ਸ਼ੁਰੂ ਹੋਇਆ, ਉਸ ਗੱਲ ਦਾ ਮੈਨੂੰ ਬੜਾ ਦੁੱਖ ਲੱਗਾ। ਪਰ ਮੈਨੂੰ ਏਦਾਂ ਲੱਗਦਾ ਕਿ ਜਿਨ੍ਹਾਂ ਲੋਕਾਂ ਨੇ ਇਹ ਗੱਲ ਸ਼ੁਰੂ ਕੀਤੀ ਏਦਾਂ, ਉਹਨਾਂ ਦਾ ਆਪਣੇ ਡਿਪਰੈਸ਼ਨ ਨੂੰ ਡੀਲ ਕਰਨ ਦਾ ਤਰੀਕਾ ਇਹ ਹੈ ਕਿ ਉਹ ਬਲੇਮ ਕਰਨ, ਉਹ ਕਿਸੇ ਨਾ ਕਿਸੇ ਨੂੰ ਕਹਿਣ ਕਿ ਇਹਦੇ ਵਜ੍ਹਾ ਕਰਕੇ ਮੇਰੇ ਨਾਲ ਏਦਾਂ ਪੜਾਸ ਕੱਢ ਰਹੇ ਕਹਿ ਸਕਦੇ ਹੋ। ਹਾਂ, ਪੜਾਸ ਕੱਢ ਰਹੇ, ਪਰ ਉਹਨਾਂ ਦਾ ਵਿਚਾਰਿਆਂ ਦਾ ਡਿਪਰੈਸ਼ਨ ਨਾਲ ਡੀਲ ਕਰਨ ਦਾ ਤਰੀਕਾ ਇਹ ਹੈ। ਸੋ ਮੈਨੂੰ ਏਦਾਂ ਲੱਗਦਾ ਕੰਪੈਸ਼ਨ ਜਿਹੜਾ ਹੈ ਨਾ, ਉਹ ਅੱਜ ਦੀ ਡੇਟ ਦੇ ਵਿੱਚ ਸੁਪਰ ਪਾਵਰ ਹੈ ਜਿਹੜੀ ਕਿ ਤੁਸੀਂ ਕਲਟੀਵੇਟ ਕਰ ਸਕਦੇ ਹੋ। ਕੰਪੈਸ਼ਨ ਬਹੁਤ ਵੱਡੀ ਚੀਜ਼ ਹੈ। ਤੁਸੀਂ ਇਹ ਦੇਖੋ ਕਿ ਜਿਹੜੇ ਲੋਕ, ਜਿੱਦਾਂ ਹੁਣ ਅਭਿਸ਼ੇਕ ਬੱਚਨ ਦੇ ਬਾਰੇ ਉਹਦੇ ਕੰਮ ਨੂੰ ਲੈ ਕੇ ਕਿੰਨਾ ਜ਼ਿਆਦਾ ਉਹਨੂੰ ਕੰਡੈਮ ਵੀ ਕੀਤਾ ਗਿਆ, ਬਟ ਪਰਸਨਲੀ ਐਜ਼ ਐਨ ਐਕਟਰ ਆਈ ਫੀਲ ਹੀ ਇਜ਼ ਨਾਟ ਦੈਟ ਬੈਡ ਜਿੰਨਾ ਉਹਨੂੰ ਕਿਹਾ ਜਾ ਰਿਹਾ। ਜੇ ਕੋਈ ਬਾਹਰੋਂ ਐਕਟਰ ਆ ਕੇ ਉਦਾਂ ਦਾ ਕੰਮ ਕਰਦਾ, ਗੁਰੂ ਚ ਹੀ ਵਾਸ ਵੈਰੀ ਗੁੱਡ, ਪਰ ਇਹ ਬਿਲਕੁਲ ਮੇਰਾ ਆਪਣਾ ਪਰਸਪੈਕਟਿਵ ਹੈ। ਤੇ ਮੈਂ ਇਹ ਨਹੀਂ ਕਹਿ ਰਹੀ ਕਿ ਸਟਾਰ ਕਿਡਸ ਜਿਹੜੇ ਆ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਜਾਂ ਨਹੀਂ ਮਿਲਣਾ ਚਾਹੀਦਾ। ਮੈਨੂੰ ਏਦਾਂ ਲੱਗਦਾ ਕਿ ਐਜ਼ ਹਿਊਮਨ ਬੀਇੰਗ ਹਰ ਇੱਕ ਨੂੰ ਇੱਕ ਫੇਅਰ ਚਾਂਸ ਮਿਲਣਾ ਚਾਹੀਦਾ, ਉਹ ਭਾਵੇਂ ਇਸ ਇੰਡਸਟਰੀ ਚ ਹੋਵੇ ਭਾਵੇਂ ਨਾ ਹੋਵੇ। ਪਰ ਤੁਸੀਂ ਜੇ ਕਹਿ ਰਹੇ ਹੋ ਕਿ ਤੁਹਾਡੇ ਕੋਟਾ ਰੱਖਿਆ ਜਾਵੇ ਕਿ ਜਿਹੜੇ ਬਾਹਰਲੇ ਆਏ ਆ, ਇਹ ਬਹੁਤ ਉਹ ਗੱਲ ਹੈ। ਔਰ ਮੈਂ ਤੁਹਾਨੂੰ ਦੱਸਾਂ, ਹਿੰਦੁਸਤਾਨ ਦੇ ਵਿੱਚ ਸਪੈਸ਼ਲੀ ਜੇ ਤੁਸੀਂ ਇਹ ਵਰਡ ਨੈਪੋਟਿਜ਼ਮ ਜਿਹੜਾ ਕਿ ਮੇਰੇ ਲਈ ਐਗਜ਼ਿਸਟ ਨਹੀਂ ਕਰਦਾ, ਇਹਨੂੰ ਮੈਂ ਇਹ ਕਹੂੰਗੀ ਕਿ ਫੇਵਰ ਕਰਨਾ।
ਕਿਸੇ ਤੁਹਾਡਾ ਕੋਈ ਫੇਵਰ, ਤੁਸੀਂ ਕਿਸੇ ਨੂੰ ਫੇਵਰ ਕਰਦੇ ਹੋ, ਉਹ ਕੌਣ ਨਹੀਂ ਕਰਦਾ ਯਾਰ। ਅੱਜ ਤੁਸੀਂ ਤੇ ਮੈਂ, ਆਪਾਂ ਦੋਨੇ ਬਹੁਤ ਵਧੀਆ ਫਰੈਂਡਸ ਆ, ਤੁਸੀਂ ਇਮੋਸ਼ਨਲੀ ਬਹੁਤ ਅਪਸੈਟ ਹੋ, ਮੇਰੀ ਮਾਂ ਜਿਹੜੀ ਆ ਉਹ ਠੀਕ ਨਹੀਂ ਫੀਲ ਕਰ ਰਹੀ, ਉਹਨੇ ਕਿਤੇ ਜਾਣਾ ਹੈ, ਤੇ ਜੇ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਸਰਗੀ ਮੈਂ ਠੀਕ ਨਹੀਂ ਫੀਲ ਕਰ ਰਹੀ, ਪਲੀਜ਼ ਤੂੰ ਥੋੜੇ ਦਿਨ ਮੇਰੇ ਕੋਲ, ਥੋੜੀ ਦੇਰ ਲਈ ਮੇਰੇ ਕੋਲ ਆ ਜਾ, ਤੇ ਮੈਂ ਤੁਹਾਨੂੰ ਕਹੂੰਗੀ ਕਿ ਨਹੀਂ ਯਾਰ ਸੌਰੀ ਨੇਹਾ, ਮੈਂ ਨਹੀਂ ਆ ਸਕਦੀ ਕਿਉਂਕਿ ਮੈਂ ਆਪਣੀ ਮੰਮੀ ਨੂੰ ਲੈ ਕੇ ਜਾਣਾ। ਤਾਂ ਇਹ ਨੈਪੋਟਿਜ਼ਮ ਹੋ ਗਈ ਕਿ ਮੈਂ ਆਪਣੀ ਮਾਂ ਦਾ ਜ਼ਿਆਦਾ ਧਿਆਨ ਰੱਖ ਰਹੀ। ਇਹ ਅੱਜ ਮੇਰਾ ਕੋਈ ਮੁਕਾਮ ਨਹੀਂ ਹੈ ਦੁਨੀਆ ਦੀ ਨਜ਼ਰ ਦੇ ਵਿੱਚ। ਕੱਲ ਨੂੰ ਮੈਂ ਸਕਸੈਸਫੁਲ ਹੋ ਜਾਨੀ ਆ, ਮੈਨੂੰ ਜੈਨੂਇਨ ਨਹੀਂ ਲੱਗਦਾ ਕਿ ਮੇਰਾ ਬੇਟਾ ਜਿਹੜਾ ਆ ਉਹ ਕਰ ਸਕਦਾ ਇਸ ਫੀਲਡ 'ਚ, ਉਹਦਾ ਇੰਟਰਸਟ ਵੀ ਹੈ, ਤੇ ਮੈਂ ਕਿਉਂ ਨਹੀਂ ਉਹਨੂੰ ਸਪੋਰਟ ਕਰੂੰਗੀ। ਇੱਕ ਮੈਡੀਕਲ ਜਿਹੜੀ ਵੱਡੀ ਕੁੜੀ ਨੇ ਕਰ ਲਿਆ ਹੁੰਦਾ ਤੇ ਛੋਟੀ ਭੈਣ ਨੂੰ ਆਪਣੀ ਨੂੰ ਨਹੀਂ ਕਹਿੰਦੀ ਵੀ ਹਾਂ ਤੂੰ ਆ ਕਰ। ਏਦਾਂ ਤਾਂ ਫਿਰ ਅਸੀਂ ਸਾਰੇ ਨੈਪੋਟਿਜ਼ਮ ਕਰਦੇ ਹਾਂ, ਅਸੀਂ ਸਾਰੇ ਨੈਪੋਟਿਜ਼ਮ ਤੇ ਗਿਲਟੀ ਆ ਫਿਰ। ਔਰ ਇਹ ਉਹ ਲੋਕ ਨੇ ਜਿਹੜੇ ਜਿੱਦਾਂ ਹੁਣ ਤੈਮੂਰ ਦੀ ਮੈਂ ਗੱਲ ਕੀਤੀ, ਤੈਮੂਰ ਜਿਹੜਾ ਆ ਉਹਨੂੰ ਪਤਾ ਵੀ ਨਹੀਂ ਹੈ ਕਿ ਉਹ ਆਲਰੇਡੀ ਉਹ ਕਿੰਨਾ ਜ਼ਿਆਦਾ ਵਾਂਟਡ ਹੈ, ਤੇ ਜੇ ਕੋਈ ਪ੍ਰੋਡਿਊਸਰ ਕੱਲ ਨੂੰ ਉਹਨੂੰ ਫਿਲਮ ਦੇ ਵਿੱਚ ਲਾਂਚ ਕਰਦਾ ਆ, ਉਹਨੂੰ ਪ੍ਰੋਡਿਊਸਰ ਨੂੰ ਇਹ ਪਤਾ ਆ ਕਿ ਮੇਰੀ ਜਿਹੜੀ ਫਰਸਟ ਡੇ ਆਡੀਅנס ਆਣੀ ਆ ਨਾ, ਉਹ ਤੈਮੂਰ ਕਰਕੇ ਆ ਜਾਣੀ ਹੈ, ਤੇ ਜੇ ਮੈਨੂੰ ਬਿਜ਼ਨਸ 'ਚ ਫਾਇਦਾ ਹੋ ਰਿਹਾ ਤੇ ਜੇ ਉਹ ਆਪਣੇ ਬਿਜ਼ਨਸ ਬਾਰੇ ਸੋਚ ਰਿਹਾ ਤੇ ਵਾਟ ਇਜ਼ ਰੋਂਗ ਇਨ ਦੈਟ। ਤੁਸੀਂ ਵੀ ਆਪਣਾ ਕੰਮ ਕਰੋ, ਉਹਨੂੰ ਵੀ ਆਪਣਾ ਕੰਮ ਕਰਨ ਦਿਓ, ਔਰ ਜੇ ਤੁਹਾਡੇ 'ਚ ਵਾਕਈ ਟੈਲੈਂਟ ਹੈ, ਜੇ ਵਾਕਈ ਤੁਸੀਂ ਡਿਜ਼ਰਵ ਕਰਦੇ ਹੋ, ਤੇ ਤੁਹਾਡੇ ਤੋਂ ਤੁਹਾਡਾ ਮੌਕਾ ਕੋਈ ਨਹੀਂ ਖੋ ਸਕਦਾ। ਇਹ ਵੀ ਬਹੁਤ ਦੇਖਿਆ ਗਿਆ ਇਸ ਸਮੇਂ ਦੇ ਵਿੱਚ, ਜਿਹੜੇ ਆਰਟਿਸਟ ਨੂੰ ਜਾਂ ਜਿਹੜੇ ਐਕਟਰਸ ਨੂੰ, ਐਕਟਰਸ ਨੂੰ ਇੰਨਾ ਵਧੀਆ ਕਿਹਾ ਗਿਆ ਪਿਛਲੇ ਸਮੇਂ ਵਿੱਚ, ਉਹਨਾਂ ਦੇ ਕੰਮ ਨੂੰ ਇੰਨਾ ਜ਼ਿਆਦਾ ਐਪਰੀਸ਼ੀਏਟ ਕੀਤਾ ਗਿਆ, ਇਸ ਦੌਰਾਨ ਉਹਨਾਂ ਨੂੰ ਬਿਲਕੁਲ ਹੀ ਡੀਗ੍ਰੇਡ ਕਰਨਾ ਸ਼ੁਰੂ ਕਰ ਦਿੱਤਾ। ਫੋਲੋਜ਼ ਜਿਹੜੇ ਹੈ ਕੱਟਣੇ ਸ਼ੁਰੂ ਹੋ ਗਏ ਉਹਨਾਂ ਦੇ, ਹੈ ਨਾ, ਉਹਨਾਂ ਦੇ ਮੀਮਸ ਇੰਨੇ ਬਣਨ ਲੱਗ ਪਏ। ਉਹੀ ਆਲਿਆ ਭੱਟ ਜਿਹੜੀ ਉਹਨਾਂ ਨੂੰ ਰਾਜ਼ੀ 'ਚ ਇੰਨੀ ਵਧੀਆ ਲੱਗੀ, ਹੈ ਨਾ, ਅੱਜ ਸਟੂਡੈਂਟ ਆਫ ਦੀ ਈਅਰ ਵਾਲੀ ਗੱਲ ਨੂੰ ਲੈ ਕੇ ਆ ਗਏ ਸਾਰੇ ਕਿ ਭਈ ਉੱਥੇ ਤਾਂ ਉਹਨੂੰ ਐਕਟਿੰਗ ਵੀ ਨਹੀਂ ਆਉਂਦੀ ਸੀ, ਤੇ ਕਰਨ ਜੌਹਰ ਨੇ ਤੇ ਭਈ ਪੂਰਾ ਨੈਪੋਟਿਜ਼ਮ ਵਾਲਾ ਗੇਮ ਖੇਡਿਆ ਤੇ ਇਹਨਾਂ ਨੂੰ ਜਿਹੜਾ ਲਾਂਚ ਕੀਤਾ। ਹਾਲਾਂਕਿ ਬਹੁਤ ਘੱਟ ਲੋਕੀ ਏਦਾਂ ਸਾਨੂੰ ਸੁਣਨ ਵਿੱਚ ਆਇਆ ਹੈ ਕਿ ਜਦੋਂ ਕਰਨ ਜੌਹਰ ਨੇ ਆਲਿਆ ਨੂੰ, ਸਿਧਾਰਥ ਨੂੰ ਔਰ ਵਰੁਣ ਨੂੰ ਜਦੋਂ ਉਸ ਫਿਲਮ ਤੋਂ ਡੈਬਿਊ ਉਹਨਾਂ ਦਾ ਕਰਵਾਇਆ ਹੈ, ਸੋ ਉਸਦੇ ਵਿੱਚ ਉਹਨਾਂ ਨੇ ਪੈਸੇ ਨਹੀਂ ਦਿੱਤੇ ਸੀਗੇ। ਆਲਿਆ ਉਹਨਾਂ ਨੂੰ ਪੈਸੇ ਨਹੀਂ ਦਿੱਤੇ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਭਈ ਤੁਹਾਨੂੰ ਪੈਸੇ ਦਿੱਤੇ ਨਹੀਂ ਦਿੱਤੇ ਉਹ ਗੱਲਾਂ ਮੈਟਰ ਹੀ ਨਹੀਂ ਕਰਦੀਆਂ ਨੇ। ਹਾਂ, ਅਲਟੀਮੇਟਲੀ ਤੁਸੀਂ ਇੱਥੇ ਆ ਕੇ ਮੇਰੇ ਕੋਲ ਜਦੋਂ ਤੁਸੀਂ ਇੰਟਰਵਿਊ, ਮੰਨ ਲਓ ਤੁਸੀਂ ਇਹ ਐਗਜ਼ਾਮਪਲ ਹੀ ਮੈਂ ਤੁਹਾਨੂੰ ਇੱਕ ਬਹੁਤ ਬੇਸਿਕ ਐਗਜ਼ਾਮਪਲ ਦਿੰਦੀ ਹਾਂ ਕਿ ਤੁਸੀਂ ਕਿਸੇ ਰੈਸਟੋਰੈਂਟ 'ਚ ਗਏ ਹੋ ਤੇ ਤੁਸੀਂ ਕੁਝ ਜੋ ਆਰਡਰ ਕੀਤਾ ਆ ਉਹ ਤੁਹਾਡੇ ਕੋਲ ਆਇਆ ਆ, ਤੇ ਤੁਸੀਂ ਉਹਨੂੰ ਖਾ ਕੇ ਦੇਖਿਆ ਤੇ ਤੁਹਾਨੂੰ ਦੋ ਸਿਚੁਏਸ਼ਨਸ ਆ, ਜਾਂ ਤੁਹਾਨੂੰ ਉਹ ਚੀਜ਼ ਬਹੁਤ ਸਵਾਦ ਲੱਗੀ ਹੈ ਜਾਂ ਨਹੀਂ ਲੱਗੀ, ਤੇ ਜਾਂ ਤੁਹਾਨੂੰ ਉਹ ਜਾਂ ਬਿਲਕੁਲ ਨਹੀਂ ਸਵਾਦ ਲੱਗੀ। ਜੇ ਤੁਹਾਨੂੰ ਮੰਨ ਲਓ ਫਰਜ਼ ਕਰੋ ਤੁਹਾਨੂੰ ਜੇ ਤੁਹਾਨੂੰ ਉਹ ਸਵਾਦ ਲੱਗੀ ਤੁਸੀਂ ਫੇਰ ਦੁਬਾਰਾ ਉਸ ਰੈਸਟੋਰੈਂਟ 'ਚ ਆਓਗੇ, ਜੇ ਤੁਹਾਨੂੰ ਉਹ ਸਵਾਦ ਨਹੀਂ ਲੱਗੀ ਤੁਸੀਂ ਦੁਬਾਰਾ ਨਹੀਂ ਆਓਗੇ, ਹੈ ਨਾ। ਤੇ ਉਦਾਂ ਹੀ ਜੇ ਤੁਸੀਂ ਮੰਨ ਲਓ ਤੁਹਾਨੂੰ ਇੰਨੀ ਭੈੜੀ ਲੱਗੀ ਕਿ ਤੁਸੀਂ ਬੁਲਾਓ ਤੇ ਤੁਸੀਂ ਉਹਨੂੰ ਸ਼ੈਫ ਨੂੰ ਕਹੋਗੇ ਤੂੰ ਕਿੱਦਾਂ ਗਲਤ ਕੀਤਾ, ਤੇ ਸ਼ੈਫ ਤੁਹਾਨੂੰ ਇਹ ਕਵੇ ਅੱਜ ਤੇ ਮੈਂ ਵਧੀਆ ਬਣਾਉਣਾ ਸੀਗਾ ਪਰ ਉਹ ਕੀ ਹੋਇਆ ਕਿ ਜਦੋਂ ਮੈਂ ਵਿੱਚ ਲੂਣ ਪਾਉਣ ਲੱਗਾ ਤਾਂ ਮੈਨੂੰ ਕਿਸੇ ਨੇ ਆਵਾਜ਼ ਮਾਰ ਲਈ, ਤੇ nobody is interested in that। ਬਿਲਕੁਲ ਇੰਡਸਟਰੀ ਜਿਹੜੀ ਹੈ ਅਲਟੀਮੇਟਲੀ ਰਿਜ਼ਲਟ ਦੇਖਦੀ ਆ, ਔਰ ਰਿਜ਼ਲਟ ਕਰਕੇ ਤੁਸੀਂ ਜੇ ਤੁਸੀਂ 4 ਫਿਲਮਾਂ ਭੈੜੀਆਂ ਦੇਤੀਆਂ ਔਰ ਤੁਹਾਡਾ ਈਵਨ ਬਾਹਰਲੇ ਜਿਹੜੇ ਐਕਟਰਸ ਵੀ ਆਉਂਦੇ ਆ, ਇੱਕ ਫਿਲਮ ਦੇ ਵਿੱਚ ਬਹੁਤ ਵਧੀਆ ਕਲਿੱਕ ਕਰਦੇ ਆ, ਦੂਜੀ ਫਿਲਮ ਦੇ ਵਿੱਚ ਸੇਮ ਕਰ ਰਹੇ ਆ, ਤੀਜੀ 'ਚ ਵੀ ਸੇਮ ਕਰ ਰਹੇ ਆ, ਚੌਥੀ 'ਚ ਲੋਕਾਂ ਨੂੰ ਇੰਟਰਸਟ ਨਹੀਂ ਰਹਿ ਜਾਂਦਾ, ਬੋਰ ਹੋ ਜਾਂਦੇ ਆ। ਪਤਾ ਹੀ ਹੈ ਸੇਮ ਕਰਨਾ ਹੈ। ਮੈਂ ਇਹ ਨਾ ਇੰਡਸਟਰੀ ਕਿਸੇ ਲਈ ਕਾਈਂਡ ਨਹੀਂ ਹੈ, ਕਿਸੇ ਲਈ ਕਾਈਂਡ ਨਹੀਂ ਹੈ। ਜੇ ਤੁਸੀਂ ਚੰਗਾ ਕੰਮ ਕਰੋਗੇ ਤੁਸੀਂ ਸਰਵਾਈਵ ਕਰੋਗੇ, ਜੇ ਤੁਸੀਂ ਕੰਮ ਚੰਗਾ ਨਹੀਂ ਕਰੋਗੇ ਤਾਂ ਤੁਸੀਂ ਨਹੀਂ ਸਰਵਾਈਵ ਕਰੋਗੇ। ਅਮਿਤਾਭ ਬੱਚਨ ਜੀ ਦਾ ਕੈਰੀਅਰ ਗ੍ਰਾਫ ਤੁਸੀਂ ਦੇਖੋ, ਹਜ਼ਾਰਾਂ ਹਿੱਟ ਤੇ ਫਲॉप्स ਦੇਣ ਤੋਂ ਬਾਅਦ ਇਸ ਵੇਲੇ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਉਹ ਮੁਕਾਮ ਹਾਸਲ ਕੀਤਾ ਹੈ ਕਿ ਉਹਨਾਂ ਦੀ ਏਜ ਦੇ ਹਿਸਾਬ ਦੇ ਨਾਲ ਉਹਨਾਂ ਦੀ ਸਕ੍ਰਿਪਟਸ ਲਿਖੀਆਂ ਜਾਂਦੀਆਂ। ਉਹਨਾਂ ਦੇ ਕੰਟੈਂਪਰੇਰੀ ਹੋਰ ਇੰਨੇ ਕਿੰਨੇ ਐਕਟਰ ਹੈ ਜਿਨ੍ਹਾਂ ਬਾਰੇ ਇਦਾਂ ਲਿਖਿਆ ਜਾ ਰਿਹਾ, ਬਿਲਕੁਲ ਨਹੀਂ ਲਿਖਿਆ ਜਾ ਰਹੀਆਂ। ਮਤਲਬ ਉਹਨਾਂ ਦੀ ਇਸ ਸਾਲ ਰਿਲੀਜ਼ ਹੋਈ ਫਿਲਮ ਕੁਝ ਦਿਨ ਪਹਿਲਾਂ ਜੀ, ਗੁਲਾਬੋ ਸਿਤਾਬ, ਹੈ ਨਾ। ਮਤਲਬ ਇਸ ਏਜ ਦੇ ਵਿੱਚ ਆ ਕੇ ਤੁਸੀਂ ਕਿਸੇ ਡਾਇਰੈਕਟਰ ਨੂੰ ਏਦਾਂ ਉਹ ਕਰੋ, ਇੱਕ ਤਰੀਕੇ ਨਾਲ ਉਹਦੀ ਮਿਊਜ਼ ਬਣੋ ਕਿ ਤੁਹਾਨੂੰ ਸੋਚ ਕੇ ਕਿਰਦਾਰ ਲਿਖਿਆ ਜਾਵੇ ਇਸ ਏਜ 'ਚ ਆ ਕੇ। ਉਹਨਾਂ ਦੇ ਕੰਟੈਂਪਰੇਰੀਜ਼ ਜਿਹੜੇ ਆ, ਕਿੰਨੇ ਐਕਟਰ ਨੇ ਜਿਨ੍ਹਾਂ ਨੂੰ ਅੱਜ ਤੁਸੀਂ ਫਿਰ ਜਾ ਕੇ ਦੇਖਣਾ ਚਾਹੋਗੇ? ਕੋਈ ਨਹੀਂ ਹੈ, ਕਿਉਂਕਿ ਅਲਟੀਮੇਟਲੀ ਜਿਨ੍ਹਾਂ ਨੇ ਕੰਮ ਨੂੰ ਉਹਨਾਂ ਜ਼ਿਆਦਾ ਨਹੀਂ ਕਰਦੇ ਰਹੇ ਜਾਂ ਉਸ ਫੀਲਡ 'ਚ ਨਹੀਂ ਰਹੇ ਜਾਂ ਉਹਨਾਂ ਦੇ ਕੰਮ ਦੇ ਵਿੱਚ ਉਦਾਂ ਦੀ ਇੰਪਰੂਵਮੈਂਟ ਕਿਸੇ ਨੇ ਨਹੀਂ ਦੇਖੀ, ਤਾਂ ਆਡੀਅנס ਨੇ ਵੱਡੇ ਹੀਰੋ, ਵੱਡੇ ਸੁਪਰਸਟਾਰਸ ਨੂੰ ਵੀ ਇੱਕ ਪੁਆਇੰਟ ਤੇ ਆ ਕੇ ਰਿਜੈਕਟ ਕਰਤਾ। ਸੋ ਇਹ ਇੰਡਸਟਰੀ ਕਿਸੇ ਲਈ ਕਾਇੰਡ ਨਹੀਂ ਹੈ। ਇਸ ਟੌਪਿਕ ਤੇ ਬਸ ਮੈਂ ਇਹ ਆਖਰੀ ਮੇਰਾ ਸਵਾਲ ਹੋਊਗਾ ਕਿ ਕਿਉਂ ਜਦੋਂ ਏਦਾਂ ਦੇ ਹਾਦਸੇ ਹੋ ਜਾਂਦੇ, ਜਦੋਂ ਏਦਾਂ ਚੀਜ਼ਾਂ ਵਾਪਰ ਜਾਂਦੀਆਂ ਹੈ ਨਾ, ਕਿਸੇ ਦੀ
ਜਾਨ ਤੋਂ ਕੀਮਤੀ ਤਾਂ ਕੁਝ ਵੀ ਨਹੀਂ ਹੈ, ਪੈਸਾ ਵੀ ਨਹੀਂ ਹੈ ਨਾ। ਜਦੋਂ ਜਾਨ ਚੱਲ ਜਾਂਦੀ ਹੈ ਉਸ ਤੋਂ ਬਾਅਦ ਫਿਰ ਲੋਕੀ ਕਿਉਂ ਆ ਕੇ ਰੋਲਾ ਪਾਉਂਦੇ ਆ? ਯਾਰ ਇਹ ਤਾਂ ਹੁਣ ਹਰ ਇੱਕ ਦਾ ਆਪਣਾ ਆਪਣਾ ਤਰੀਕਾ, ਪਰ ਮੇਰਾ ਕਹਿਣ ਦਾ ਮਤਲਬ ਸਿਰਫ ਇਹ ਹੈ ਕਿ ਇਦਾਂ ਦਾ ਇਨਸੀਡੈਂਟ ਸਾਨੂੰ ਐਜ਼ ਸੋਸਾਇਟੀ ਝੰਜੋੜਨਾ ਚਾਹੀਦਾ ਆ। ਮੈਂ ਬਿਲਕੁਲ ਨਹੀਂ ਮੰਨਦੀ ਕਿ ਫਿਲਮ ਇੰਡਸਟਰੀ ਦੀ ਗਲਤੀ ਆ ਜਾਂ ਕਿਸੇ ਦੀ ਗਲਤੀ ਆ, ਮੈਨੂੰ ਲੱਗਦਾ ਐਜ਼ ਸੋਸਾਇਟੀ ਸਾਡੀ ਗਲਤੀ ਆ। ਇੱਥੇ ਮੇਰੇ ਕਿੰਨੇ ਐਕਟਰਸ ਇਦਾਂ ਦੇ ਦੋਸਤ ਹੈਗੇ ਆ ਜਿਨ੍ਹਾਂ ਨੂੰ, ਮੈਂ ਵੀ ਇਹ ਚੀਜ਼ਾਂ ਝੱਲੀਆਂ ਕਿ ਜਦੋਂ ਸ਼ੁਰੂ ਚ ਅਸੀਂ ਆਏ ਸੀ ਤੇ ਹਰ ਦੂਸਰੇ ਤੀਸਰੇ ਦਿਨ ਰਿਸ਼ਤੇਦਾਰ ਫੋਨ ਕਰਕੇ ਪੁੱਛਦੇ, ਹਾਂ ਕੀ ਬਣਿਆ ਤੇਰਾ? ਕੁਝ ਨਹੀਂ ਬਣਿਆ ਅਜੇ। ਅੱਛਾ, ਓਹੋ, ਤਾਂ ਆ ਜਾ ਨਾ, ਵਾਪਸ ਆ ਜਾ। ਫਿਰ ਉਹਨਾਂ ਨੇ ਤੇ ਇੱਕ ਵਾਰੀ ਫੋਨ ਤੇ ਗੱਲ ਕਰਤੀ, ਉਸ ਤੋਂ ਬਾਅਦ ਉਹਨਾਂ ਸਾਰਿਆਂ ਦੀ ਜੋ ਬੁਰੀ ਹਾਲਤ। ਕਿੰਨੇ ਕੁ ਲੋਕ ਨੇ ਜਿਹੜੇ ਆਪਣੇ ਮਤਲਬ ਅੱਖਾਂ ਬੰਦ ਕਰਕੇ ਕਿਸੇ ਨੂੰ ਵਿਸ਼ਵਾਸ ਕਰਕੇ ਕਹਿੰਦੇ ਕਿ ਟੈਨਸ਼ਨ ਨਾ ਲੈ, ਮੈਂ ਹੈਗਾ। ਬਿਲਕੁਲ, ਹੈ ਨਾ, ਕੋਈ ਨਹੀਂ ਕਰਦਾ। ਔਰ ਜਿੱਦਾਂ ਬੱਚੇ, ਤੁਸੀਂ ਸੁਸਾਈਡਸ ਦੀ ਗੱਲ ਕਰਦੇ ਹੋ, ਸੁਸਾਈਡਸ ਇੱਥੇ ਕੱਲੀਆਂ ਨਹੀਂ ਹੁੰਦੀਆਂ। ਨਿਆਣੇ ਮੈਥਸ ਵਿੱਚ ਪੂਰੇ ਨੰਬਰ ਨਹੀਂ ਆਏ ਤੇ ਉਹਦੇ ਕਰਕੇ ਵੀ ਸੁਸਾਈਡ ਕਰਦੇ। ਬਿਲਕੁਲ ਬਿਲਕੁਲ। ਸੋ ਐਜ਼ ਸੋਸਾਇਟੀ ਜਿਹੜੀ ਸਾਡੀ ਐਂਗਜ਼ਾਈਟੀ ਹੈ, ਮਤਲਬ ਤੁਸੀਂ ਰਿਐਲਿਟੀ ਸ਼ੋਜ਼ ਦੇਖੋ, ਛੋਟੇ ਛੋਟੇ ਬੱਚੇ ਜਿਹੜੇ ਆ, ਜੇ ਉਹ ਲੂਜ਼ ਕਰ ਜਾਂਦੇ ਨਾ ਕੋਈ ਕਿਸੇ ਲੈਵਲ ਤੇ ਆ ਕੇ, ਉਹ ਨਹੀਂ ਰੋ ਰਹੇ ਹੁੰਦੇ, ਪੇਰੈਂਟਸ ਰੋ ਰਹੇ ਹੁੰਦੇ। ਤਾਂ ਬੱਚੇ ਨੂੰ ਤੁਸੀਂ ਕੀ ਦੱਸ ਰਹੇ ਹੋ ਕਿ ਯੂ ਹੈਵ ਬੀਨ ਅ ਫੇਲਿਅਰ? ਬਿਲਕੁਲ। ਸੋ ਇਹ ਚੀਜ਼, ਇਨਫੈਕਟ ਸੁਸ਼ਾਂਤ ਸਿੰਘ ਰਾਜਪੂਤ ਦੀ ਜਿਹੜੀ ਫਿਲਮ ਆਈ ਆ ਉਹ ਛਿਛੋਰੇ, ਉਹਦੇ ਚ ਤਾਂ ਟੌਪਿਕ ਹੀ ਇਹ ਸੀ ਕਿ ਲਾਈਫ ਚ ਦੇਖੋ, ਲਾਈਫ ਦੇ ਵਿੱਚ ਤੁਹਾਨੂੰ ਸਾਰਾ ਕੁਝ ਜਿੱਦਾਂ ਤੁਸੀਂ ਚਾਹੁੰਦੇ ਉਦਾਂ ਨਹੀਂ ਹੁੰਦਾ। ਬਿਲਕੁਲ। ਬਟ ਤੁਸੀਂ ਬਹੁਤ ਚੀਜ਼ਾਂ ਜਿਹੜੀਆਂ ਤੁਹਾਨੂੰ ਮਿਲੀਆਂ ਉਹਨਾਂ ਨੂੰ ਵੀ ਤੇ ਐਪਰੀਸ਼ੀਏਟ ਕਰਨਾ ਸਿੱਖੇ ਨਾ ਬੰਦਾ। ਬਿਲਕੁਲ। ਜਿੱਦਾਂ ਹਰੀਵੰਸ਼ ਰਾਏ ਬੱਚਨ ਜੀ ਦੀਆਂ ਲਾਈਨਸ ਨੇ, ਮਨ ਕਾ ਹੋ ਤਾਂ ਅੱਛਾ, ਮਨ ਕਾ ਨਾ ਹੋ ਤਾਂ ਔਰ ਵੀ ਅੱਛਾ। ਐਂਡ ਯੂ ਡੋਂਟ ਨੋ ਕਿ ਜਿਹੜੀ ਚੀਜ਼ਾਂ ਤੁਹਾਡੇ ਨਾਲ ਨਹੀਂ ਹੋਈਆਂ, ਮੇ ਬੀ ਦੇ ਵਰ ਬਲੇਸਿੰਗ ਇਨ ਡਿਸਗਾਈਜ਼। ਕਹਿ ਨਹੀਂ ਸਕਦੇ ਆਪਾਂ। ਬਿਲਕੁਲ। ਸੋ ਵੈਸੇ ਵੀ ਅਗਰ ਡਿਬੇਟ ਕਰੀ ਤਾਂ ਬਹੁਤ ਅੱਗੇ ਗੱਲ ਜਾਓਗੇ, ਬਟ ਮੈਨੂੰ ਲੱਗਦਾ ਕਿ ਜਿੰਨੇ ਕ ਆਪਾਂ ਇਸ ਬਾਰੇ ਗੱਲਬਾਤ ਕੀਤੀ, ਮੈਨੂੰ ਲੱਗਦਾ ਕਿ ਬਿਲਕੁਲ ਸਹੀ ਤੁਸੀਂ ਕਿਹਾ ਹੈ ਨਾ ਕਿ ਇਹ ਤਾਂ ਆਪਣੀ ਮਿਹਨਤ ਹੈ। ਇਨ ਸ਼ਾਰਟ ਐਂਡ ਨਟਸ਼ਲ ਆਪਾਂ ਕਹੀਏ ਕਿ ਆਪਣੀ ਮਿਹਨਤ ਹੈ। ਜਿਹਦੀ ਮਿਹਨਤ ਹੋਏਗੀ ਔਰ ਜਿਹਦੀ ਥੋੜੀ ਜਿਹੀ ਕਿਸਮਤ ਨਾਲ ਹੋਏਗੀ, ਉਹ ਤਾਂ ਚਲੂਗਾ ਹੀ ਚਲੂਗਾ, ਉਹਨੂੰ ਕੋਈ ਨਹੀਂ ਰੋਕ ਸਕਦਾ। ਔਰ ਬਾਕੀ ਤੇ ਔਰ ਇਹ ਇਕੱਲੀ ਫਿਲਮ ਇੰਡਸਟਰੀ ਦੀ ਗੱਲ ਨਹੀਂ ਹੈ, ਹਰ ਫੀਲਡ ਦੀ ਗੱਲ ਹੈ। ਬਿਲਕੁਲ। ਤੁਹਾਡਾ ਸੁਪਨਾ ਆ, ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਉਹਨੂੰ ਨਰਚਰ ਕਰੋ ਤੇ ਉਹਨੂੰ ਬਚਾ ਕੇ ਰੱਖੋ ਕਿਸੇ ਵੀ ਗੱਲ ਤੋਂ। ਮੈਂ ਨਹੀਂ ਕਹਿੰਦੀ ਵੀ ਤੁਹਾਡੇ ਨਾਲ ਇਦਾਂ ਨਹੀਂ ਹੋਊਗਾ, ਜੇ ਹੁੰਦਾ ਵੀ ਹੈ ਤੁਹਾਡੇ ਨਾਲ ਤੇ ਤੁਹਾਡਾ ਸੁਪਨਾ ਜ਼ਿਆਦਾ ਸਟਰੋਂਗ ਹੈ, ਤੁਹਾਡੀ ਵਿਸ਼ ਜ਼ਿਆਦਾ ਸਟਰੋਂਗ ਹੈ। ਅਰੇ ਸਰ ਕਿ ਇੰਨੇ ਕਰੀਅਰ ਦੇ ਵਿੱਚ ਹੈ ਨਾ, ਜਿੱਥੇ ਤੁਸੀਂ ਥੀਏਟਰ ਵੀ ਕੀਤਾ, ਜਿੱਥੇ ਤੁਸੀਂ ਨਾਟਕ ਵੀ ਕੀਤੇ, ਸੀਰੀਅਲਸ ਕੀਤੇ ਆ, ਜਿੱਥੇ ਫਿਲਮਾਂ ਵੀ ਕੀਤੀਆਂ, ਸੋ ਕਦੀ ਇਦਾਂ ਫੀਲ ਹੋਇਆ ਕਿ ਮੈਂ ਉਹ ਵਾਲਾ ਕਰੈਕਟਰ ਹਜੇ ਤੱਕ ਪਲੇ ਹੀ ਨਹੀਂ ਕੀਤਾ ਜੋ ਮੈਂ ਕਰਨਾ ਚਾਹੁੰਦੀ ਸੀ? ਜਾਂ ਫਿਰ ਇਦਾਂ ਦੇ ਗ੍ਰੇ ਸ਼ੇਡ ਕਰੈਕਟਰ ਬਾਰੇ ਜੇ ਪੁੱਛਣਾ ਚਾਹੂੰ ਮੈਂ ਤੁਹਾਡੇ ਤੋਂ, ਕਦੀ ਜ਼ਿਹਨ ਵਿੱਚ ਆਇਆ ਕਿ ਹਾਂ ਮੈਂ ਗ੍ਰੇ ਸ਼ੇਡ ਕਰੈਕਟਰ ਵੀ ਕਰਨਾ ਚਾਹੁੰਦੀ ਹਾਂ ਬਿਗ, ਮਤਲਬ ਵੱਡੇ ਪਰਦੇ ਉੱਤੇ? ਦੇਖੋ ਨੇਹਾ, ਮੈਂ ਨਾ ਪਹਿਲਾਂ ਨਹੀਂ ਸੀ ਇਹ ਗੱਲ ਮੰਨਦੀ ਹੁੰਦੀ, ਪਰ ਹੁਣ ਮੈਂ ਬਹੁਤ ਜ਼ਿਆਦਾ ਐਕਸਪੀਰੀਅੰਸ ਚ ਇੰਨੀ ਗੱਲ ਕਹਿ ਰਹੀ ਹਾਂ ਕਿ ਜਿਹੜਾ ਸਿਨੇਮਾ ਹੈ ਨਾ, ਉਹ ਟੋਟਲੀ ਇਟਸ ਅ ਡਾਇਰੈਕਟਰਸ ਮੀਡੀਅਮ। ਸੋ ਜਦੋਂ ਤੁਸੀਂ ਫਿਲਮ ਜਾਂ ਟੀਵੀ ਲਈ ਤੁਸੀਂ ਕੁਝ ਕਰਦੇ ਹੋ, ਉਦੋਂ ਤੁਸੀਂ ਸਿਰਫ ਆਪਣੇ ਡਾਇਰੈਕਟਰ ਨੂੰ ਇਨੇਬਲ ਕਰ ਰਹੇ ਹੁੰਦੇ ਹੋ ਕਿ ਉਹ ਜੋ ਕਹਿਣਾ ਚਾਹੁੰਦਾ, ਉਹਦਾ ਜੋ ਵਿਜ਼ਨ ਹੈ, ਜਾਂ ਉਹਨੇ ਜਿਹੜੇ ਰੋਲ 'ਚ ਮੈਨੂੰ ਕਾਸਟ ਕੀਤਾ ਆ, ਉਹਨੂੰ ਮੈਂ ਕਿੰਨਾ ਬੈਸਟ ਤਰੀਕੇ ਨਾਲ ਪਹੁੰਚਾ ਸਕਦੀ, ਮੈਂ ਉਹਦੀ ਸੋਚ ਨੂੰ ਸਪੋਰਟ ਕਰ ਰਹੀ ਹਾਂ। ਉੱਥੇ ਮੈਂ ਜੋ ਕਰਨਾ ਚਾਹੁੰਦੀ ਹੈ, ਉਹ ਮੈਂ ਸ਼ੋਅ ਜਿਹੜਾ ਆਪਣੇ ਤੇ ਫੋਕਸ ਨਹੀਂ ਚਾਹੁੰਦੀ। ਜੇ ਸੀਨ ਡਿਮਾਂਡ ਕਰਦਾ ਹੈ ਤਾਂ ਉਹ ਚੀਜ਼ ਆਪਣੇ ਆਪ ਮੇਰੇ ਨਾਲ ਹੋ ਜਾਏਗੀ, ਜੇ ਨਹੀਂ ਡਿਮਾਂਡ ਕਰਦਾ ਤੇ ਉਹ ਜੋ ਸੀਨ ਦੀ ਰਿਕੁਆਇਰਮੈਂਟ ਮੈਂ ਉਸ ਹਿਸਾਬ ਨਾਲ ਕਰਦੀ ਹਾਂ। ਸੋ ਇਸ ਕਰਕੇ ਜਿਹੜੀ ਏਦਾਂ ਦੀ ਭੁੱਖ ਹੁੰਦੀ ਹੈ ਕਿ ਮੈਂ ਆਪਣੀ ਮਰਜ਼ੀ ਦਾ ਕਿਰਦਾਰ ਕਰਨਾ, ਉਹ ਮੈਂ ਥੀਏਟਰ 'ਚ ਪੂਰੀ ਕਰਦੀ ਹਾਂ। ਉਹ ਥੀਏਟਰ ਜਿਹੜਾ ਮੈਨੂੰ ਉਹ ਤਿਆਰ ਰੱਖਦਾ। ਹੁਣ ਮੈਂ ਇਸ ਵੇਲੇ ਤਿੰਨ ਕਹਾਣੀਆਂ ਨੇ ਜਿਨ੍ਹਾਂ ਦੇ ਸੋਲੋ ਪਰਫਾਰਮੈਂਸਿਸ ਜਿਨ੍ਹਾਂ ਤੇ ਮੈਂ ਕੰਮ ਕਰ ਰਹੀ ਹਾਂ। 2 ਮੇਰੀਆਂ ਉਹਨਾਂ ਦੇ ਮੈਂ ਸ਼ੋਜ਼ ਕਰ ਚੁੱਕੀ, ਇੱਕ ਜਿਹੜੀ ਮੈਂ ਉਹ ਤਿਆਰ ਕਰਦੀ ਪਈ। ਉਹ ਸਾਰੀਆਂ ਉਹ ਕਹਾਣੀਆਂ ਨੇ ਜਿਹੜੀਆਂ ਮੈਂ ਆਪਣੇ ਲਈ ਆਪੇ ਚੂਜ਼ ਕੀਤੀਆਂ, ਜਿੱਦਾਂ ਦੇ ਮੈਂ ਕਿਰਦਾਰ ਕਰਨਾ ਚਾਹੁੰਦੀ ਹਾਂ। ਸੋ ਉਹਦੇ ਤੇ ਮੇਰੀ ਮਿਹਨਤ ਚੱਲ ਰਹੀ ਹੈ। ਤੇ ਉਹ ਜੇ ਬਾਈ ਚਾਂਸ ਮੈਨੂੰ ਸਿਨੇਮਾ ਦੇ ਵਿੱਚ ਉਦਾਂ ਦਾ ਕੋਈ ਰੋਲ ਆਫਰ ਹੋ ਜਾਏਗਾ ਤੇ ਵੈਰੀ ਗੁੱਡ। ਛਪਾਕ ਮੇਰਾ ਬਹੁਤ ਪਸੰਦੀਦਾ ਰੋਲ ਹੈ, ਪਰ ਉਹ ਜਿਹਨੂੰ ਕਹਿੰਦੇ ਨਾ, ਇੱਕ ਉੱਤੋਂ ਬਲੈਸਿੰਗ ਵਾਂਗੂ ਆਇਆ ਮੇਰੇ ਕੋਲ ਕਿ ਮੈਨੂੰ ਲੱਗਾ ਕਿ ਅੱਛਾ, ਜਿਹੜਾ ਰੋਲ ਮੈਂ ਜਿੱਦਾਂ ਦਾ ਕਰਨਾ ਚਾਹੁੰਦੀ ਸੀ ਉਦਾਂ ਦਾ ਮੈਨੂੰ ਮਿਲ ਵੀ ਗਿਆ ਤੇ ਮੈਂ ਪੂਰਾ ਜ਼ੋਰ ਲਾਇਆ ਉਹਦੇ 'ਚ। ਸੋ ਜਦੋਂ ਹਾਲਾਤ ਹੁਣ ਬਿਲਕੁਲ ਠੀਕ ਹੋਣਗੇ ਤੇ ਉਸ ਤੋਂ ਬਾਅਦ ਫਿਰ ਕੀ ਪਲਾਨਸ ਹੈਗੇ ਕਿ ਕਿਹੜੇ ਪ੍ਰੋਜੈਕਟਸ ਆਉਣ ਵਾਲੇ ਤੁਹਾਡੇ? ਦੇਖੋ ਫਿਲਹਾਲ ਤੇ ਸਾਰਾ ਹੀ ਕੰਮ ਠੱਪ ਹੀ, ਇੱਥੇ ਕੁਝ ਵੀ ਨਹੀਂ ਨਵਾਂ ਸਟਾਰਟ ਹੋ ਰਿਹਾ। ਸੋ ਮੈਂ ਮੇਰੇ 2 ਥੀਏਟਰ ਗਰੁੱਪ ਜਿਨ੍ਹਾਂ ਨਾਲ ਮੈਂ ਜੁੜੀ, ਉਹਨਾਂ ਦੇ ਨਾਲ ਅਸੀਂ ਆਨਲਾਈਨ ਕੰਟੈਂਟ ਕੁਝ ਪ੍ਰਿਪੇਅਰ ਕਰਨ ਦੀ ਤਿਆਰੀ 'ਚ ਲੱਗੇ ਹੋਏ ਆ, ਤੇ ਉਹਦੇ ਨਾਲ ਮੈਂ ਆਪਣੇ ਥੀਏਟਰ ਦੇ ਸ਼ੋਜ਼ ਕਰ ਰਹੀ ਹਾਂ। 1-2 ਥਾਵਾਂ ਤੇ ਜਿੱਥੇ ਗੱਲ ਹੋਈ ਸੀ ਉੱਥੇ ਹਜੇ ਕੁਝ ਮੈਨੂੰ ਪਤਾ ਨਹੀਂ ਹੈ ਕਿ ਉਹ ਕਦੋਂ ਕੀ ਸਟਾਰਟ ਹੋਏਗਾ, ਪਰ ਮੈਂ
ਬਿਜ਼ੀ ਰਹਿੰਦੀ ਹੋਊਗੀ, ਮੈਂ ਆਪਣੇ ਆਪ ਨੂੰ ਆਪੇ ਕੰਮ ਦੇ ਕੇ ਰੱਖਿਆ ਹੋਇਆ ਬੜਾ ਸਾਰਾ। ਸਭ ਤੋਂ ਵਧੀਆ ਗੱਲ ਹੈ। ਸੋ ਸਰਗੀ ਥੈਂਕ ਯੂ ਸੋ ਮਚ, ਤੁਸੀਂ ਸਾਡੇ ਨਾਲ ਜੁੜੇ ਹੋ, ਸਾਰੀ ਗੱਲਾਂ ਬਾਤਾਂ ਕੀਤੀਆਂ। ਮੈਂ ਚਾਹੂੰਗੀ ਅਗਲੀ ਵਾਰ ਜਦੋਂ ਆਪਾਂ ਦੁਬਾਰਾ ਗੱਲਬਾਤ ਕਰੀਏ ਤਾਂ ਆਪਾਂ ਥੀਏਟਰ ਤੇ ਥੋੜਾ ਜਿਹਾ ਫੋਕਸ ਕਰਕੇ ਗੱਲਬਾਤ ਕਰਾਂਗੇ। ਅੱਜ ਤਾਂ ਸਾਡਾ ਥੋੜਾ ਜਿਹਾ ਇੰਡਸਟਰੀ ਨੂੰ ਲੈ ਕੇ ਗੱਲਬਾਤ ਦਾ ਜ਼ਿਆਦਾ ਫੋਕਸ ਰਿਹਾ, ਪਰ ਥੈਂਕ ਯੂ ਸੋ ਮਚ, ਤੁਸੀਂ ਆਪਣਾ ਟਾਈਮ ਦਿੱਤਾ, ਇੰਨੀਆਂ ਵਧੀਆ ਵਧੀਆ ਗੱਲਾਂ ਸਾਡੇ ਨਾਲ ਸ਼ੇਅਰ ਕੀਤੀਆਂ। ਸੋ ਜਾਂਦੇ ਜਾਂਦੇ ਸਾਡੇ ਵਿਊਅਰਸ ਨੂੰ ਕੁਝ ਕਹਿਣਾ ਚਾਹੋਗੇ ਤੁਸੀਂ? ਮੈਂ ਸਿਰਫ ਇਹੀ ਕਹਿਣਾ ਚਾਹੂੰਗੀ ਕਿ ਆਪਣੇ ਸਰੀਰ ਦਾ ਧਿਆਨ ਰੱਖੋ, ਆਪਣੀ ਸਿਹਤ ਦਾ ਧਿਆਨ ਰੱਖੋ। ਇਸ ਕਰਕੇ ਨਹੀਂ ਕਿ ਤੁਸੀਂ ਸਪੈਸ਼ਲੀ ਐਕਟਰਸ ਨੂੰ ਕਹਿਣਾ ਚਾਹੂੰਗੀ ਕਿ ਇਸ ਕਰਕੇ ਨਹੀਂ ਕਿ ਤੁਸੀਂ ਐਕਟਰ ਬਣਨਾ ਤੇ ਤੁਸੀਂ ਤਾਂ ਜਿਮ ਜਾਣਾ। ਤੁਹਾਡਾ ਇਹ ਸਰੀਰ ਦੇ ਵਿੱਚ ਤੁਹਾਡਾ ਦਿਮਾਗ ਹੈ ਤੇ ਤੁਹਾਡੇ ਦਿਮਾਗ 'ਚ ਤੁਹਾਡੇ ਸੁਪਨੇ ਹੈ, ਤੇ ਸੁਪਨਿਆਂ ਦਾ ਜਿਹੜਾ ਘਰ ਹੈ ਉਹ ਪਰਫੈਕਟ ਹੋਣਾ ਚਾਹੀਦਾ। ਤੇ ਜਿਹੜੇ ਉਹਦੇ ਆਂਢ ਗੁਆਂਢ ਦੇ ਵਿੱਚ, ਉਹ ਸੁਪਨੇ ਦੇ ਆਂਢ ਗੁਆਂਢ ਜਿਹੜੇ ਆ ਤੁਹਾਡੇ ਥਾਟਸ, ਤੁਹਾਡੇ ਗੁਆਂਢੀ, ਉਹ ਵੀ ਪਲੇਜ਼ੈਂਟ ਰੱਖੋ। ਜੇ ਤੁਹਾਡਾ ਪ੍ਰੋਫੈਸ਼ਨ ਤੁਹਾਨੂੰ ਐਜ਼ ਅ ਪਰਸਨ ਵਧੀਆ ਬਣਾਉਂਦਾ ਆ, ਤੁਹਾਨੂੰ ਤੁਹਾਡੇ 'ਚ ਕੰਪੈਸ਼ਨ ਜਗਾਉਂਦਾ ਆ, ਤੁਹਾਨੂੰ ਵਧੀਆ ਇਨਸਾਨ ਬਣਾਉਂਦਾ ਤੇ ਤੁਹਾਨੂੰ ਖੁਸ਼ ਇਨਸਾਨ ਬਣਾਉਂਦਾ, ਫਿਰ ਪ੍ਰੋਫੈਸ਼ਨ ਤੁਹਾਡੇ ਲਈ ਹੈ। ਤੇ ਬਾਕੀ ਜਨਤਾ ਵਾਸਤੇ ਵੀ ਮੇਰਾ ਇਹੀ ਹੈ ਕਿ ਜਿਸ ਵੀ ਪ੍ਰੋਫੈਸ਼ਨ 'ਚ ਤੁਸੀਂ ਹੈਗੇ ਹੋ, ਉਹ ਜੇ ਤੁਹਾਡੇ ਸੁਪਨਿਆਂ ਦਾ ਪ੍ਰੋਫੈਸ਼ਨ ਹੈ ਤਾਂ ਉਹਨੂੰ ਪਿਆਰ ਨਾਲ ਰੱਖੋ, ਤੇ ਆਪਣਾ ਵੀ ਧਿਆਨ ਰੱਖੋ ਤੇ ਆਪਣੇ ਨਾਲਦਿਆਂ ਦਾ ਵੀ ਧਿਆਨ ਰੱਖੋ। ਤੇ ਕੰਪੈਸ਼ਨ ਜਿਹੜਾ ਹੈ ਨਾ, ਉਹ ਮੈਨੂੰ ਲੱਗਦਾ ਉਹ ਲੋੜ ਹੈ ਇਸ ਵੇਲੇ। ਕਿਸੇ ਹੋਰ ਦੇ ਸ਼ੂਜ਼ 'ਚ ਹੋ ਕੇ ਸੋਚਣ ਦੀ ਜਿਹੜੀ ਸਮਰੱਥਾ ਹੈ ਨਾ, ਉਹ ਹੋਣੀ ਹਰ ਇੱਕ 'ਚ ਬਹੁਤ ਜ਼ਿਆਦਾ ਜ਼ਰੂਰੀ ਹੈ। ਮੈਨੂੰ ਲੱਗਦਾ ਉਹਦੇ ਤੇ ਆਪਣੇ ਤੇ ਕੰਮ ਕਰੋ, ਬਲੇਮ ਨਾ ਕਰੋ ਕਿਸੇ ਨੂੰ ਵੀ। ਇਹ ਦੇਖੋ ਕਿ ਮੈਂ ਕਿੱਥੇ ਕੀ ਬੈਟਰ ਕਰ ਸਕਦਾ। ਥੈਂਕ ਯੂ ਸੋ ਮਚ ਸਰ। ਬਹੁਤ ਪਿਆਰੀ ਗੱਲ ਐਂਡ 'ਚ ਕਹੀਏ ਤੁਸੀਂ, ਜਿਹੜੀ ਕਿ ਬਿਲਕੁਲ ਇਸ ਦਿਮਾਗ ਨੂੰ, ਇਸ ਘਰ ਨੂੰ ਬਿਲਕੁਲ ਆਪਣਾ ਬਚਾ ਕੇ ਰੱਖੋ, ਕਿਉਂਕਿ ਸੁਪਨੇ ਬਹੁਤ ਜ਼ਿਆਦਾ ਇਹਦੇ ਵਿੱਚ, ਤੇ ਅਗਰ ਜੇ ਪੂਰੇ ਕਰਨੇ ਤਾਂ ਬਿਲਕੁਲ ਇਸ ਨੂੰ ਸਭ ਤੋਂ ਜ਼ਿਆਦਾ ਸਟਰੋਂਗ ਕਰਨਾ ਚਾਹੀਦਾ। ਥੈਂਕ ਯੂ ਸੋ ਮਚ। ਥੈਂਕ ਯੂ ਨੇਹਾ, ਬਾਏ ਬਾਏ। ਬਾਏ। ਪੰਜਾਬੀ ਸਿਨੇਮਾ ਤੇ ਸੰਗੀਤ ਜਗਤ ਦੀ ਹੋਰ ਲੇਟੈਸਟ ਅਪਡੇਟਸ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ ਤੇ YouTube ਚੈਨਲ ਸਬਸਕ੍ਰਾਈਬ ਕਰੋ।